सरदार ਅਤੇ ਮੁਹੰਮਦ 47 ਤੋਂ ਬਾਅਦ ਇਸ ਗੁਰਦੁਆਰਾ ਜੈਨਪੁਰ ਦੇ ਵਿੱਚ ਜਿਹੜਾ ਇਕੱਠੇ ਹੋ ਰਹੇ ਨੇ ਮੁਸਲਮਾਨ ਭਾਈਚਾਰੇ ਦੇ ਲੋਕ ਗੁਰੂ ਘਰ ਦੇ ਬਿਲਕੁਲ ਚੌਗਿਰਦੇ ਦੇ ਵਿੱਚ ਜਿਹੜੀ ਨਮਾਜ਼ ਹੈਗੀ ਹੈ ਅਸਰ ਦੀ ਉਹ ਪੜ੍ਹ ਰਹੇ ਨੇ। ਹੋਵੋ ਕਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲੈ ਬੁਲਾਈ ਹਰ ਨਾਮੇ ਕੀ ਹੋਵੋ ਜੋੜੀ ਗੁਰਮੁਖ ਵੈਸੋ ਸਫਾ ਵਸਾਈ। महाराज सानू एक होने का उपदेश देंदे ने। अव्वल अल्लाह नूर उपाया कुदरत के सब बंदे एक नूर ते सब जग उपजिया कौन भले को मंदे। मैं तो यह भी सुनिया कि जी मुसलमान तेल दे विच बांह पा ले ते ओहदे दिन ओहदे बांह नूं जिन्ने तेल लग जाण जेकर उन्नियां ही सौहां खावे फिर भी उहदा यकीन नहीं करना। जिन्हां ने झूठियां सौहां खाधियां होणगीਆਂ मुसलमान नहीं सी हैगे हैं जी। जिन्हां ने झूठियां आटे ਦੀਆਂ गौवां बना के सौहां खाधी ਉਹ हिंदू नहीं सी है। जे इदां हुंदा तां पंजवीं पातशाही कदे भी श्री गुरु ग्रंथ साहब च मुसलमानों की सत्त मुसलमानों की बानी दर्ज ना करते तो श्री हरमंदिर साहब का नींह पत्थर एक मुसलमान तो ना रखाउंदे। तो जदों गुरु साहब नूं उच्च दा पीर बना के लैके गए गनी खां तो नबी खां तो आलमगीर जदों उन्होंने गुरु साहब विदा करन लगे तो उन्होंने एक हुक्मनामा बख्शिया जिहदे च लिखिया कि गनी खां तो नबी खां सानू पुत्रां नालों वध के प्यारे ने साडा सिख खाली हत्थ इन्हां नूं दर्शन ना देवे। किहो जिहा माहौल है बहुत कुछ तुसीं बड़े गौर नाल देख रहे सी अखां 'च तुहाडे मैनूं लगदा है कि हंझू ने बड़े भावुक माहौल है इस वेले की चल रहा मन दे विच ਇਹੋ ਜਿਹਾ ਜੀ ਮਾਹੌਲ 1947 ਜਿਵੇਂ ਤੁਸੀਂ ਦੱਸਦੇ ਹੋ ਪਹਿਲੀ ਵਾਰ ਦੇਖਿਆ ਜੀ ਇੰਨਾ ਖੁਸ਼ ਹੈ ਮਨ ਵੀ ਇਸ ਰੋਟ ਅਸੀਂ ਭਾਈ ਇਕੱਠੇ ਰਹੀਏ ਅਸੀਂ ਇੱਕ ਮੁੱਠ ਰਹੀਏ ਸਾਨੂੰ ਪਾੜਨ ਵਾਲੇ ਲੋਕ ਬਹੁਤ ਬਹੁਤ ਨੇ। ਮੈਂ ਜਦੋਂ ਜੀ ਅੱਜ ਸੁਨੇਹਾ ਲੱਗਿਆ ਜੀ ਪਹਿਲਾਂ ਤਾਂ ਯਕੀਨ ਹੀ ਨਹੀਂ ਆਇਆ ਵੀ ਗੁਰੂ ਘਰ 'ਚ ਇਹ ਪ੍ਰੋਗਰਾਮ ਹੋ ਸਕਦਾ ਆ ਕੇ ਬਹੁਤ ਵਧੀਆ ਸਾਨੂੰ ਵੀ ਨਹੀਂ ਯਕੀਨ ਹੋ ਰਿਹਾ ਸੀ ਜਦੋਂ ਮੈਨੂੰ ਸੱਦਾ ਪੱਤਰ ਆਇਆ ਕਿ ਗੁਰੂ ਘਰ ਦੇ ਵਿੱਚ ਰੋਜ਼ੇ ਖੋਲ੍ਹਣ ਜਾਣਾ ਤੇ ਮੈਂ ਵੀ ਅਚੰਭਿਤ ਹੋ ਗਿਆ। ਮੈਂ ਨਾਲ ਇੱਕ ਸਰਪੰਚ ਸਾਹਿਬ ਆਏ ਨੇ ਨਾਲ ਉਹਨਾਂ ਨੂੰ ਵੀ ਕਿਹਾ ਮੈਂ ਵੀ ਆਪਾਂ ਨੇ ਰੋਜ਼ੇ ਖਿਲਾ ਕੇ ਆਉਣੇ ਨੇ ਗੁਰੂ ਘਰ 'ਚ। ਉਹ ਕਹਿੰਦਾ ਵੀ ਪਤਾ ਕਰ ਲਓ ਵੀ ਕਿਤੇ ਹੋਰ ਨਾ ਜਾਣਾ ਹੋਵੇ ਵੀ ਫਿਰ ਵੀ ਅਸੀਂ ਪਤਾ ਕਰਿਆ ਜਦੋਂ ਫਿਰ ਆ ਕੇ ਉਰੇ ਆ ਕੇ ਯਕੀਨ ਹੋਇਆ ਵੀ ਇਹ ਬਹੁਤ ਵਧੀਆ ਲੱਗਿਆ ਜਾਣੀ ਬਹੁਤ ਖੁਸ਼ੀ ਦੀ ਗੱਲ ਹੈ ਜੀ। ਬੜੇ ਪਿਆਰ ਨਾਲ ਅੱਜ ਰੋਟੀਆਂ ਲਾ ਰਹੇ ਮੁਸਲਮਾਨ ਮੁੰਡਿਆਂ ਨੂੰ ਖਵਾਉਣੀਆਂ ਨੇ ਰੋਜ਼ੇ ਖਿਲਾਉਣੇ ਨੇ। ਹਾਂਜੀ ਕੀ ਚੱਲ ਰਿਹਾ ਮਨ ਦੇ ਵਿੱਚ ਕੀ ਇੱਛਾ ਲੈ ਕੇ ਆਏ ਹੋ ਕੀ ਚੱਲ ਰਿਹਾ ਮਨ ਆਪਦੇ ਮਨ ਦਾ ਚਾਅ ਪੂਰਾ ਕਰਦੇ ਵਿਆਹ ਨੇ ਰੱਜ ਕੇ ਜਾਣ। ਤੁਸੀਂ ਹੁਣ ਤੱਕ ਮਸਜਿਦਾਂ ਦੇ ਵਿੱਚ ਨਮਾਜ਼ਾਂ ਪੜ੍ਹੀਆਂ ਹੋਣੀਆਂ ਅੱਜ ਗੁਰੂ ਘਰ ਦੇ ਵਿੱਚ ਨਮਾਜ਼ ਅਦਾ ਕਰਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਅਸੀਂ ਕਹਿ ਲਈਏ ਕਿ ਨਮਾਜ਼ ਅਦਾ ਕਰਕੇ ਕਿਹੋ ਜਿਹੀ ਭਾਵਨਾ शरारती अनसर ने इस दो भरावां की लड़ाई नूं या दो घरां की लड़ाई नूं दो धर्मां की जां दो कौमां की लड़ाई बना के पेश करने का यतन किया है। ये बहुत दुखदाई गल है सानू सुचेत रहने की लोड़ है। उहदा एक पार्ट है उन्हां साथ प्यार बर्दाश्त नहीं हो रहा इसलिए वो इस मौक़िਆਂ ਨੂੰ भड़का के लोगों 'ਚ नफरत पाउण की कोशिश करते हैं जद कि अजिहा काम कोई अच्छा सिख कोई अच्छा मुसलमान कर ही नहीं सकता। ਵੀ ਇਹ ਦੋ ਘਰਾਂ ਦੀ ਲੜਾਈ ਹੈ ਕੌਮਾਂ ਦੀ ਲੜਾਈ ਨਹੀਂ ਹੈਗੀ। ਇਹ ਜਿਹੜੇ ਸ਼ਰਾਰਤੀ ਲੋਕ ਨੇ ਉਹਨੂੰ ਇੱਕ ਧਾਰਮਿਕ ਰੰਗਤ ਦੇਣੀ ਚਾਹੁੰਦੇ ਨੇ ਉਹ ਕਦੇ ਉਹਨਾਂ ਦਾ ਜਿਹੜਾ ਹੈ ਉਹ ਪੂਰਾ ਨਹੀਂ ਹੋਣਾ। ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਅੱਜ ਅਸੀਂ ਪਹੁੰਚੇ ਹਾਂ ਮਲੇਰਕੋਟਲਾ ਦੀਆਂ ਜੜ੍ਹਾਂ 'ਚ ਵਸਦੇ ਪਿੰਡ ਜੈਨਪੁਰ ਜਿੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਅੱਜ ਬੜਾ ਇਤਿਹਾਸਿਕ ਦਿਨ ਹੈ। ਇਤਿਹਾਸਿਕ ਦਿਨ ਇਸ ਕਰਕੇ ਹੈ ਕਿਉਂਕਿ ਅੱਜ ਪਿੰਡ ਜੈਨਪੁਰ ਦੀ ਸੰਗਤ ਦੇ ਨਾਲ ਆਲੇ ਦੁਆਲੇ ਦੇ ਲਗਭਗ 10-15 ਪਿੰਡਾਂ ਨੇ ਬਾਬਾ ਅਮਰਜੀਤ ਸਿੰਘ ਜੀ ਦੀ ਅਗਵਾਈ ਹੇਠ ਇੱਕ ਇਤਿਹਾਸਿਕ ਉਦਮ ਹੈ ਜਿਹੜਾ ਉਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਅੱਜ ਮੁਸਲਮਾਨ ਭਾਈਚਾਰਾ ਖਾਸ ਕਰਕੇ ਅਸੀਂ ਕਹਿ ਲਈਏ ਕਿ ਸਰਦਾਰ ਅਤੇ ਮੁਹੰਮਦ 47 ਤੋਂ ਬਾਅਦ ਇਸ ਗੁਰਦੁਆਰਾ ਜੈਨਪੁਰ ਦੇ ਵਿੱਚ ਜਿਹੜਾ ਇਕੱਠੇ ਹੋ ਰਹੇ ਨੇ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦਿੰਦੇ ਹਾਂ। ਇਸ ਵੇਲੇ ਜਿਹੜੀ ਉਹ ਨਮਾਜ਼ ਹੈ ਉਹ ਅਦਾ ਕਰਨ ਦੀ ਗੁਰੂ ਘਰ ਦੇ ਵਿੱਚ ਤਿਆਰੀ ਕੀਤੀ ਜਾ ਰਹੀ ਹੈ। ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦਿੰਦੇ ਹਾਂ। ਇਹ ਲਾਈਵ ਤਸਵੀਰਾਂ ਇਸ ਵੇਲੇ ਹਕੀਕਤ ਟੀਵੀ ਪੰਜਾਬੀ ਦੇ ਉੱਤੇ ਤੁਸੀਂ ਦੇਖ ਰਹੇ ਹੋ ਜਿੱਥੇ ਅਜ਼ਾਨ ਹੈ ਉਹ ਗੁਰਦੁਆਰੇ ਦੇ ਵਿੱਚ ਦਿੱਤੀ ਜਾ ਰਹੀ ਹੈ। ਇੱਕ ਵਿਲੱਖਣ ਕਿਸਮ ਦਾ ਜਿਹੜਾ ਮੰਜ਼ਰ ਹੈ ਉਹ ਇੱਥੇ ਬਣਿਆ ਹੋਇਆ ਬੜਾ ਭਾਵੁਕ ਮਾਹੌਲ ਹੈ ਇੱਥੇ ਜਿਹੜਾ ਉਹ ਬਣਿਆ ਹੋਇਆ। ਮੁਸਲਮਾਨ ਭਾਈਚਾਰੇ ਦੇ ਲੋਕ ਗੁਰੂ ਘਰ ਦੇ ਬਿਲਕੁਲ ਚੌਗਿਰਦੇ ਦੇ ਵਿੱਚ ਜਿਹੜੀ ਨਮਾਜ਼ ਹੈਗੀ ਹੈ ਅਸਰ ਦੀ ਉਹ ਪੜ੍ਹ ਰਹੇ ਨੇ।
ਨਾਲੋਂ ਨਾਲ ਸਿੱਖ ਭਾਈਚਾਰਾ ਵੀ ਜਿਹੜਾ ਵੱਡੀ ਗਿਣਤੀ ਦੇ ਵਿੱਚ ਜਿਹੜਾ ਇਸ ਗੁਰਦੁਆਰੇ ਦੇ ਵਿੱਚ ਬੈਠਾ ਹੈ। ਇਸ ਵੇਲੇ ਅਸਰ ਦੀ ਅਜ਼ਾਨ ਹੈਗੀ ਹੈ ਜਿਹੜੀ ਉਹ ਗੁਰੂ ਘਰ ਦੇ ਵਿੱਚ ਦਿੱਤੀ ਜਾ ਰਹੀ ਹੈ। ਪਿਆਰ ਦਾ ਪੈਗਾਮ, ਮੁਹੱਬਤ ਦਾ ਪੈਗਾਮ ਹੈ ਜਿਹੜਾ ਇਸ ਵੇਲੇ ਮਲੇਰਕੋਟਲੇ ਦੇ ਬਿਲਕੁਲ ਜੜ੍ਹਾਂ 'ਚ ਵਸਦੇ, ਘੂਕ ਵਸਦੇ ਪਿੰਡ ਜੈਨਪੁਰ ਦੇ ਗੁਰਦੁਆਰੇ ਦੇ ਵਿੱਚੋਂ ਜਿਹੜਾ ਉਹ ਦਿੱਤਾ ਜਾ ਰਿਹਾ। ਅੱਜ ਬੜਾ ਖਾਸ ਤੇ ਬੜਾ ਮਹੱਤਵਪੂਰਨ ਦਿਨ ਹੈ ਕਿਉਂਕਿ ਇਸ ਦਿਨ ਜੈਨਪੁਰ ਦੀ ਸੰਗਤ ਵੱਲੋਂ ਮੁਸਲਮਾਨ ਭਾਈਚਾਰੇ ਦਾ, ਕਿਉਂਕਿ ਰਮਜ਼ਾਨ ਦਾ ਮਹੀਨਾ ਚੱਲ ਰਿਹਾ ਹੈ, ਰਮਜ਼ਾਨ ਦੇ ਮਹੀਨੇ ਦੇ ਵਿੱਚ ਜਿਹੜਾ ਰੋਜ਼ਾ ਅਫਤਾਰੀ ਦਾ ਪ੍ਰੋਗਰਾਮ ਗੁਰੂ ਘਰ ਦੇ ਵਿੱਚ ਰੱਖਿਆ ਗਿਆ। ਸੰਗਤ ਅਸੀਂ ਤੁਹਾਨੂੰ ਦਿਖਾ ਦਿੰਦੇ ਹਾਂ, ਸੰਗਤ ਵੀ ਵੱਡੀ ਗਿਣਤੀ ਦੇ ਵਿੱਚ ਪਿੰਡੋਂ ਜਿਹੜੀ ਜੁੜੀ ਬੈਠੀ ਹੈ। ਸਿੱਖ ਮੁਸਲਿਮ ਸਾਂਝਾ ਫਾਊਂਡੇਸ਼ਨ ਦੇ ਜਿਹੜੇ ਸਰਪ੍ਰਸਤ ਨੇ ਡਾਕਟਰ ਮੁਹੰਮਦ ਨਸੀਰ ਅਖਤਰ, ਉਹ ਵੀ ਇਸ ਵੇਲੇ ਇੱਥੇ ਬੈਠੇ ਨੇ। ਗੁਰੂ ਘਰ ਦੇ ਵਿੱਚ ਵਿਚਾਰਾਂ ਨੇ ਜਿਹੜੇ ਬਾਬਾ ਅਮਰਜੀਤ ਸਿੰਘ ਹੋਰਾਂ ਦੇ ਨਾਲ ਬਹੁਤ ਸਾਰੀਆਂ ਕੀਤੀਆਂ ਨੇ। ਅਜ਼ਾਨ ਹੈ ਇਸ ਵੇਲੇ ਜਿਹੜੀ ਹੋ ਰਹੀ ਹੈ। ਅਜ਼ਾਨ ਉਹ ਹੁੰਦੀ ਹੈ ਜਦੋਂ ਪ੍ਰੇਅਰ ਦੇ ਲਈ ਬੁਲਾਇਆ ਜਾਂਦਾ ਹੈ ਮਸਜਿਦ ਦੇ ਵਿੱਚ ਹਰੇਕ, ਪਰ ਅੱਜ ਗੁਰਦੁਆਰੇ ਦੇ ਵਿੱਚ ਜਿਹੜੀ ਅਜ਼ਾਨ ਹੈ ਉਸ ਨੂੰ ਸੁਣ ਕੇ ਜਿਹੜਾ ਮਾਹੌਲ ਹੈ ਸਭ ਨੂੰ ਉਹ ਮਾਹੌਲ ਜ਼ਰੂਰ ਯਾਦ ਆ ਗਿਆ ਹੋਣਾ ਜਦੋਂ ਸਾਡੇ ਦਾਦੇ, ਸਾਡੇ ਪੜਦਾਦੇ, ਸਾਡੇ ਜਿਹੜੇ ਨੱਕੜ ਦਾਦੇ ਉਹ ਇਸੇ ਤਰੀਕੇ ਨਾਲ ਪਿਆਰ, ਮੁਹੱਬਤ ਤੇ ਸਤਿਕਾਰ ਨਾਲ ਵਿਦਆਊਟ ਐਨੀ ਅਸੀਂ ਕਹਿ ਲਈਏ ਕਿ ਕਿਸੇ ਧਰਮ ਦੀ ਕੋਈ ਪਰਿਭਾਸ਼ਾ ਦੀ ਲਕੀਰ ਖਿੱਚਿਆਂ ਇਸੇ ਤਰੀਕੇ ਨਾਲ ਰਹਿ ਰਹੇ ਹੋਣਗੇ। ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦਿੰਦੇ ਹਾਂ। ਇਫਤਾਰੀ ਦਾ ਪ੍ਰੋਗਰਾਮ ਹੈ ਇੱਥੇ ਜਿਹੜਾ ਉਹ ਕੀਤਾ ਜਾਣਾ ਹੈ। ਸੰਗਤ ਹੈ ਜਿਹੜੀ ਵੱਡੀ ਗਿਣਤੀ ਦੇ ਵਿੱਚ ਇੱਥੇ ਜੁੜੀ ਹੋਈ ਹੈ। ਕੁਝ ਕੁ ਸਮੇਂ ਬਾਅਦ ਜਿਹੜਾ ਅਸਰ ਦੀ ਨਮਾਜ਼ ਦਾ ਜਿਹੜਾ ਵੇਲਾ ਹੈ ਇਹ ਹੋਇਆ ਇੱਥੇ। ਅਸਰ ਦੀ ਨਮਾਜ਼ ਤੋਂ ਬਾਅਦ ਜਿਹੜੀ ਇੱਥੇ ਮਗਰਿਬ ਤੋਂ ਪਹਿਲਾਂ ਜਿਵੇਂ ਸੂਰਜ ਹੈ ਡੁੱਬਦਾ ਤਾਂ ਉਸ ਦੇ ਨਾਲ ਹੀ ਜਿਹੜਾ ਰੋਜ਼ਾ ਇਫਤਾਰ ਕੀਤਾ ਜਾਂਦਾ, ਯਾਨੀ ਕਿ ਵਰਤ ਹੈਗਾ ਜਿਹੜਾ ਉਹ ਖੋਲ੍ਹਿਆ ਜਾਂਦਾ। ਅਸੀਂ ਹੁਣ ਵਿਚਾਰਾਂ ਦੀ ਸਾਂਝ ਹੈ ਜਿਹੜੀ ਉਹ ਡਾਕਟਰ ਨਸੀਰ ਅਖਤਰ ਹੋਰਾਂ ਨਾਲ ਪਾਵਾਂਗੇ। ਬਾਬਾ ਅਮਰਜੀਤ ਜੀ ਵੀ ਇੱਥੇ ਨਾਲ ਹੀ ਬੈਠੇ ਨੇ, ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ। ਅਜ਼ਾਨ ਹੁਣੇ ਹੋ ਕੇ ਹਟੀ ਹੈ। ਸੋ ਇਹ ਤਸਵੀਰਾਂ ਨੇ ਜਿਹੜੀਆਂ ਇਸ ਵੇਲੇ ਇਤਿਹਾਸਿਕ ਤਸਵੀਰਾਂ ਨੇ ਜੈਨਪੁਰ ਦੇ ਗੁਰੂ ਘਰ ਦੇ ਵਿੱਚੋਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਜਿੱਥੇ ਉਹ ਮਾਹੌਲ ਮੈਨੂੰ ਲੱਗਦਾ ਕਿ ਇੱਕ ਵਾਰ ਫੇਰ ਬਣਿਆ ਕਿ ਜਿਹੜਾ 47 ਤੋਂ ਪਹਿਲਾਂ ਬਣਿਆ ਸੀ। ਸਾਡੇ ਨਾਲ ਸਿੱਖ ਮੁਸਲਿਮ ਸਾਂਝਾ ਫਾਊਂਡੇਸ਼ਨ ਦੇ ਸਰਪ੍ਰਸਤ ਨੇ ਜਿਹੜੇ ਡਾਕਟਰ ਮੁਹੰਮਦ ਨਸੀਰ ਅਤੇ ਬਾਬਾ ਅਮਰਜੀਤ ਜੀ ਨੇ, ਉਹ ਸਾਡੇ ਨਾਲ ਨੇ। ਗੱਲਬਾਤ ਕਰਾਂਗੇ ਕਿ ਆਖਿਰ ਗੁਰੂ ਘਰ ਦੇ ਵਿੱਚ ਮੁਸਲਮਾਨ ਸੰਗਤ ਨੂੰ ਬੁਲਾ ਕੇ, ਮੁਸਲਮਾਨਾਂ ਨੂੰ ਬੁਲਾ ਕੇ ਰੋਜ਼ਾ ਖੁਲਾਉਣ ਦਾ ਮਕਸਦ ਕੀ ਹੈ, ਰੋਜ਼ਾ ਕਿਉਂ ਖੁਲਵਾਇਆ ਜਾ ਰਿਹਾ ਔਰ ਇਸ ਪਿੱਛੇ ਕੀ ਮਕਸਦ ਹੈਗਾ, ਕੀ ਸੋਚ ਕੰਮ ਕਰਦੀ ਹੈ। ਪਹਿਲਾਂ ਅਸੀਂ ਗੱਲਬਾਤ ਕਰ ਲੈਂਦੇ ਹਾਂ ਡਾਕਟਰ ਨਸੀਰ ਅਖਤਰ ਹੋਰਾਂ ਨਾਲ ਜਿਹੜੇ ਕਿ ਸਿੱਖ ਮੁਸਲਿਮ ਸਾਂਝਾਂ ਦੇ ਸਰਪ੍ਰਸਤ ਨੇ। ਡਾਕਟਰ ਸਾਹਿਬ, ਅੱਜ ਬੜਾ ਇਤਿਹਾਸਿਕ ਦਿਨ ਹੈਗਾ। ਜੈਨਪੁਰ ਦੀ ਸੰਗਤ ਨੇ ਉਹ ਇਤਿਹਾਸ ਸਿਰਜਿਆ, ਮੈਨੂੰ ਲੱਗਦਾ ਹੈ ਕਿ ਜਿਸ ਦੀ ਤਵੱਕੋ ਜਾਂ ਕਲਪਨਾ ਵੀ ਨਹੀਂ ਸੀ ਕੀਤੀ ਜਾ ਸਕਦੀ। ਕੀ ਮੰਨਦੇ ਹੋ, ਕੀ ਕਰਨ ਆਏ ਹੋ ਅੱਜ ਇੱਥੇ ਗੁਰਦੁਆਰੇ ਸਾਹਿਬ 'ਚ? ਸਾਰੀਆਂ ਤਾਰੀਫਾਂ ਉਸ ਰੱਬ ਲਈ ਨੇ ਜਿਹੜਾ ਸਾਰੇ ਜੱਗ ਦਾ ਸਾਜਨਹਾਰ ਤੇ ਪਾਲਣਹਾਰ ਹੈ। ਉਸ ਇੱਕ ਰੱਬ ਨੂੰ ਹੀ ਵੱਖ-ਵੱਖ ਭਾਸ਼ਾਵਾਂ ਵਿੱਚ ਅੱਲਾ, ਅਕਾਲ ਪੁਰਖ, ਪ੍ਰਭੂ, ਲਾਰਡ, ਗੋਡ ਆਦਿ ਨਾਮਾਂ ਦੁਆਰਾ ਯਾਦ ਕੀਤਾ ਜਾਂਦਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ ਇੱਕ ਸ਼ਲੋਕ ਹੈ ਪ੍ਰਭਾਤੀ ਅੰਗ 1349 ਤੇ, ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਇਹ ਗੱਲ ਜਿਹੜੀ ਹੈ ਇੱਕ ਨੂਰ ਦੀ ਹੈ। ਸਾਰੇ ਇਨਸਾਨਾਂ ਜਿਹੜੇ ਦੁਨੀਆ 'ਚ ਵਸਣ ਵਾਲੇ ਸਾਰੇ ਇਨਸਾਨ ਨੇ, ਉਹਨਾਂ ਸਾਰਿਆਂ ਵਿੱਚ ਹੀ ਇੱਕ ਰੱਬ ਦੀ ਜੋਤ ਹੀ ਵਸ ਰਹੀ ਹੈ। ਅਤੇ ਉਸੇ ਚੀਜ਼ ਦਾ ਸਾਂਝੀ ਵਾਲਤਾ ਦਾ ਸੁਨੇਹਾ ਦੇਣ ਵਾਸਤੇ ਹੀ ਬਾਬਾ ਜੀ ਸਾਡੇ ਕੋਲੇ 2-3 ਦਿਨ ਪਹਿਲਾਂ ਪਹੁੰਚੇ ਸੀ ਅਤੇ ਇਹਨਾਂ ਨੇ ਹੁਕਮ ਕੀਤਾ ਸੀ ਕਿ ਸਾਡੇ ਉੱਥੇ ਗੁਰਦੁਆਰਾ ਸਾਹਿਬ ਪਹੁੰਚੋ ਅਤੇ ਅਸੀਂ ਤੁਹਾਡਾ ਰੋਜ਼ਾ ਅਫਤਾਰੀ ਕਰਾਉਣਾ ਚਾਹੁੰਦੇ ਹਾਂ। ਉਸੇ ਲਈ ਅਸੀਂ ਅੱਜ ਇੱਥੇ ਪਹੁੰਚੇ ਹਾਂ। ਔਰ ਇਹ ਸਾਂਝੀ ਵਾਲਤਾ ਦਾ ਸੁਨੇਹਾ ਜਿਹੜਾ ਦੋਹਾਂ ਪਾਸੇ ਦਿੱਤਾ ਜਾ ਰਿਹਾ ਹੈ। ਕੁਰਾਨ ਸ਼ਰੀਫ ਵਿੱਚ ਸੂਰਤ ਅਲ ਹੁਜੂਰਾਤ ਆਇਤ ਨੰਬਰ 13 'ਚ ਹੈਗਾ, ਰੱਬ ਦਾ ਫਰਮਾਨ ਹੈ, ਯਾ ਅਯੁਹਨ ਨਾਸੂ ਇੰਨਾ ਖਲਕਨਾकुम ਮਿਨ ਜ਼ਾਕਰਿਨ व ਉਨਸਾ, ਹੇ ਇਨਸਾਨੋ, ਹੇ ਲੋਕੋ, ਅਸੀਂ ਤੁਹਾਨੂੰ ਸਾਰਿਆਂ ਨੂੰ ਇੱਕ ਆਦਮੀ ਅਤੇ ਇੱਕ ਔਰਤ ਤੋਂ ਪੈਦਾ ਕੀਤਾ ਹੈ। ਦੂਜੇ ਸ਼ਬਦਾਂ ਵਿੱਚ ਸਾਡੇ ਸਾਰਿਆਂ ਦੇ ਮੁੱਢਲੇ ਮਾਂ-ਬਾਪ ਇੱਕ ਨੇ। ਇਸ ਲਈ ਸੰਸਾਰ ਦੇ ਸਾਰੇ ਲੋਕ, ਚਾਹੇ ਉਹ ਕਿਸੇ ਵੀ ਧਰਮ, ਕੌਮ ਜਾਂ ਇਲਾਕੇ ਨਾਲ ਸੰਬੰਧ ਰੱਖਦੇ ਨੇ, ਆਪਸ ਵਿੱਚ ਭਰਾ ਨੇ। ਅਤੇ ਇਹ ਵੀ ਇਸ ਜਿਹੜੀ ਵਾਲਤਾ ਦਾ ਸੁਨੇਹਾ ਹੈ। ਦਸਮ ਗੁਰੂ ਸਾਹਿਬ ਦਾ ਇਹ ਫਰਮਾਨ ਹੈ, ਦਸਮ ਗ੍ਰੰਥ ਅਕਾਲ ਉਸਤਤ ਅੰਗ 17 ਤੇ, ਮਾਨਸ ਕੀ ਜ਼ਾਤ ਸਭ ਏਕੇ ਪਹਿਚਾਨ ਵੋ। ਅਤੇ ਜਦੋਂ ਇਹ ਗੱਲ ਆ ਜਾਂਦੀ ਹੈ ਫਿਰ ਤਾਂ ਸਾਰੀਆਂ ਦੀਵਾਰਾਂ ਹੀ ਮਿਟ ਜਾਂਦੀਆਂ ਨੇ, ਸਾਰੀ ਤੋੜ ਫੋੜ ਖਤਮ ਹੋ ਜਾਂਦੀ ਹੈ। ਅਸੀਂ ਇੱਕ ਰੱਬ ਦੇ ਬੰਦੇ ਹਾਂ ਔਰ ਮਨੁੱਖੀ ਬਰਾਦਰੀ ਸਾਡੀ ਇੱਕ ਹੈ, ਸਾਡੇ ਮੁੱਢਲੇ ਮਾਂ ਬਾਪ ਇੱਕ ਨੇ, ਅਤੇ ਫਿਰ ਸਾਨੂੰ ਸਾਰਿਆਂ ਨੂੰ ਮਿਲ ਜੁਲ ਕੇ ਪਿਆਰ ਨਾਲ ਇੱਕ ਹੋ ਕੇ ਰਹਿਣਾ ਚਾਹੀਦਾ ਹੈ। ਤਾਂ ਹੀ ਸਾਡਾ ਸੱਚਾ ਸਾਹਿਬ, ਸਾਡਾ ਸੱਚਾ ਮਾਲਕ, ਸਾਡਾ ਸੱਚਾ ਅਕਾਲ ਪੁਰਖ ਸਾਡੇ ਤੋਂ ਖੁਸ਼ ਹੋਊਗਾ। ਜਿਵੇਂ ਕਿ ਦਸਮ ਗ੍ਰੰਥ ਅਕਾਲ ਉਸਤਤ ਅੰਗ 42 ਤੇ ਦਸਮ ਗੁਰੂ ਸਾਹਿਬ ਦਾ ਫਰਮਾਨ ਹੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ,
ਗੁਰੂ ਸਾਹਿਬ ਨੇ ਇਹ ਨਹੀਂ ਕਿਹਾ ਜਿਹਨੂੰ ਗੁਰਦੁਆਰਾ ਬਣਾਇਓ ਤਿਨ ਹੀ ਪ੍ਰਭ ਪਾਇਓ, ਜਿਹਨੂੰ ਮੰਦਿਰ ਬਣਾਇਓ ਤਿਨ ਹੀ ਪ੍ਰਭ ਪਾਇਓ, ਜਿਹਨੂੰ ਮਸਜਿਦ ਬਣਾਇਓ ਤਿਨ ਹੀ ਪ੍ਰਭ ਪਾਇਓ। ਜੇ ਰੱਬ ਨੂੰ ਪਾਉਣਾ ਚਾਹੁੰਦੇ ਹੋ, ਰੱਬ ਨੂੰ ਖੁਸ਼ ਕਰਨਾ ਚਾਹੁੰਦੇ ਹੋ, ਤਾਂ ਉਸ ਦੀ ਬਣਾਈ ਹੋਈ ਮਖਲੂਕ ਨਾਲ, ਉਸ ਦੀ ਬਣਾਈ ਹੋਈ ਇਨਸਾਨੀਅਤ ਨਾਲ, ਉਸ ਦੇ ਬਣਾਏ ਹੋਏ ਬੰਦਿਆਂ ਨਾਲ ਪ੍ਰੇਮ ਕਰੋ, ਉਹਨਾਂ 'ਚ ਪਿਆਰ ਪੈਦਾ ਕਰੋ, ਉਹਨਾਂ 'ਚ ਜੋੜ ਪੈਦਾ ਕਰੋ, ਤੋੜ ਨਾ ਪਾਓ, ਨਫ਼ਰਤ ਨਾ ਪਾਓ। ਤੇ ਇਸੇ ਚੀਜ਼ ਨੂੰ ਲੈ ਕੇ ਬਾਬਾ ਜੀ ਸਾਡੇ ਕੋਲ ਪਹੁੰਚੇ ਥੇ ਤੇ ਉਸੇ ਪਿਆਰ ਦਾ ਸੁਨੇਹਾ ਦੇਣ ਵਾਸਤੇ ਅੱਜ ਮਲੇਰਕੋਟਲੇ ਹਾਦਨਾਰ ਦੀ ਧਰਤੀ ਤੋਂ ਇੱਥੇ ਗੁਰਦੁਆਰਾ ਸਾਹਿਬ ਸਿੱਖ ਮੁਸਲਿਮ ਸਾਂਝਾਂ ਦੇ ਮੈਂਬਰ ਬਾਬਾ ਜੀ ਹੁਕਮ ਤੇ ਹਾਜ਼ਰ ਹੋਏ ਨੇ। ਜੀ ਜੀ ਜੀ। ਸੋ ਸਾਡੇ ਨਾਲ ਬਾਬਾ ਜੀ ਵੀ ਮੌਜੂਦ ਨੇ, ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰ ਲੈਂਦੇ ਹਾਂ। ਪਹਿਲਾਂ ਫਤਿਹ ਦੀ ਸਾਂਝ ਪਾ ਲੈਂਦੇ ਹਾਂ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਛਾ ਬਾਬਾ ਜੀ, ਕਿਸ ਸੋਚ ਨਾਲ ਅੱਜ ਮੁਸਲਮਾਨ ਭਾਈਚਾਰੇ ਨੂੰ ਇੱਥੇ ਬੁਲਾਇਆ? ਮਾਹੌਲ ਬੜਾ ਭਾਵੁਕ ਹੈਗਾ। ਮੈਨੂੰ ਤਾਂ 47 ਤੋਂ ਪਹਿਲਾਂ ਦੇ ਜਿਹੜੀਆਂ ਫਿਲਮਾਂ ਨੇ ਮੇਰੇ ਮਨ ਦੇ ਵਿੱਚ, ਮੇਰੇ ਅਚੇਤ ਮਨ ਦੇ ਵਿੱਚ ਉਹ ਘੁੰਮਦੇ ਨੇ, ਜਿਸ ਤਰੀਕੇ ਨਾਲ ਸਾਡੇ ਬਾਬੇ ਦਾਦੇ ਵੀ ਐਵੇਂ ਹੀ ਇਕੱਠੇ ਹੁੰਦੇ ਹੋਣਗੇ। ਮਹਾਰਾਜ ਦਾ ਫਰਮਾਨ ਆ, ਹੋਵੋ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲੈ ਬੁਲਾਈ, ਹਰ ਨਾਮੇ ਕੇ ਹੋਵੋ ਜੋੜੀ, ਗੁਰਮੁਖ ਵੈਸੋ ਸਫਾ ਵਸਾਈ। ਮਹਾਰਾਜ ਸਾਨੂੰ ਇੱਕ ਹੋਣ ਦਾ ਉਪਦੇਸ਼ ਦਿੰਦੇ ਨੇ। ਮਹਾਰਾਜ ਕਹਿੰਦੇ ਸਭੇ ਸਾਂਝੀ ਵਾਲ ਸਦਾਇਨ, ਕੋਈ ਨਾ ਦਿਸੇ ਬਾਹਰ ਆ ਜੀਓ। ਹਾਂਜੀ, ਅਸੀਂ ਜੇ ਬਾਣੀ ਪੜ੍ਹਦੇ ਹਾਂ, ਸਾਨੂੰ ਬਾਣੀ 'ਤੇ ਅਮਲ ਕਰਨ ਦੀ ਲੋੜ ਹੈ। ਬਾਣੀ ਕੋਈ ਨਹੀਂ ਕਹਿੰਦੀ ਵੀ ਤੂੰ ਹਿੰਦੂਆਂ ਨਾਲ ਨਫ਼ਰਤ ਕਰ, ਤੂੰ ਮੁਸਲਮਾਨਾਂ ਨਾਲ ਨਫ਼ਰਤ ਕਰ। ਬਾਣੀ ਸਾਨੂੰ ਪ੍ਰੇਮ ਕਰਨਾ ਸਿਖਾਉਂਦੀ ਹੈ। ਸੱਚ ਕਹੋ ਸੁਣ ਲਿਓ ਸਭੈ ਜਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਆਇਓ। ਗੱਲ ਪ੍ਰੇਮ ਦੀ ਹੈ। ਇਸੇ ਕਰਕੇ ਸਾਡੇ ਮਨ ਵਿੱਚ ਬਹੁਤ ਸਮੇਂ ਦੇ ਬਲਬਲੇ ਸੀਗੇ, ਸਾਰੀ ਸੰਗਤ ਦੇ। ਅਸੀਂ ਸੁਲਤਾਨਪੁਰ ਨੂੰ ਨਗਰ ਕੀਰਤਨ ਸਾਹਿਬ ਲੈ ਕੇ ਗਏ ਸੀ। ਮਲੇਰਕੋਟਲੇ ਇਹ ਸਾਰੇ ਮੁਸਲਮਾਨ ਭਾਈਚਾਰੇ ਨੇ ਸਾਡੇ ਵਾਸਤੇ ਲੰਗਰ ਲਾਇਆ। ਉਸ ਦਿਨ 'ਤੇ ਸਾਡੇ ਮਨ ਵਿੱਚ ਬਹੁਤ ਖਿਆਲ ਆਇਆ ਵੀ ਅਸੀਂ ਵੀ ਹਰ ਸਾਲ ਜਿਹੜਾ ਰੋਜ਼ੇ ਦਾ ਸਮਾਂ ਵੀ ਇੱਕ ਵਾਰੀ ਅਸੀਂ ਜ਼ਰੂਰ ਸੱਦਿਆ ਕਰੀਏ। ਉਹ ਕਰੋਨੇ ਵਗੈਰਾ ਦਾ ਹੋ ਗਿਆ, ਉਹ ਸਮਾਂ ਨਹੀਂ ਬਣ ਸਕਿਆ। ਐਤਕੀ ਸਮਾਂ ਬਣਿਆ। ਅਸੀਂ ਕਿਹਾ ਵੀ ਚਲੋ ਫਿਰ ਕੰਮਕਾਰ ਦਾ ਟਾਈਮ ਆ, ਅਸੀਂ ਇਹਨਾਂ ਨੂੰ ਜਾ ਕੇ ਮਿਲੇ। ਇਹਨਾਂ ਨੇ ਸਾਡੀ ਬੇਨਤੀ ਨੂੰ ਸਵੀਕਾਰ ਕੀਤਾ ਵੀ ਅਸੀਂ ਸਾਡੀ ਜਮਾਤ ਆਊਗੀ। ਸਾਨੂੰ ਬਹੁਤ ਚੰਗਾ ਲੱਗਿਆ। ਅਸੀਂ ਤਾਂ ਜਦੋਂ ਸਵੇਰੇ ਵੀ ਕਥਾ ਕਰਦੇ ਹਾਂ ਤਾਂ ਇਹੀ ਉਪਦੇਸ਼ ਦਿੰਦੇ ਹਾਂ, ਭਾਈ ਬਾਣੀ ਮਿਲ ਕੇ ਬੈਠਣ ਵਾਸਤੇ ਕਹਿੰਦੀ ਹੈ। ਫਿਰ ਸਾਡੇ ਦੇਖੋ ਜਿਵੇਂ ਹਰਿਮੰਦਰ ਸਾਹਿਬ ਹੈ, ਉਸ ਵੇਲੇ ਮਹਾਰਾਜ ਨੇ ਦੇਖੋ ਭਾਈ ਸਾਈਂ ਮੀਆਂ ਮੀਰ ਜੀ ਨੂੰ ਉਹਨਾਂ ਤੋਂ ਨੀਂਹ ਰਖਾਈ। ਹਾਂਜੀ, ਇਹ ਸੰਦੇਸ਼ਾ ਮਿਲਦਾ ਵੀ ਮਹਾਰਾਜ ਨੇ ਸਾਨੂੰ ਇੱਕ ਕਰਨ ਚਾਹਿਆ। ਜਦੋਂ ਗੁਰੂ ਸਾਹਿਬ ਜੀ ਮਾਸੀਵਾੜੇ ਤੋਂ ਰਵਾਨਾ ਹੋਏ ਅੱਗੇ ਨੂੰ, ਹਾਂਜੀ, ਉਸ ਵੇਲੇ ਗਨੀ ਖਾਂ ਅਤੇ ਨਵੀ ਖਾਂ ਇਹ ਮੂਹਰੇ ਲੱਗੇ। ਜਦੋਂ ਉੱਚਦੇ ਪੀਰ ਮਹਾਰਾਜ ਨੂੰ ਬਣਾ ਕੇ ਲੈ ਕੇ ਗਏ, ਸਿੱਖ ਵੀ ਹੈਗੇ ਸੀਗੇ, ਪਰ ਮਹਾਰਾਜ ਨੇ ਸਾਂਝੀਵਾਲ ਦਾ ਸੁਨੇਹਾ ਹੀ ਦੇਣਾ ਸੀਗਾ ਨਾ। ਮਹਾਰਾਜ ਉਹਨਾਂ ਦੇ ਘਰੇ ਵੀ ਰਹੇ। ਦੇਖੋ ਫਿਰ ਦੇਖੋ ਕਿਤਨੇ ਜਾਣੀ ਕੋਈ ਉਦਾਹਰਨਾਂ ਆਉਂਦੀਆਂ ਨੇ। ਪੀਰ ਬੁੱਧੂ ਸਾਹ ਜੀ ਹੈ, ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੇ ਉੱਪਰੋਂ ਆਪਣੇ ਪੁੱਤਰ ਵੀ ਵਾਰੇ। ਹਾਂਜੀ, ਅਤੇ ਇਸ ਕਰਕੇ ਸਾਡੇ ਮਨ ਦੇ ਵਿੱਚ ਇਹ ਖਿਆਲ ਸੀਗੇ ਸਾਰੀ ਸੰਗਤ ਦੇ ਹੀ। ਅਸੀਂ ਇਕੱਲੀ ਨਗਰ ਦੀ ਸੰਗਤ ਨਹੀਂ, ਇਲਾਕੇ ਦੀ ਸੰਗਤ ਜੁੜੀ ਹੋਈ ਹੈ ਨਾਲ। ਹਾਂਜੀ, ਸਾਰਿਆਂ ਦੇ ਮਨ ਵਿੱਚ ਬਹੁਤ ਵੱਡਾ ਬਲਬਲਾ। ਅਸੀਂ ਤਾਂ ਇਹ ਕਹਿੰਦੇ ਹਾਂ ਵੀ ਅਗਲੇ ਸਾਲ ਨੂੰ ਸਾਡੇ ਕੋਲ ਤੁਸੀਂ ਇਦੋਂ ਵੀ ਵੱਡੀ ਜਮਾਤ ਲੈ ਕੇ ਆਵੋ, ਜੇ ਅਸੀਂ ਜਿਉਂਦੇ ਰਹੀਏ। ਹਾਂਜੀ, ਤਾਂ ਇਦੋਂ ਵੀ ਵੱਡੀ ਜਮਾਤ ਲੈ ਕੇ ਆਓ। ਸਾਡੇ ਮਨ ਵਿੱਚ ਇਹ ਗੱਲ ਦੀ ਖੁਸ਼ੀ ਹੁੰਦੀ ਹੈ। ਅਸੀਂ ਸਾਰਿਆਂ ਦੀ ਜਾਂਦੇ ਹਾਂ, ਸਾਰਿਆਂ ਦੇ ਸਾਡਾ ਪ੍ਰੇਮ ਬਣਿਆ ਹੋਇਆ। ਸਾਡੇ ਵਾਸਤੇ ਕੋਈ ਹਿੰਦੂ ਉਹ ਨਹੀਂ ਮਾੜਾ, ਸਾਡੇ ਵਾਸਤੇ ਕੋਈ ਮੁਸਲਮਾਨ ਮਾੜਾ ਨਹੀਂ। ਮਾੜਾ ਤਾਂ ਮਨ ਹੀ ਹੈ, ਬੰਦਾ ਕੋਈ ਮਾੜਾ ਨਹੀਂ ਹੈ। ਪਰ ਬਾਬਾ ਜੀ, ਬਹੁਤ ਸਾਰੇ ਲੋਕਾਂ ਨੂੰ ਇਸ ਗੱਲੋਂ ਵੀ ਬੜੀ ਖਿਝ ਹੈਗੀ ਹੈ ਕਿ ਜੀ ਜਿਹੜੇ ਘੱਟ ਗਿਣਤੀਆਂ ਕੌਮ ਹੈਗੀ ਹੈ, ਇਹ ਇਕੱਠੇ ਹੋ ਰਹੇ ਨੇ, ਉਹਨਾਂ ਨੂੰ ਬੜੀਆਂ ਮਿਰਚਾਂ ਲੱਗ ਰਹੀਆਂ ਨੇ ਇਸ ਵੇਲੇ। ਉਹਨਾਂ ਦੀ ਸੌੜੀ ਸੋਚ ਹੈ। ਉਹਨਾਂ ਦਾ ਕਿਹਾ ਕੁਛ ਨਹੀਂ ਹੋਣਾ। ਮਹਾਰਾਜ ਕਹਿੰਦੇ ਕਰ ਹੈ ਰਾਮ ਹੋਏ ਹੈ ਸੋਏ, ਹਮਰਾ ਕੀਆ ਕਸੂ ਨਾ ਹੋਏ। ਹੋਣਾ ਕਿਸੇ ਦਾ ਕਿਹਾ ਕੁਛ ਨਹੀਂ, ਪਰ ਇੱਕ ਸੋਚਿਆ ਹੀ ਨਹੀਂ। ਕਰਦੇ ਕਰਦੇ ਜਦੋਂ ਤੋਂ ਦੁਨੀਆ ਸਾਜੀ ਆ ਉਸ ਵੇਲੇ ਤੋਂ ਹੀ ਚੱਲਦਾ ਆਉਂਦਾ। ਹਾਂਜੀ, ਅਤੇ ਕਿਸੇ ਤੋਂ ਕੁਛ ਹੋਇਆ, ਜਿਵੇਂ ਵਾਹਿਗੁਰੂ ਚਲਾਉਂਦਾ, ਅੱਲਾ ਖੁਦਾ ਚਲਾਉਂਦਾ, ਉਵੇਂ ਸਭ ਕੁਛ ਚੱਲਦਾ ਨਾ। ਕਿਸੇ ਦਾ ਕਿਹਾ ਕੁਛ ਨਹੀਂ ਹੋਣਾ। ਹੁਣ ਵੀ ਇਹ ਨਹੀਂ ਕੋਈ ਸਿੱਖਾਂ ਨੂੰ ਖਤਮ ਕਰ ਦਿਓ, ਕੋਈ ਮੁਸਲਮਾਨਾਂ ਨੂੰ ਖਤਮ ਕਰ ਦਿਓ, ਕੋਈ ਕਿਸੇ ਨਹੀਂ। ਇਹ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੋ ਰਿਹਾ ਸਾਰਾ ਕੁਛ। ਉਹਦੇ ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ, ਉਹਦੇ ਹੁਕਮ ਦੇ ਵਿੱਚ ਹੀ। ਬਾਬਾ ਜੀ, ਕਿਉਂਕਿ ਤੁਸੀਂ ਬੜੇ ਜਾਣਕਾਰ ਹੋ, ਬੜੇ ਵਿਦਵਾਨ ਹੈਗੇ ਹੋ, ਤੁਸੀਂ ਸਮਝ ਹੈਗੀ ਹੈ ਸਾਰੇ ਪਾਸਿਓਂ, ਧਾਰਮਿਕ ਸਾਡੇ ਨਾਲੋਂ ਕਿਤੇ ਜ਼ਿਆਦਾ ਤੁਸੀਂ ਅਧਿਐਨ ਕਰਦੇ ਹੋ। ਪਰ ਕਿਤੇ ਨਾ ਕਿਤੇ ਮੁਸਲਮਾਨਾਂ ਪ੍ਰਤੀ ਬਹੁਤ ਜ਼ਿਆਦਾ ਭ੍ਰਾਂਤੀਆਂ ਵੀ ਸਮਾਜ ਦੇ ਵਿੱਚ ਫੈਲਾਈਆਂ ਜਾ ਰਹੀਆਂ ਨੇ। ਮੈਂ ਤਾਂ ਇਹ ਵੀ ਸੁਣਿਆ ਕਿ ਜੀ ਮੁਸਲਮਾਨ ਤੇਲ ਦੇ ਵਿੱਚ ਬਾਂਹ ਪਾ ਲੇ ਅਤੇ ਉਹਦੇ ਬਾਂਹ ਨੂੰ ਜਿੰਨੇ ਤਿਲ ਲੱਗ ਜਾਣ, ਜੇਕਰ ਉਨੀਆਂ ਹੀ ਸੌਹਾਂ ਖਾਵੇ ਫਿਰ ਵੀ ਉਹਦਾ ਯਕੀਨ ਨਹੀਂ ਕਰਨਾ। ਨਹੀਂ, ਦੇਖੋ ਵੈਸੇ ਤਾਂ ਅਸੀਂ ਇਤਿਹਾਸ ਦੇ ਵਿੱਚ ਇੱਕ ਵਚਨ ਕਿਤੇ ਪੜ੍ਹਿਆ ਨਹੀਂ। ਹਾਂਜੀ, ਦੂਸਰੀ ਗੱਲ, ਜੇ ਮਹਾਰਾਜ ਨੇ ਕਿਹਾ ਵੀ ਹੈ, ਜੇ ਹੁਣ ਆਪਾਂ ਔਰੰਗਜ਼ੇਬ ਨੂੰ ਕਹਿੰਦੇ ਹੋ ਮੁਸਲਮਾਨ ਥੋੜ੍ਹੋ ਸੀ। ਜਿਨ੍ਹਾਂ ਨੇ ਝੂਠੀਆਂ ਸੌਹਾਂ ਖਾਧੀਆਂ ਹੋਣਗੀਆਂ ਮੁਸਲਮਾਨ ਨਹੀਂ ਸੀ ਹੈਗੇ। ਹਾਂਜੀ,
ਜਿਨ੍ਹਾਂ ਨੇ ਝੂਠੀਆਂ ਆਟੇ ਦੀਆਂ ਗਊਆਂ ਬਣਾ ਕੇ ਸੌਹਾਂ ਖਾਧੀ ਉਹ ਹਿੰਦੂ ਨਹੀਂ ਸੀ ਹੈ, ਉਹ ਸਤਾਨ ਸੀ। ਹਾਂਜੀ, ਉਹ ਅਸੀਂ ਵੈਸੇ ਅਸੀਂ ਇਤਿਹਾਸ 'ਚ ਪੜ੍ਹਿਆ ਨਹੀਂ। ਵੱਡੀ ਗੱਲ ਦੇ ਵਿੱਚ ਤਾਂ ਇਹ ਹੈ ਕਿ ਜੀ ਗੁਰੂ ਸਾਹਿਬ ਦਾ ਪਰਿਵਾਰ ਹੈ ਜਦੋਂ ਵੀ ਨਿਕਲਦਾ ਹੈ ਤਾਂ ਉਹ ਸਿੱਖ ਭਾਈਚਾਰੇ ਨਾਲੋਂ ਜ਼ਿਆਦਾ ਸਿੱਖ ਸ਼ਰਧਾਲੂ ਨਾਲੋਂ ਪਹਿਲਾਂ ਮੁਸਲਮਾਨਾਂ ਕੋਲ ਪਹੁੰਚਦੇ ਨੇ। ਹਾਂਜੀ, ਜਿਵੇਂ ਆਪਣੇ ਰੋਪੜ ਦਾ ਆਉਂਦਾ ਕੋਟੜਾ ਨਿਹੰਗ ਖਾਂ ਹੈ, ਉਹਨਾਂ ਦਾ ਇਤਿਹਾਸ ਜਿਉਂਦਾ ਜਾਗਦਾ, ਉਹਨਾਂ ਦੇ ਘਰ ਦਾ ਜਿੱਥੇ ਭਾਈ ਬਚਿੱਤਰ ਸਿੰਘ ਜੀ ਦੀ ਫੱਟੜ ਹੋਏ ਸੀ, ਉਹਨਾਂ ਦੀ ਉੱਥੇ ਸ਼ਹੀਦੀ ਹੋਈ, ਉਹਨਾਂ ਨੇ ਅਖੀਰਲੇ ਸਾਹ ਉੱਥੇ ਲਏ। ਉਹਨਾਂ ਦੇ ਘਰ ਜਿਹੜੀ ਲੜਕੀ ਸੀ ਉਹਦਾ ਨਾਂ ਮੁਮਤਾਜ਼, ਦੇਖੋ ਉਹਨੇ ਸਾਰੀ ਉਮਰ ਆਪਣਾ ਜੱਤ ਸੱਤ ਜੀਵਨ ਰੱਖਿਆ। ਕਹਿਣ ਲੱਗੇ ਵੀ ਬਸ ਇੱਕੋ ਪਤੀ ਹੁੰਦਾ, ਜੋ ਕਹਿਤਾ ਠੀਕ ਹੈ, ਉਹਨੇ ਸਾਰੀ ਉਮਰ ਵਿਆਹ ਨਹੀਂ ਕਰਾਇਆ। ਇਹ ਸਾਰੇ ਸਾਂਝੀਵਾਲ ਦੇ ਸਨੇਹ ਨੇ ਮਹਾਰਾਜ ਦੇ। ਹਾਂਜੀ ਹਾਂ। ਤੇ ਡਾਕਟਰ ਸਾਹਿਬ ਫਿਰ ਇਹ ਕਿੱਥੋਂ ਪੈਦਾ ਹੋਏ, ਇਦਾਂ ਦੀਆਂ ਭ੍ਰਾਂਤੀਆਂ ਪੈਦਾ ਕਿੱਥੋਂ ਹੋਈਆਂ? ਅੱਜ ਅਸੀਂ ਸਾਰੀ ਸੰਗਤ ਇਕੱਠੀ ਬੈਠੀ ਹੈ, ਇਹ ਇਦਾਂ ਦੀਆਂ ਭ੍ਰਾਂਤੀਆਂ ਪੈਦਾ ਕਰਨ ਵਾਲੇ ਕੌਣ ਲੋਕ ਨੇ? ਇਸ ਤਾਂ ਫੇਰ ਇਕੱਠੇ ਆ, ਓੜਕ ਸੱਚ ਰਹੀ। ਅਸਲ 'ਚ ਗੱਲ ਇਹ ਹੈ, ਜਿਹੜਾ ਮਨੂਵਾਦ ਦੀ ਸੋਚ ਹੈ ਨਾ, ਉਹ ਸ਼ੁਰੂ ਤੋਂ ਹੀ ਇਸ ਚੀਜ਼ ਦੇ ਵਿਰੁੱਧ ਰਹੀ ਹੈ। ਜਦੋਂ ਛੋਟੀ ਉਮਰ 'ਚ ਗੁਰੂ ਸਾਹਿਬ ਨੂੰ ਜਨੇਊ ਪਹਿਨਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਗੁਰੂ ਸਾਹਿਬ ਨੇ ਕਿਹਾ ਵੀ ਮੈਨੂੰ ਸੱਚ ਦਾ ਜਨੇਊ ਪਹਿਨਾਓ। ਜਦੋਂ ਉਹਨਾਂ ਨੇ ਦੇਖਿਆ ਵੀ ਸਾਡੇ 'ਚ ਇੱਕ ਨਵਾਂ ਇਨਕਲਾਬ ਆ ਰਿਹਾ, ਉਦੋਂ ਤੋਂ ਹੀ ਉਹ ਇਸ ਜਿਹੜੀ ਲਹਿਰ ਸੀ ਇਹਦੇ ਖਿਲਾਫ ਹੋਣੇ ਚਲੇ ਗਏ। ਔਰ ਜਿਹੜੀ ਤੁਸੀਂ ਗੱਲ ਕੀਤੀ ਹੈ, ਇਹ ਇਤਿਹਾਸ ਕਿਤੇ ਨਹੀਂ ਮਿਲਦੀ। ਬਾਬਾ ਜੀ ਨੇ ਸਹੀ ਕਿਹਾ, ਅਗਰ ਇਹ ਗੱਲ ਹੁੰਦੀ ਤਾਂ ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਮੁਸਲਮਾਨ ਮੋਮਦਿਲ ਹੋਵੇ ਇਹ ਲਿਖ ਕੇ ਕਿਉਂ ਦਰਜ ਕਰਦੀ? ਮਾਰੂ ਮਹੱਲਾ 5ਵਾਂ ਅੰਗ 1083 ਦਿਨ ਕਦੇ ਵੀ ਨਹੀਂ ਹੁੰਦੀ ਸੀ। ਇਹਦਾ ਮਤਲਬ ਇਹ ਗੁਰੂ ਸਾਹਿਬ ਦੀ ਕਹਿਣੀ ਔਰ ਕਰਨੀ 'ਚ ਫਰਕ ਸੀ। ਗੁਰੂ ਸਾਹਿਬ ਆਪ ਤਾਂ ਮੁਸਲਮਾਨਾਂ ਦੇ ਘਰ ਠਹਿਰ ਰਹਿਣ ਜਾ ਕੇ, ਉਹਦੇ ਜਿਹੜਾ ਕੋਟੜਾ ਨਿਹੰਗ ਖਾਂ ਦੇ ਬੇਟੇ ਦੀ ਸ਼ਾਦੀ ਸੀ, ਮੰਗਣੀ ਸੀ, ਉਹਦੇ ਆਲਮ ਖਾਂ ਦੇ ਘਰੇ ਪੂਰੀ ਪਰਿਵਾਰ ਸਮੇਤ 4 ਦਿਨ ਠਹਿਰੇ ਤੇ ਗੁਰੂ ਸਾਹਿਬ ਉੱਥੇ ਰਹਿ ਰਹੇ ਨੇ, ਭੋਜਨ ਵੀ ਛਕ ਰਹੇ ਨੇ ਤੇ ਟਾਈਮ ਵੀ ਗੁਜ਼ਾਰ ਰਹੇ ਨੇ ਤੇ ਦੂਸਰਿਆਂ ਨੂੰ ਉਪਦੇਸ਼ ਦੇਣਗੇ ਵੀ ਤੁਸੀਂ ਮੁਸਲਮਾਨ ਦਾ ਯਕੀਨ ਨਹੀਂ ਕਰਨਾ। ਇਹਨਾਂ ਨਾਲ ਗੁਰੂ ਸਾਹਿਬ ਦੀ ਕਹਿਣੀ ਔਰ ਕਰਨੀ 'ਚ ਫਰਕ ਸੀ। ਇੱਦਾਂ ਨਹੀਂ ਹੈਗਾ, ਜੇ ਇੱਦਾਂ ਹੁੰਦਾ ਤਾਂ ਪੰਜਵੀਂ ਪਾਤਸ਼ਾਹੀ ਕਦੇ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ ਮੁਸਲਮਾਨਾਂ ਦੀ ਸੱਤ ਮੁਸਲਮਾਨਾਂ ਦੀ ਬਾਣੀ ਦਰਜ ਨਾ ਕਰਦੇ ਤੇ ਸ਼੍ਰੀ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਇੱਕ ਮੁਸਲਮਾਨ ਤੋਂ ਨਾ ਰਖਾਉਂਦੇ। ਤੇ ਜਦੋਂ ਗੁਰੂ ਸਾਹਿਬ ਨੂੰ ਉੱਚਦਾ ਪੀਰ ਬਣਾ ਕੇ ਲੈ ਕੇ ਗਏ ਗਨੀ ਖਾਂ ਤੇ ਨਬੀ ਖਾਂ, ਤਾਂ ਆਲਮਗੀਰ ਜਦੋਂ ਉਹਨਾਂ ਨੂੰ ਗੁਰੂ ਸਾਹਿਬ ਵਿਦਾ ਕਰਨ ਲੱਗੇ ਤਾਂ ਉਹਨਾਂ ਨੂੰ ਇੱਕ ਹੁਕਮਨਾਮਾ ਬਖਸ਼ਿਆ ਜਿਹਦੇ 'ਚ ਲਿਖਿਆ ਕਿ ਗਨੀ ਖਾਂ ਤੇ ਨਬੀ ਖਾਂ ਸਾਨੂੰ ਪੁੱਤਰਾਂ ਨਾਲੋਂ ਵੱਧ ਕੇ ਪਿਆਰੇ ਨੇ, ਸਾਡਾ ਸਿੱਖ ਖਾਲੀ ਹੱਥ ਇਹਨਾਂ ਨੂੰ ਦਰਸ਼ਨ ਨਾ ਦੇਵੇ। ਸਿੱਖ ਇਤਿਹਾਸ ਪੰਨਾ ਨੰਬਰ 426, ਮਾਲਵਾ ਇਤਿਹਾਸ ਭਾਗ ਪਹਿਲਾ ਪੰਨਾ ਨੰਬਰ 110। ਜਦੋਂ ਉਹ ਇੱਕ ਕਿਤਾਬ ਆਈ ਹੈ, ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ, ਇੱਕ ਖੱਤ ਭਾਈ ਤਾਰੂ ਸਿੰਘ ਦੇ ਵਾਰਸਾਂ ਦੇ ਨਾਮ, ਉਹਦੇ ਵਿੱਚ ਲਿਖਿਆ ਹੈ ਵੀ ਜਦੋਂ ਨਬੀ ਖਾਂ ਤੇ ਗਨੀ ਖਾਂ ਇਹ ਹੁਕਮਨਾਮਾ ਗੁਰੂ ਸਾਹਿਬ ਦਾ ਬਖਸ਼ਿਆ ਹੋਇਆ ਲੈ ਕੇ ਆਪਣੇ ਘਰ ਪਹੁੰਚਦੇ ਨੇ ਤਾਂ ਨਬੀ ਖਾਂ ਦੀ 5-6 ਸਾਲ ਦੀ ਬੱਚੀ ਪੁੱਛਦੀ ਹੈ ਵੀ ਤਾਂ ਅੱਬਾ ਜਾਨ ਇਹ ਤੁਸੀਂ ਕੀ ਲੈ ਕੇ ਆਏ, ਤੁਹਾਡੇ ਹੱਥ 'ਚ ਕੀ ਹੈ? ਤਾਂ ਉਹਨੇ ਕਿਹਾ ਵੀ ਇਹ ਹੁਕਮਨਾਮਾ ਬਖਸ਼ਿਆ ਸਾਨੂੰ ਦਸਮ ਗੁਰੂ ਸਾਹਿਬ ਨੇ, ਉਹਨਾਂ ਨੇ ਸਾਨੂੰ ਆਪਣੇ ਪੁੱਤਰ ਕਿਹਾ। ਕਹਿੰਦੇ ਜੇ ਤੁਹਾਨੂੰ ਪੁੱਤਰ ਕਿਹਾ ਤਾਂ ਮੈਂ ਪੁੱਤਰ ਹੀ ਹੋਈ। ਤਾਂ ਉਹਨਾਂ ਦੇ ਪਿਤਾ ਜੀ ਕਹਿਣ ਲੱਗੇ, ਨਬੀ ਖਾਂ ਗਨੀ ਖਾਂ ਲੱਗੇ ਕਿ ਹਾਂ ਐਸਾ ਹੀ ਹੈ। ਤਾਂ ਉਹ ਬੱਚੀ ਨੇ ਉਹ ਜਿਹੜਾ ਹੁਕਮਨਾਮਾ ਸੀ ਗੁਰੂ ਸਾਹਿਬ ਦਾ ਆਪਣੇ ਹੱਥ 'ਚ ਲੈ ਲਿਆ ਆਪਣੇ ਪਿਤਾ ਤੋਂ ਤੇ ਉਹਨੂੰ ਬਾਰ-ਬਾਰ ਚੁੰਮ ਰਹੀ ਹੈ ਤੇ ਚੁੰਮਦੀ ਹੋਈ ਗਾਉਂਦੀ ਹੈ ਔਰ ਘੁੰਮਦੀ ਹੈ। ਕਹਿੰਦੀ ਹੈ, ਕੀ ਗਾਉਂਦੀ ਆ ਉਹ? ਮੈਂ ਪੋਤੀ ਮੈਂ ਆਬਦਾਰ ਮੋਤੀ, ਮੈਂ ਪ੍ਰੀਤ ਸੰਗ ਪਰੋਤੀ, ਮੈਂ ਜੋਤ ਸੰਗ ਜੋਤੀ, ਮੈਂ ਪੋਤੀ। ਤੁਸੀਂ ਕਲਪਨਾ ਕਰੋ ਇਸ ਪਿਆਰ ਦੀ, ਹੈ ਨਾ। ਤੇ ਇਹ ਸਾਡਾ ਇਤਿਹਾਸ ਹੈ ਜਿਹੜਾ ਜਾਣਬੁੱਝ ਕੇ ਇੱਕ ਭੈੜੀ ਸੋਚ ਵਾਲੇ ਲੋਕਾਂ ਵੱਲੋਂ ਸਾਡੇ ਅੱਖਾਂ ਤੋਂ ਓਹਲੇ ਕੀਤਾ ਗਿਆ। ਜੋ ਸਾਨੂੰ ਅੱਜ ਪੜ੍ਹਾਇਆ ਜਾ ਰਿਹਾ ਹੈ ਉਹ ਇਤਿਹਾਸ ਨਹੀਂ ਹੈ, ਉਹ ਇਤਿਹਾਸ ਦੇ ਪੰਨਿਆਂ 'ਚ ਨਹੀਂ ਮਿਲਦਾ, ਉਹ ਮਿਥਿਹਾਸ ਹੈ। ਇਤਿਹਾਸ ਤਾਂ ਇਹ ਹੈ ਜਿਹੜਾ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦਰਜ ਕੀਤਾ ਤੇ ਹੁਕਮਨਾਮਾ ਬਖਸ਼ਿਆ। ਅੱਜ ਵੀ ਉਹ ਜਿਹੜਾ ਹੁਕਮਨਾਮਾ ਉੱਥੇ ਪਿਆ ਹੈ, ਆਪਣੇ ਦੇਖ ਸਕਦੇ ਗਨੀ ਖਾਂ ਨਬੀ ਖਾਂ ਜਿਹੜਾ ਗੁਰਦੁਆਰਾ, ਉਹਦੇ 'ਚ ਹੁਕਮਨਾਮਾ ਬਖਸ਼ਿਆ ਹੋਇਆ ਗੁਰੂ ਸਾਹਿਬ ਦਾ ਪਿਆ ਹੈ। ਤੇ ਇਸ ਤਰ੍ਹਾਂ ਦੀਆਂ ਸੋਚਾਂ ਨੇ ਜਿਹੜੇ ਡਿਵਾਈਡ ਐਂਡ ਰੂਲ ਅੰਗਰੇਜ਼ਾਂ ਤੋਂ ਚੱਲੇ ਆ ਰਿਹਾ ਹੈ, ਉਸੇ ਚੀਜ਼ ਨੂੰ ਮਨੂਵਾਦੀ ਸੋਚ ਨੇ ਫੜਿਆ ਹੋਇਆ। ਉਹ ਇਸ ਤਰ੍ਹਾਂ ਦੀਆਂ ਭੈੜੀਆਂ ਗੱਲਾਂ, ਝੂਠੀਆਂ ਗੱਲਾਂ ਸਾਡੇ ਇਤਿਹਾਸ 'ਚ ਮਿਲਾ ਕੇ ਸਾਡੇ 'ਚ ਭਰਮ ਭੁਲੇਖੇ ਪਾਉਣ ਦੀ ਕੋਸ਼ਿਸ਼ ਕਰਦੇ ਨੇ। ਲੇਕਿਨ ਜਿਵੇਂ ਤੁਸੀਂ ਕਿਹਾ, ਕੂੜ ਨਿਖੱਟੇ ਨਾਨਕਾ ਓੜਕ ਸੱਚ ਰਹੀ। ਯਾਦ ਰੱਖੋ, ਸੱਚ ਨੂੰ ਤੁਸੀਂ ਝੂਠ ਨਾਲ ਕੁਝ ਦੇਰ ਵਾਸਤੇ ਦਬਾ ਸਕਦੇ ਹੋ ਪਰ ਮਿਟਾ ਨਹੀਂ ਸਕਦੇ। ਆ ਦੇਖੋ ਅਸੀਂ ਫਿਰ ਇਕੱਠੇ ਹਾਂ, ਅਸੀਂ ਬਾਬਾ ਜੀ ਸਾਡੇ ਨਾਲ ਨੇ, ਸੰਦਾਲੀ ਇਕੱਠੇ ਬੈਠੇ ਹਾਂ, ਕੋਈ ਚੱਕਰ ਨਹੀਂ। ਜੀ ਸੋ ਇੱਥੇ ਮਾਹੌਲ ਬੜਾ ਭਾਵੁਕ ਮਾਹੌਲ ਬਣਿਆ ਹੋਇਆ ਹੈ। ਸੰਗਤ ਵੀ ਹੈ, ਸੰਗਤ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਵਿਚਾਰਾਂ ਦੀ ਸਾਂਝ ਪਾਉਣੇ, ਕਿਉਂਕਿ ਅੱਜ ਇੱਥੇ ਨਾ ਸਿਰਫ ਜੈਨਪੁਰ ਦੀ ਸੰਗਤ, ਸਗੋਂ ਆਲੇ ਦੁਆਲੇ ਦੇ 10-15 ਪਿੰਡਾਂ ਦੀ ਜਿਹੜੀ ਸੰਗਤ ਹੈਗੀ ਹੈ, ਉਹਨਾਂ ਦੇ ਮੋਤਬਰ ਹੈਗੇ, ਉਹ ਵੀ ਇੱਥੇ ਇਕੱਠੇ ਹੋਏ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਕੀ ਨਾਂ ਹੈ ਜੀ? ਹਰਭਜਨ ਸਿੰਘ ਜੀ। ਅੱਛਾ, ਕਿੱਥੋਂ ਆਏ ਹੋ ਤੁਸੀਂ? ਮੋਹਾਲੀ ਤੋਂ ਆਏ ਜੀ। ਅੱਛਾ, ਪਿੰਡ ਮੋਹਾਲੀ ਤੋਂ। ਕਿਹੋ ਜਿਹਾ ਮਾਹੌਲ ਹੈ? ਬਹੁਤ ਕੁਝ ਤੁਸੀਂ ਬੜੇ ਗੌਰ ਨਾਲ ਦੇਖ ਰਹੇ ਸੀ, ਅੱਖਾਂ 'ਚ ਤੁਹਾਡੇ ਮੈਨੂੰ ਲੱਗਦਾ ਕਿ ਹੰਝੂ ਨੇ। ਬੜੇ ਭਾਵੁਕ ਮਾਹੌਲ ਹੈ ਇਸ ਵੇਲੇ, ਕੀ ਚੱਲ ਰਿਹਾ ਮਨ ਦੇ ਵਿੱਚ? ਇਹੋ ਜਿਹਾ ਜੀ ਮਾਹੌਲ 1947 ਜਿਵੇਂ ਤੁਸੀਂ ਦੱਸਦੇ ਹੋ ਪਹਿਲੀ ਵਾਰ ਦੇਖਿਆ ਜੀ। ਇੰਨਾ ਖੁਸ਼ ਹੈ ਮਨ ਵੀ ਇਸ ਰੋਟ ਅਸੀਂ ਭਾਈ ਇਕੱਠੇ ਰਹੀਏ, ਅਸੀਂ ਇੱਕ ਮੁੱਠ ਰਹੀਏ। ਸਾਨੂੰ ਪਾੜਨ ਵਾਲੇ ਲੋਕ ਬਹੁਤ ਨੇ
ਪਰ ਅਸੀਂ ਪਾੜਦੇ ਨਹੀਂ ਹੈਗੇ। ਇੱਥੋਂ ਸਾਨੂੰ ਉਦਾਹਰਨ ਮਿਲਦੀ ਹੈ ਵੀ ਸਿੱਖ ਤੇ ਮੁਸਲਮਾਨ ਦਾ ਕਿੰਨਾ ਪਿਆਰ ਹੈ ਜੀ। ਜੀ ਜੀ ਤੁਹਾਡਾ ਕੀ ਨਾਮ ਹੈ? ਦਰਸ਼ਨ ਸਿੰਘ। ਅੱਛਾ ਜੀ, ਤੁਸੀਂ ਸਰਪੰਚ ਹੋ? ਨਹੀਂ ਜੀ, ਪਿੰਡ ਰਾਮਪੁਰ। ਅੱਛਾ, ਰਾਮਪੁਰ ਤੋਂ ਆਏ। ਹਾਂਜੀ, ਆੜਤੀ ਸਾਹਿਬ। ਕੀ ਕਹੋਗੇ ਦਰਸ਼ਨ? ਇੱਦਾਂ ਜੀ ਪਿਆਰ ਹੈ ਇੰਨਾ ਆਪਸ ਵਿੱਚ ਹੀ ਆਪਣੇ ਭਾਈਚਾਰਿਆਂ ਦਾ ਪਹਿਲਾਂ ਤੋਂ ਲੈ ਕੇ ਜੀ, ਜਿਵੇਂ ਡਾਕਟਰ ਸਾਹਿਬ ਨੇ ਦੱਸਿਆ, ਇਹ ਤਾਂ ਕੁਛ ਲੋਕ ਜਾਣ ਬੁੱਝ ਕੇ ਆਪਾਂ ਨੂੰ ਇਹੀਆਂ ਜਿਹੀਆਂ ਗੱਲਾਂ ਫੈਲਾਉਂਦੇ ਨੇ, ਨਫ਼ਰਤ ਪੈਦਾ ਕਰ ਦਿੰਦੇ ਨੇ। ਜਦ ਸਾਡੇ ਗੁਰੂ ਨੇ ਬੁੱਕਲ 'ਚ ਰਹਿ ਲਿਆ ਮੁਸਲਮਾਨ ਭਾਈਚਾਰਾ, ਅਸੀਂ ਕੌਣ ਆ ਕੱਢਣ ਵਾਲੇ? ਹਾਂਜੀ, ਅਸੀਂ ਤਾਂ ਆਪਣੇ ਗੁਰੂਆਂ ਦੇ ਉਪਦੇਸ਼ ਮੁਤਾਬਕ ਚੱਲਣਾ। ਉਹਨਾਂ ਨੇ ਬੁੱਕਲਾਂ 'ਚ ਲੈ ਲਏ, ਗੁਰੂ ਗ੍ਰੰਥ ਸਾਹਿਬ 'ਚ ਜਿਵੇਂ ਦੱਸਿਆ ਇਹਨਾਂ ਨੇ ਭਗਤਾਂ ਦੀ ਬਾਣੀ ਵਿੱਚ ਦਰਜ ਕੀਤੀ ਹੋਈ ਹੈ ਜੀ। ਇਸ ਕਰਕੇ ਇਹੋ ਜਿਹਾ ਬਾਬਾ ਜੀ ਨੂੰ ਬੇਨਤੀ ਹੈ, ਹਰੇਕ ਸਾਲ ਇਵੇਂ ਜਿਵੇਂ ਬਾਬਾ ਜੀ ਮੂਹਰੇ ਲੱਗਣ, ਅਸੀਂ ਪਿੱਛੇ ਆਪਾਂ ਇਵੇਂ ਜਿਵੇਂ ਹਰੇਕ ਸਾਲ ਵੱਧ ਤੋਂ ਵੱਧ ਕਰਦੇ ਰਹੀਏ। ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਕਦਮ ਹੈਗਾ ਜੈਨਪੁਰ ਵੱਲੋਂ, ਖਾਸ ਕਰਕੇ ਬਾਬਾ ਜੀ ਵੱਲੋਂ ਚੁੱਕਿਆ ਗਿਆ ਇਹ ਕਦਮ ਹੈ ਜਿਹੜਾ ਉਹ ਇਤਿਹਾਸਿਕ ਹੋਏਗਾ। ਕੁਝ ਕੁ ਹੋਰ ਲੋਕ ਵੀ ਨੇ ਜਿਹੜੇ ਕਿ ਵਿਚਾਰਾਂ ਦੀ ਸਾਂਝ ਸਾਡੇ ਨਾਲ ਪਾਉਣਾ ਚਾਹੁੰਦੇ ਨੇ। ਤੁਹਾਡਾ ਕੀ ਨਾਮ ਹੈ? ਸੱਤਰ ਸਿੰਘ ਹੈ ਜੀ ਮੇਰਾ ਨਾਮ। ਅੱਛਾ, ਨਛੱਤਰ ਜੀ ਕਿੱਥੋਂ ਆਏ? ਮੇਰਾ ਪਿੰਡ ਈਸੜਾ ਜੀ ਨਜ਼ਦੀਕ ਹੀ ਆ। ਅੱਛਾ, ਈਸੜਾ। ਤੁਸੀਂ ਅੱਜ ਇੱਥੇ ਜੈਨਪੁਰ ਗੁਰਦੁਆਰਾ ਸਾਹਿਬ ਦੇ ਵਿੱਚ ਕੀ ਮਨ ਦੇ ਵਿੱਚ ਕੀ ਲੈ ਕੇ ਆਏ ਹੋ? ਅੱਜ ਜੀ ਸਾਨੂੰ ਬਾਬਾ ਜੀ ਨੇ, ਬਾਬਾ ਅਮਰਜੀਤ ਸਿੰਘ ਨੇ, ਸਤਿਕਾਰਯੋਗ ਮਹਾਂਪੁਰਸ਼ ਨੇ ਸਾਨੂੰ ਸਵੇਰੇ ਹੁਕਮ ਕੀਤਾ ਵੀ ਆਪਾਂ ਆਪਣੇ ਜਿਹੜੇ ਮੁਹੰਮਦਨ ਵੀਰ ਨੇ, ਜਿਨ੍ਹਾਂ ਦੀ ਬਹੁਤ ਵੱਡੀਆਂ ਸੇਵਾਵਾਂ ਨੇ ਇਸ ਸਮਾਜ ਦੇ ਵਿੱਚ, ਜਿਸ ਤਰ੍ਹਾਂ ਦਿੱਲੀ ਕਿਸਾਨ ਮੋਰਚੇ ਦੇ ਵਿੱਚ ਬਹੁਤ ਵੱਡੇ ਲੰਗਰ ਲਾਏ ਤੇ ਫਤਿਹਗੜ੍ਹ ਸਾਹਿਬ ਵੀ ਲੰਗਰ ਲਾਉਂਦੇ ਨੇ, ਆਪਾਂ ਉਹਨਾਂ ਦਾ ਅੱਜ ਜਿਹੜਾ ਰੋਜ਼ਾ ਹੈ ਆਪਾਂ ਇੱਥੇ ਗੁਰਦੁਆਰਾ ਸਾਹਿਬ ਲਿਆ ਕੇ ਖਿਲਾਉਣਾ ਹੈ। ਤੇ ਫਿਰ ਜਦੋਂ ਇਹ ਹੁਕਮ ਬਾਬਾ ਜੀ ਨੇ ਦਿੱਤਾ, ਫਿਰ ਉਸ ਤੋਂ ਬਾਅਦ ਫੌਰਨ ਮਨ ਦੇ ਵਿੱਚ ਕੀ ਆਇਆ? ਸਾਡੇ ਨਾਲ ਉਹ ਜ਼ਰੂਰ ਸਾਂਝੀ ਕਰੋ ਗੱਲ। ਮਨ ਦੇ ਵਿੱਚ ਫੌਰਨ ਸਾਡੇ ਜੀ ਬੇਅੰਤ ਬਹੁਤ ਖੁਸ਼ੀ ਹੋਈ, ਬਹੁਤ ਮਨ ਨੂੰ ਮਾਣ ਸਨਮਾਨ ਮਿਲਿਆ, ਕਿਉਂਕਿ ਅੱਜ ਹਿੰਦੂ ਤੇ ਸਿੱਖ ਆਪਸ ਵਿੱਚ ਬਹਿ ਕੇ ਜਦੋਂ ਆਪਣੇ ਭਰਾਵਾਂ ਦਾ ਰੋਜ਼ਾ ਖਿਲਾਉਣਗੇ, ਮਨ ਦੇ ਵਿੱਚ ਬੜਾ ਚਾਅ ਪੈਦਾ ਹੁੰਦਾ ਤੇ ਸਮੁੱਚੀ ਕੌਮ ਨੂੰ, ਸਮੁੱਚੇ ਸਮਾਜ ਨੂੰ ਬੜਾ ਵੱਡਾ ਸੰਦੇਸ਼ ਜਾਂਦਾ। ਕਿਉਂਕਿ ਹਿੰਦੂ, ਮੁਸਲਮ, ਸਿੱਖ, ਈਸਾਈ ਆਪਸ ਦੇ ਵਿੱਚ ਭਾਈ ਸਾਡੇ ਗੁਰੂ ਸਾਹਿਬਾਨਾਂ ਨੇ ਵੀ ਇਹ ਸਾਨੂੰ ਸੰਦੇਸ਼ ਦਿੱਤਾ, ਭਾਈ ਸਾਰੇ ਉਸ ਪਰਮਾਤਮਾ ਦੀ ਅੰਸ਼ ਨੇ। ਅੱਬਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਸਾਰੇ ਉਸ ਕਾਲ ਵਾਹਿਗੁਰੂ ਦਾ ਨੂਰ ਨੇ। ਸਾਰਿਆਂ ਧਰਮਾਂ ਦੇ ਵਿੱਚ ਉਹਦੀ ਜੋਤ ਵਸਦੀ ਹੈ। ਇਹ ਤਾਂ ਸਮੇਂ ਦੇ ਹਾਕਮਾਂ ਨੇ ਜਾਂ ਜਿਵੇਂ ਸਮਾਂ ਵਰਤਦਾ ਗਿਆ ਭਾਈ ਪਾੜੇ ਪੈਂਦੇ ਗਏ। ਕੋਈ ਵੀ ਧਰਮ, ਸਾਰੇ ਧਰਮ ਚੰਗੇ ਨੇ, ਕਿਸੇ ਧਰਮ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ। ਚੰਗਾ ਬੰਦਾ ਉਹੀ ਹੁੰਦਾ ਜਿਹੜਾ ਆਪਦੇ ਧਰਮ ਨੂੰ ਚੰਗਾ ਬਣਾਵੇ, ਦੂਜੇ ਧਰਮ ਨੂੰ ਮਾੜਾ ਨਾ ਕਹੇ। ਕਿਉਂਕਿ ਸਾਰੇ ਚਾਰ ਧਰਮ ਮੇਨ ਨੇ, ਹਿੰਦੂ, ਸਿੱਖ, ਈਸਾਈ ਤੇ ਮੁਹੰਮਦਨ, ਸਾਰੇ ਚੰਗੇ ਧਰਮ ਨੇ ਤੇ ਸਾਰੇ ਧਰਮ ਦਾ ਆਪਾਂ ਨੂੰ ਸਤਿਕਾਰ ਕਰਨਾ। ਜਾਂ ਜਿਸ ਤਰ੍ਹਾਂ ਅੱਜ ਤੁਸੀਂ ਰੋਜ਼ਾ ਖਿਲਾਉਣ ਬਾਬਾ ਜੀ ਨੇ ਉਪਰਾਲਾ ਕੀਤਾ, ਸਮੁੱਚੇ ਨਗਰ ਨਾਲ ਸਾਨੂੰ ਵੀ ਸੱਦਾ ਪੱਤਰ ਦਿੱਤਾ, ਬੜੇ ਮਨ ਨੂੰ ਬੇਅੰਤ ਖੁਸ਼ੀਆਂ ਪ੍ਰਾਪਤ ਹੋਈਆਂ ਨੇ। ਅਸੀਂ ਤਾਂ ਬਾਬਾ ਜੀ ਨੂੰ ਇਹ ਕਹਿੰਦੇ ਹਾਂ ਵੀ ਅੱਗੇ ਵਾਸਤੇ ਆਪਾਂ ਹੋਰ ਵੀ ਵੱਡਾ ਇਕੱਠ ਕਰਕੇ ਸਤਿਕਾਰ ਕਰਾਂਗੇ। ਮਨ ਨੂੰ ਬਹੁਤ ਖੁਸ਼ੀਆਂ ਪ੍ਰਾਪਤ ਹੋਈਆਂ। ਜੀ, ਬਹੁਤ ਬਹੁਤ ਸ਼ੁਕਰੀਆ। ਤੁਹਾਡਾ ਕੀ ਨਾਮ ਹੈ? ਮੇਰਾ ਨਾਮ ਸੁਖਵਿੰਦਰ ਸਿੰਘ ਹੈ। ਕਿੱਥੋਂ ਆਏ ਹੋ ਤੁਸੀਂ? ਮੇਰਾ ਪਿੰਡ ਟਟੋਗਲ ਹੈ ਜੀ। ਅੱਛਾ, ਟਟੋਗਲ ਤੋਂ ਆਏ ਹੋ। ਜੀ ਇਹ ਮਾਸਟਰ ਸਟੇਟ ਅਵਾਰਡ ਜੇਤੂ ਅਧਿਆਪਕ ਨੇ ਪੰਜਾਬ ਦੇ। ਜੀ ਇਹਨਾਂ ਨਾਲ ਵੀ ਵਿਚਾਰਾਂ ਦੀ ਸਾਂਝ ਪਾਉਣੇ ਆ। ਕੀ ਕਹੋਗੇ ਤੁਸੀਂ? ਅੱਜ ਬਾਬਾ ਅਮਰਜੀਤ ਸਿੰਘ ਜੀ ਦਾ ਜਦੋਂ ਸਾਨੂੰ ਮੈਸੇਜ ਮਿਲਿਆ ਵੀ ਆਪਾਂ ਨੇ ਮੁਸਲਮਾਨ ਭਰਾਵਾਂ ਦਾ ਰੋਜ਼ਾ ਖਿਲਵਾਉਣਾ ਹੈ, ਤੇ ਮਨ 'ਚ ਬਹੁਤ ਖੁਸ਼ੀ ਹੋਈ, ਕਿਉਂਕਿ ਇਹ ਸਾਡੇ ਮਤਲਬ ਏਰੀਆ ਦੇ ਵਿੱਚ ਪਹਿਲੀ ਵਾਰੀ ਹੋ ਰਿਹਾ ਹੈਗਾ। ਬਾਬਾ ਜੀ 47 ਤੋਂ ਬਾਅਦ ਪਹਿਲੀ ਵਾਰ ਰੌਣਕਾਂ ਨੇ ਜਿਹੜੀਆਂ ਅਸੀਂ ਇਹ ਕਹਾਂਗੇ ਕਿ ਗੁਰੂ ਘਰ ਦੇ ਵਿੱਚ ਬਖਸ਼ੀਆਂ ਨੇ। ਬਿਲਕੁਲ ਜੀ, ਇਹ ਜਿਹੜਾ ਸਾਂਝੀ ਵਾਲਤਾ ਦਾ ਭਾਈਚਾਰਕ ਸਾਂਝ ਹੈ ਜਿਹੜੀ ਅਸੀਂ ਮਤਲਬ ਹੁਣ ਅਸੀਂ ਪਹਿਲੀ ਵਾਰ ਦੇਖ ਰਹੇ ਹਾਂਗੇ। ਮੇਰੀ ਉਮਰ 'ਚ ਤਾਂ ਮੈਂ ਪਹਿਲੀ ਵਾਰ ਦੇਖ ਰਿਹਾ। ਉਸ ਤੋਂ ਪਹਿਲਾਂ ਹੁੰਦਾ ਹੋਵੇ ਹੈ ਨਾ, ਜਿਸ ਤਰ੍ਹਾਂ ਤੁਸੀਂ ਮਤਲਬ 47 ਤੋਂ ਪਹਿਲਾਂ ਦਾ ਟਾਈਮ ਸਾਡੇ ਯਾਦ ਕਰਵਾ ਰਹੇ ਹੋਗੇ। ਅੱਜ ਸਾਨੂੰ ਲੱਗਦਾ ਵੀ ਸਾਡੇ ਦਾਦੇ ਪੜਦਾਦੇ ਵੀ ਹੋ ਸਕਦਾ ਇਸ ਤਰ੍ਹਾਂ ਹੀ ਰਲ ਕੇ ਬੈਠਦੇ ਹੋਣ। ਤੇ ਇਹ ਅਸੀਂ ਬਾਬਾ ਜੀ ਨੂੰ ਬੇਨਤੀ ਕਰਦੇ ਹਾਂ ਕਿ ਜਿਹੜੇ ਇੱਦਾਂ ਦੇ ਸਮਾਗਮ ਨੇ ਤੁਸੀਂ ਕਰਦੇ ਰਹੋ, ਸਾਡੇ ਮੋਢੀ ਹੋ ਕੇ ਅੱਗੇ ਚੱਲੋ, ਅਸੀਂ ਤੁਹਾਡੇ ਨਾਲ ਆਂਗੇ। ਜੀ, ਇਹ ਭਾਈਚਾਰਕ ਸਾਂਝ ਹੈ ਜਿਹੜੀ ਸਾਡੀ ਹੋਰ ਗੂੜੀ ਹੋਣੀ ਚਾਹੀਦੀ। ਜੀ, ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਦੇ ਲਈ। ਸੋ ਜਿਹੜਾ ਅਸੀਂ ਤੁਹਾਡੀ ਗੱਲਬਾਤ ਕਰਵਾ ਦਿੰਦੇ ਆ। ਜਿਹੜੇ ਸਰਪੰਚ ਸਾਹਿਬ ਨੇ, ਸਭ ਦੀ ਇਹੀ ਗੱਲ ਹੈ ਕਿ ਸਰਪੰਚ ਸਾਹਿਬ ਦੀ ਗੱਲ ਵੀ ਜ਼ਰੂਰ ਸੁਣੀ ਜਾਵੇ। ਸਰਪੰਚ ਸਾਹਿਬ, ਕੀ ਕਹੋਗੇ ਇਸ ਉਪਰਾਲੇ ਨੂੰ? ਬਾਬਾ ਜੀ ਨੇ ਬੜਾ ਵੱਡਾ ਉਦਮ ਲਿਆ। ਬਹੁਤ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਫਤਿਹਗੜ੍ਹ ਸਾਹਿਬ ਗਏ ਸੀ ਦਰਸ਼ਨ ਕਰਨ, ਜੋੜ ਮੇਲੇ ਤੇ, ਸ਼ਹੀਦੀ ਜੋੜ ਮੇਲੇ ਤੇ। ਮੈਂ ਤੇ ਮੇਰੇ ਨਾਲ ਕੁਲਵੰਤ ਸਿੰਘ ਬੱਗੀ ਦੀ ਸੇਵਾਦਾਰ। ਉੱਥੇ ਇਹਨਾਂ ਦੇ ਲੰਗਰ 'ਚ, ਖਾਨ ਸਾਹਿਬ ਦੇ ਲੰਗਰ 'ਚ ਉੱਥੇ ਚੌਲ ਛਕੇ। ਅੱਛਾ। ਤੇ ਜਦ ਦੇਖਿਆ ਵੀ ਇਹਦਾ ਰੰਗ ਲੱਗੇ ਪਏ ਇੱਥੇ, ਸਾਡੇ ਮਨ 'ਚ ਆਇਆ, ਅਸੀਂ ਦੋਹਾਂ ਨੇ ਰਾਏ ਕਰੀ ਵੀ ਐਤਕੀ ਗੁਰੂ ਕਿਰਪਾ ਕਰੇ ਆਪਾਂ। ਬਾਬਾ ਜੀ ਵੀ ਕਹਿੰਦੇ ਨੇ, ਬੱਗੀ ਮੈਨੂੰ ਕਹਿੰਦਾ, ਮੈਂ ਕਿਹਾ ਵੀ ਜ਼ਰੂਰ ਐਤਕੀ ਇਹਨਾਂ ਦਾ ਰੋਜ਼ਾ ਆਪਾਂ ਇੱਥੇ ਇੱਕ ਇਹਨੂੰ ਪਾਰਟੀ ਦੇਣੀ ਹੈ ਰੋਜ਼ੇ ਤੋਂ ਬਾਅਦ, ਜੋ ਤੁਸੀਂ ਆਪਦਾ ਉਹ ਕਰਦੇ ਹੋ। ਤੇ ਮੈਂ ਤਾਂ ਭੁੱਲ ਗਿਆ, ਮੈਂ ਹਜ਼ੂਰ ਸਾਹਿਬ ਦੀਆਂ ਬੋਰੀਆਂ ਬਣਦਾ ਸੀ। ਮੈਨੂੰ ਆਪਣੇ ਫਿਰੋਜ਼ਪੁਰ ਵੱਲ, ਅਬੋਹਰ ਵੱਲ, ਪਰ ਚੌਥੇ ਪੰਜਵੇਂ ਮੈਨੂੰ ਤਾਂ ਫੋਨ ਗਿਆ,
ਕਹਿੰਦਾ ਆਪਾਂ ਨੂੰ ਤੂੰ ਭੁੱਲ ਗਿਆ। ਆਪਾਂ ਉਦੋਂ ਬਾਅਦ ਤਾਂ ਮੈਂ ਹਮੀਦ ਤੋਂ ਸਬਜ਼ੀ ਬਹੁਤ ਲਈ ਹਜੂਰ ਸਾਹਿਬ ਦੇ ਲੰਗਰ ਵਾਸਤੇ, ਹੋਰਾਂ ਲੰਗਰਾਂ ਵਾਸਤੇ। ਤੇ ਅਸੀਂ ਕਹਿੰਦੇ ਰਹੇ ਵੀ ਐਤਕੀ ਅਸੀਂ ਇਹ ਸੇਵਾ ਲੈਣੀ ਆ ਤੁਹਾਡੀ ਇੱਕ ਦਿਨ ਦੀ। ਇਹ ਕਹਿੰਦੇ ਕੋਈ ਗੱਲ ਨਹੀਂ, ਪ੍ਰਧਾਨ ਸਾਹਿਬ ਨਾਲ ਗੱਲ ਕਰ ਲਿਓ। ਮੈਂ ਕਿਹਾ ਜੀ 7 ਵਜੇ ਪ੍ਰਧਾਨ ਸਾਹਿਬ ਨਾਲ ਗੱਲ ਕਰ ਲਾਂਗੇ, ਪਰ ਤੁਸੀਂ ਸਾਡਾ ਰੱਖਿਓ ਇੱਕ ਦਿਨ ਜ਼ਰੂਰ। ਮੈਨੂੰ ਕੁਲਵੰਤ ਸਿੰਘ ਕਹਿੰਦਾ ਬੱਗੀ, ਕਹਿੰਦਾ ਯਾਰ ਤੂੰ ਭੁੱਲ ਗਿਆ। ਮੈਂ ਕਿਹਾ ਹਾਂ। ਮੈਂ ਤੁਸੀਂ ਐਂ ਕਰੋ, ਮੇਰਾ 2-3 ਦਿਨ ਦਾ ਕੰਮ ਰਹਿੰਦਾ, ਤੁਸੀਂ ਮੈਂ ਬਾਬਾ ਜੀ ਨਾਲ ਜਾ ਕੇ ਡੇਟ ਲੈ ਕੇ ਆਓ, ਉਦੋਂ ਨੂੰ ਮੈਂ ਆ ਜਾਊਂਗਾ ਉੱਧਰ। ਆਪਾਂ ਹਜੂਰ ਸਾਹਿਬ ਦੇ ਲੰਗਰ ਵਾਸਤੇ ਸਾਰੇ ਪੰਜਾਬ ਚੋਂ ਰਸਤ ਇਕੱਠੀ ਕਰਕੇ 95 ਟਰੱਕਾਂ ਸੰਗਤ ਇਕੱਠੀ ਕਰਕੇ ਭੇਜਦੇ ਟਟੋਗਲ ਪਿੰਡ ਤੋਂ। ਜੀ। ਤੇ ਸਾਡੀ ਸਲਾਹ ਦੀ ਤੁਹਾਡਾ ਮਾਨ ਸਨਮਾਨ ਬਾਬਾ ਨਰਿੰਦਰ ਸਿੰਘ ਹਜੂਰ ਸਾਹਿਬ ਵਾਲੇ ਤੋਂ ਉੱਥੇ ਉਸ ਫੰਕਸ਼ਨ 'ਚ ਕਰਾਉਂਦੇ। ਅਸੀਂ ਇਹ ਸੋਚਿਆ ਸੀ ਵੀ ਸਾਰਿਆਂ ਨੂੰ ਸਰੋਪੇ ਦਵਾ ਕੇ ਤੁਹਾਡਾ ਮਾਨ ਸਨਮਾਨ ਬਾਬਾ ਜੀ ਤੋਂ ਕਰਾਉਂਦੇ। ਪਰ ਇਹ ਆਹ ਜਿਹੜੀ ਰੋਜ਼ਾ ਖੋਲ੍ਹੇ, ਇਹ ਫਿਰ ਮੌਕੇ ਦੀ ਗੱਲ ਹੈ। ਇਹ ਮਹਾਂਪੁਰਸ਼ਾਂ ਨੇ ਸਾਡੇ, ਇਹਨਾਂ ਨੇ ਸਤਿਕਾਰਯੋਗ ਬਾਬਾ ਅਮਰਜੀਤ ਸਿੰਘ ਜੀ ਨੇ ਐਡਾ ਉਦਮ ਕੀਤਾ, ਵਧੀਆ ਸਾਰੇ ਨਗਰ। ਮੈਨੂੰ ਲੱਗਦਾ ਕਿ ਇਤਿਹਾਸਿਕ ਉਦਮ ਹੈ, ਔਰ ਇਹਨੂੰ ਸਾਡੇ ਸਿਰਫ ਅਸੀਂ ਨਹੀਂ ਸਗੋਂ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਵੀ ਜਿਹੜੀਆਂ ਇਸ ਨੂੰ ਇਸੇ ਤਰੀਕੇ ਨਾਲ ਰਵਾਇਤ ਨੂੰ ਮਨਾਉਣਗੀਆਂ। ਬੇਨਤੀ ਕਰਦੇ ਹਾਂ ਵੀ ਹਰ ਸਾਲ ਜਾਰੀ ਰੱਖਣਾ। ਦੂਜੀ ਵੱਡੀ ਗੱਲ, ਮੇਰੀ ਦਾਦੀ ਮਾਂ ਜਦ 47 ਦੇ ਵਿੱਚ ਜੋ ਜ਼ਖਮੀ ਮੁਸਲਿਮ ਭਾਈਚਾਰੇ 'ਚ ਉਹਦੇ ਨੂਨ ਆਪਣੇ ਪਾ ਕੇ ਨਾ ਨਿੰਮ ਦੇ ਪੱਤੇ, ਉਹਨੇ ਜ਼ਖਮ ਵੀ ਧੋਤੇ ਨੇ ਘਰੇ ਰੱਖ ਕੇ ਉਹਨਾਂ ਦੇ ਜ਼ਖਮੀ ਮੁਸਲਿਮ। ਅਤੇ ਰਾਤ ਨੂੰ ਮੇਰੇ ਪਿਤਾ ਜੀ ਅਤੇ ਹੋਰ ਨਾਲ 2-4 ਬੰਦੇ ਨਹਿਰ ਪਾ ਕੇ ਮੱਲੇ ਕੋਲੇ ਹੱਥ ਛੱਡੇ ਹੁੰਦੇ, ਤੇ ਕੋਈ ਅਮਨਾ ਚੈਨ ਸੀ ਸਾਨੂੰ। ਇਹ ਮੈਨੂੰ ਪੂਰਾ ਮੇਰੇ ਮਨ ਨੂੰ ਬਹੁਤ ਸਕੂਨ ਹੈ ਇਸ ਗੱਲ ਦਾ ਵੀ ਸਾਡੇ ਪਰਿਵਾਰ ਨੇ ਇੱਕ ਬੜਾ ਭਲੇ ਦਾ ਕੰਮ ਕੀਤਾ। ਜਦ ਦੁਨੀਆ ਕਟਾਬੜੀ 'ਚ ਲੱਗੀ ਹੋਈ ਸੀ, ਲੁੱਟਣ ਮਾਰ 'ਚ ਲੱਗੀ ਹੋਈ ਸੀ, ਪਰ ਨਾ ਸਾਡੇ ਪਰਿਵਾਰ ਦੀ ਇਹ ਸੋਚ ਨਹੀਂ ਸੀ, ਸਾਡੇ ਨਗਰ ਦੀ ਵੀ ਇਹ ਸੋਚ ਨਹੀਂ ਸੀ। ਸੋ ਮੈਨੂੰ ਲੱਗਦਾ ਕਿ ਮਲੇਰਕੋਟਲੇ ਦਾ ਜਿਹੜਾ ਅਸਰ ਹੈਗਾ ਹਵਾ ਦਾ, ਉਹ ਇੱਧਰਲੇ ਪਿੰਡਾਂ ਵੱਲ ਨੂੰ ਵੀ ਜ਼ਰੂਰ ਹੈ। ਬਿਲਕੁਲ। ਅਤੇ ਇੱਥੇ ਮੈਂ ਤੁਹਾਡਾ ਸਾਰੀ ਸੰਗਤ ਦਾ ਜੋ ਮੁਹੰਮਦਨ ਭਾਈਚਾਰਾ ਹੈ ਅਤੇ ਮੇਰੇ ਆਸ-ਪਾਸ ਦੇ ਪਿੰਡਾਂ ਦੇ ਪੰਚ ਸਰਪੰਚ ਜਿੰਨੇ ਵੀ ਆਏ ਨੇ, ਸੰਗਤ ਆਈ ਹੈ, ਸਾਰਿਆਂ ਦਾ ਸਤਿਕਾਰ ਕਰਦਾ, ਜਿਉਂ ਆਇਆ ਆਖਦਾ। ਅਤੇ ਗੁਰੂ ਕਿਰਪਾ ਚੜ੍ਹਦੀ ਕਲਾ ਕਰੇ ਅਤੇ ਆਪਣਾ ਸਦਾ ਭਾਈਚਾਰਾ ਬਣਿਆ ਰਹੇ। ਮੁਹੰਮਦਨ ਅਤੇ ਸਿੱਖ ਭਾਈਚਾਰਾ ਸਗਾ ਐਂ ਜੁੜਿਆ ਰਹੇ, ਇੱਕ ਐਂ ਜੱਫੀ ਪਈ ਰਹੇ ਇਸ ਭਾਈਚਾਰੇ ਦੀ। ਅਤੇ ਸਾਰੀ ਸੰਗਤ ਦਾ ਦੁਬਾਰਾ ਫੇਰ ਧੰਨਵਾਦ। ਸਾਡੇ ਮਹਾਂਪੁਰਸ਼ਾਂ ਦਾ ਬਾਬਾ ਅਮਰਜੀਤ ਸਾਹਿਬ ਬਹੁਤ ਵੱਡਾ ਧੰਨਵਾਦ, ਜਿਨ੍ਹਾਂ ਨੇ ਐਡਾ ਵੱਡਾ ਉਦਮ ਕੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ। ਕੁਝ ਕੁ ਹੋਰ ਵੀ ਹੈਗੇ ਨੇ ਨੌਜਵਾਨ, ਜਿਹੜੇ ਨੇ ਨੌਜਵਾਨ ਸਾਥੀ ਨੇ, ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ। ਕੀ ਕਹੋਗੇ ਸਰਪੰਚ ਸਾਹਿਬ? ਮੈਂ ਜਦੋਂ ਜੀ ਅੱਜ ਸੁਨੇਹਾ ਲੱਗਿਆ ਜੀ, ਪਹਿਲਾਂ ਤਾਂ ਯਕੀਨ ਹੀ ਨਹੀਂ ਆਇਆ ਵੀ ਗੁਰੂ ਘਰ 'ਚ ਇਹ ਪ੍ਰੋਗਰਾਮ ਹੋ ਸਕਦਾ। ਆ ਕੇ ਬਹੁਤ ਵਧੀਆ। ਸਾਨੂੰ ਵੀ ਨਹੀਂ ਯਕੀਨ ਹੋ ਰਿਹਾ ਸੀ ਜਦੋਂ ਮੈਨੂੰ ਸੱਦਾ ਪੱਤਰ ਆਇਆ ਕਿ ਗੁਰੂ ਘਰ ਦੇ ਵਿੱਚ ਰੋਜ਼ੇ ਖੋਲ੍ਹਣ ਜਾਣਾ ਹੈ, ਤੇ ਮੈਂ ਵੀ ਅਚੰਭਿਤ ਹੋ ਗਿਆ। ਮੈਂ ਨਾਲ ਇੱਕ ਸਰਪੰਚ ਸਾਹਿਬ ਆਏ ਨੇ ਨਾਲ, ਉਹਨਾਂ ਨੂੰ ਵੀ ਕਿਹਾ ਮੈਂ ਵੀ ਆਪਾਂ ਨੇ ਰੋਜ਼ੇ ਖਿਲਾ ਕੇ ਆਉਣੇ ਨੇ ਗੁਰੂ ਘਰ 'ਚ। ਉਹ ਕਹਿੰਦਾ ਵੀ ਪਤਾ ਕਰ ਲਓ ਵੀ ਕਿਤੇ ਹੋਰ ਨਾ ਜਾਣਾ ਹੋਵੇ। ਵੀ ਫਿਰ ਵੀ ਅਸੀਂ ਪਤਾ ਕਰਿਆ, ਜਦੋਂ ਫਿਰ ਆ ਕੇ ਉਰੇ ਆ ਕੇ ਯਕੀਨ ਹੋਇਆ ਵੀ ਇਹ ਬਹੁਤ ਵਧੀਆ ਲੱਗਿਆ। ਜਾਣੀ ਬਹੁਤ ਖੁਸ਼ੀ ਦੀ ਗੱਲ ਹੈ ਜੀ ਇਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਸੋ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਲਾਈਵ ਤਸਵੀਰਾਂ ਨੇ ਇਸ ਵੇਲੇ। ਬਾਬਾ ਜੀ ਅਮਰਜੀਤ ਜਿਹੜੇ ਕਿ ਬੜੇ ਨੇਕ ਸ਼ਖਸੀਅਤ ਨੇ, ਬੜੀ ਨੇਕ ਰੂਹ ਨੇ, ਉਹਨਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਉਦਮ ਹੈਗਾ ਉਹ ਆਉਣ ਵਾਲੇ ਸਾਲਾਂ ਦੇ ਵਿੱਚ ਉਹ ਕੀਤਾ ਜਾਏਗਾ। ਸੋ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦਿੰਦੇ ਹਾਂ ਇੱਕ ਵਾਰ ਫੇਰ। ਲਾਈਵ ਤਸਵੀਰਾਂ ਨੇ। ਨਮਾਜ਼ ਹੈਗੀ ਹੈ ਗੁਰੂ ਘਰ ਦੇ ਵਿੱਚ ਜਿਹੜੀ ਉਹ ਅਦਾ ਕੀਤੀ ਜਾ ਰਹੀ ਹੈ। ਅਸਰ ਦੀ ਨਮਾਜ਼ ਹੈ ਜਿਹੜੀ ਅਦਾ ਕੀਤੀ ਜਾ ਰਹੀ ਹੈ। ਇੱਕ ਪਾਸੇ ਸਿੱਖ ਸੰਗਤ ਹੈ ਤਾਂ ਦੂਜੇ ਪਾਸੇ ਮੁਸਲਮਾਨ ਭਾਈਚਾਰੇ ਦੇ ਉਹ ਲੋਕ ਨੇ ਜੋ ਬਾਬਾ ਜੀ ਅਮਰਜੀਤ ਜੀ ਹੋਰਾਂ ਦੇ ਸੱਦੇ ਤੇ ਜੈਨਪੁਰ ਦੇ ਗੁਰੂ ਘਰ ਦੇ ਵਿੱਚ ਇਕੱਠੇ ਹੋਏ ਨੇ। ਕੁਝ ਦੇਰ ਬਾਅਦ ਜਿਹੜਾ ਇੱਥੇ ਰੋਜ਼ੇ ਦਾ ਜਿਹੜਾ ਪ੍ਰੋਗਰਾਮ ਹੈਗਾ ਰੱਖਿਆ ਗਿਆ, ਉਹ ਇੱਥੇ ਰੋਜ਼ਾ ਜਿਹੜਾ ਮੁਸਲਮਾਨ ਭਾਈਚਾਰੇ ਦਾ ਖੁਲਾਇਆ ਜਾਏਗਾ। ਫਿਲਹਾਲ ਜਿਹੜੀ ਅਸਰ ਦੀ ਨਮਾਜ਼ ਹੈਗੀ ਹੈ ਗੁਰੂ ਘਰ ਦੇ ਵਿੱਚ ਜਿਹੜੀ ਪੜ੍ਹੀ ਜਾ ਰਹੀ ਹੈ। ਬੜਾ ਅਸੀਂ ਕਹਿ ਲਈਏ ਕਿ ਗੁਰੂ ਘਰ ਦੇ ਵਿੱਚ ਸਰਦਾਰ ਤੇ ਮੁਹੰਮਦ, ਜੇਕਰ ਅਸੀਂ ਇਹ ਕਹਿ ਲਈਏ ਕਿ ਇਕੱਠੇ ਹੋਏ ਨੇ, ਤਾਂ ਇਹਦੇ ਵਿੱਚ ਵੀ ਕੋਈ ਅਤੀ ਕਥਨੀ ਹੈ ਜਿਹੜੀ ਨਹੀਂ ਹੋਏਗੀ। ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ, ਇਹ ਲਾਈਵ ਤਸਵੀਰਾਂ ਨੇ ਇਸ ਵੇਲੇ ਹਕੀਕਤ ਟੀਵੀ ਪੰਜਾਬੀ ਦੇ ਉੱਤੇ ਤੁਸੀਂ ਦੇਖ ਰਹੇ ਹੋ। ਹੁਣ ਤੁਹਾਨੂੰ ਦਿਖਾਉਂਦੇ ਹਾਂ ਕਿ ਮੁਸਲਮਾਨ ਭਾਈਚਾਰੇ ਦੀ ਜਿਹੜੀ ਖਾਤਰਦਾਰੀ ਲਈ, ਮਹਿਮਾਨ ਨਿਵਾਜ਼ੀ ਲਈ ਕੀ ਪ੍ਰੋਗਰਾਮ ਨੇ, ਕੀ ਪ੍ਰਬੰਧ ਨੇ ਜਿਹੜੇ ਇੱਥੇ ਪਿੰਡ ਦੀ ਸੰਗਤ ਵੱਲੋਂ ਕੀਤੇ ਗਏ ਨੇ। ਤੁਹਾਨੂੰ ਦਿਖਾਉਂਦੇ ਹਾਂ ਕਿ ਰੋਜ਼ਾ ਇਫਤਾਰੀ ਦਾ ਜਿਹੜਾ ਪ੍ਰਬੰਧ ਹੈਗਾ ਉਹ ਗੁਰੂ ਘਰ ਦੇ ਵਿੱਚ ਕੀਤਾ ਜਾ ਰਿਹਾ। ਬਹੁਤ ਇੱਕ ਅਸੀਂ ਕਹਿ ਲਈਏ ਕਿ ਵੱਡੀ ਗੱਲ ਹੈਗੀ ਆ, ਵੱਡੀ ਸਮਝ ਹੈਗੀ ਆ, ਔਰ ਸਿੱਖੀ ਦਾ ਜਿਹੜਾ ਸਹੀ ਸੁਨੇਹਾ ਜਿਹੜਾ ਜਿੱਥੇ ਗੁਰੂ ਘਰਾਂ ਦੇ ਵਿੱਚੋਂ ਜਾਣਾ ਚਾਹੀਦਾ, ਉਹ ਅੱਜ ਜੈਨਪੁਰ ਦਾ ਜਿਹੜਾ ਇਤਿਹਾਸਿਕ ਗੁਰਦੁਆਰਾ ਬਾਬਾ ਜੀ ਅਮਰਜੀਤ ਜੀ ਹੋਰਾਂ ਦੀ ਅਗਵਾਈ ਦੇ ਹੇਠ ਉਹ ਇੱਥੇ ਰੱਖਿਆ ਜਾ ਰਿਹਾ। ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਗੁਰੂ ਘਰ ਦੇ ਵਿੱਚੋਂ, ਲਾਈਵ ਤਸਵੀਰਾਂ ਨੇ। ਸੰਗਤ ਨੇ ਬੜੇ ਪਿਆਰ ਦੇ ਨਾਲ ਜਿਹੜੇ ਫੁਲਕੇ ਨੇ, ਬੀਬੀਆਂ ਦਾ ਵੀ ਵੱਡਾ ਯੋਗਦਾਨ ਹੈ ਜਿਹੜਾ ਇਸ ਸਾਰੇ ਪ੍ਰੋਗਰਾਮ ਦੇ ਵਿੱਚ ਰਹਿਣ ਵਾਲਾ ਹੈ। ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦਿੰਦੇ ਹਾਂ। ਬੜੇ ਪਿਆਰ ਨਾਲ, ਬੜੀ ਮੁਹੱਬਤ ਨਾਲ ਜਿਹੜਾ ਲੰਗਰ ਹੈ ਮੁਸਲਮਾਨ ਭਾਈਚਾਰੇ ਦੇ ਲਈ, ਮੁਸਲਮਾਨ ਭਾਈਚਾਰੇ ਦੇ ਲੋਕਾਂ ਲਈ ਉਹ ਤਿਆਰ ਕੀਤਾ ਜਾ ਰਿਹਾ। ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦਿੰਦੇ ਹਾਂ।
ਜਿਹੜੇ ਇੱਥੇ ਪ੍ਰੋਪਰ ਤਰੀਕੇ ਨਾਲ ਜੋ ਡਾਈਟ ਦੇ ਵਿੱਚ ਹੁੰਦਾ ਹੈ ਉਸ ਚੀਜ਼ ਨੂੰ ਅੰਜਾਮ ਦੇ ਵਿੱਚ ਇੱਥੇ ਸਲਾਦ ਹੈ ਉਹ ਕੱਟਿਆ ਜਾ ਰਿਹਾ ਹੈ। ਸੇਵਾ ਹੈਗੀ ਹੈ ਜਿਹੜੀ ਬਾਬਾ ਜੀ ਵੱਲੋਂ ਕੀਤੀ ਜਾ ਰਹੀ ਹੈ। ਬਾਬਾ ਜੀ ਬੜੇ ਪਿਆਰ ਨਾਲ ਟਮਾਟਰ ਤੇ ਖੀਰੇ ਤੁਸੀਂ ਮੁਸਲਮਾਨ ਭਾਈਚਾਰੇ ਦੀ ਖਾਤਰਦਾਰੀ ਲਈ ਕੱਟ ਰਹੇ ਹੋ, ਕੀ ਚੱਲ ਰਿਹਾ ਇਸ ਵੇਲੇ ਮਨ ਦੇ ਵਿੱਚ? ਬੰਦੇ ਬਹੁਤ ਖੁਸ਼ੀ ਆ ਜੀ, ਬਹੁਤ ਜ਼ਿਆਦਾ ਖੁਸ਼ੀ ਆ। ਕਿਹੜਾ ਪਿੰਡ ਹੈ ਤੁਹਾਡਾ, ਕੀ ਨਾਂ ਹੈ? ਜੈਨਪੁਰ ਹੈ ਜੀ। ਅੱਛਾ, ਜੈਨਪੁਰ ਦੇ। ਗੁਰਤੇਜ ਸਿੰਘ ਜੀ। ਅੱਛਾ, ਗੁਰਤੇਜ ਜੀ। ਬਾਬਾ ਜੀ ਇਸ ਤੋਂ ਪਹਿਲਾਂ ਕਦੇ ਤੁਸੀਂ ਦੇਖਿਆ ਸੀ ਇਦਾਂ ਦਾ ਮਾਹੌਲ? ਨਹੀਂ, ਇਦਾਂ ਦਾ ਕੋਈ ਨਹੀਂ ਦੇਖਿਆ ਜੀ, ਪਹਿਲੀ ਵਾਰੀ ਦੇਖਿਆ। ਬਾਬਾ ਜੀ ਨੇ ਕਰਾਇਆ ਜੀ, ਅਮਰਜੀਤ ਸਿੰਘ ਨੇ। ਅੱਛਾ ਜੀ। ਹਾਂਜੀ ਜੀ। ਸੋ ਤਸਵੀਰਾਂ ਤੁਸੀਂ ਦੇਖੋ, ਨਗਰ 'ਚ ਬੜਾ ਚਾਅ ਵਰਗਾ ਅਸੀਂ ਕਹਿ ਲਈਏ ਕਿ ਦੀਵਾਲੀ ਵਰਗਾ ਮਾਹੌਲ ਹੈ ਜਿਹੜਾ ਇੱਥੇ ਜਿਸ ਤਰੀਕੇ ਨਾਲ ਇਕੱਠੇ ਹੁੰਦੇ ਨੇ। ਸੋ ਲੋਕ ਨੇ ਬੜੇ ਚਾਅ ਨਾਲ ਬੜੇ ਉਤਸ਼ਾਹ ਨਾਲ ਇੱਥੇ ਮੁਸਲਮਾਨ ਸੰਗਤ ਦਾ ਰੋਜ਼ਾ ਖੁਲਵਾਉਣ ਦਾ ਜਿਹੜਾ ਪ੍ਰਬੰਧ ਹੈ ਉਹ ਕਰ ਰਹੇ ਨੇ। ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦਿੰਦੇ ਹਾਂ। ਸਾਡੇ ਨਾਲ ਸਾਡੀਆਂ ਬੀਬੀਆਂ ਵੀ ਨੇ ਜਿਨ੍ਹਾਂ ਦਾ ਬੜਾ ਵੱਡਾ ਯੋਗਦਾਨ ਹੈਗਾ, ਸਾਡੀਆਂ ਮਾਤਾਵਾਂ ਜਿਨ੍ਹਾਂ ਦਾ ਬੜਾ ਵੱਡਾ ਯੋਗਦਾਨ ਹਮੇਸ਼ਾ ਹੀ ਲੰਗਰਾਂ ਦੇ ਵਿੱਚ ਹੁੰਦਾ, ਜਿੱਥੇ ਕਿਰਪਾ ਵਰਸਦੀ ਹੈ। ਇਹ ਉਹ ਗੁਰੂ ਦੇ ਖਜ਼ਾਨੇ ਨੇ ਜਿਹੜੇ ਕਦੇ ਖਾਲੀ ਨਹੀਂ ਹੁੰਦੇ, ਕਦੇ ਇੱਥੇ ਥੋੜ ਨਹੀਂ ਪੈਂਦੀ, ਕਦੇ ਇੱਥੇ ਭਾਈਚਾਰਕ ਸਾਂਝ ਦਾ ਇਹ ਉਹ ਚੁੱਲ੍ਹਾ ਹੈ ਜਿਹੜਾ ਪਤਾ ਨਹੀਂ ਕਿੰਨੇ ਕੁ ਹੁਣ ਤੱਕ ਕਰੋੜਾਂ ਲੋਕਾਂ ਦਾ ਢਿੱਡ ਭਰ ਚੁੱਕਿਆ। ਇਹ ਗੁਰੂ ਘਰ ਦਾ ਉਹ ਚੁੱਲ੍ਹਾ ਹੈ ਜਿਹੜਾ ਕਦੇ ਠੰਡਾ ਨਹੀਂ ਹੁੰਦਾ, ਕਦੇ ਇਸ ਖਜ਼ਾਨੇ ਦੇ ਵਿੱਚ ਕੋਈ ਕਮੀ ਨਹੀਂ ਆਉਂਦੀ। ਬੇਬੇ ਜੀ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਕੀ ਨਾਂ ਹੈ ਤੁਹਾਡਾ? ਸਰਜੀਤ ਕੌਰ। ਬੜੇ ਪਿਆਰ ਨਾਲ ਅੱਜ ਰੋਟੀਆਂ ਲਾ ਰਹੇ ਹੋ, ਮੁਸਲਮਾਨ ਮੁੰਡਿਆਂ ਨੂੰ ਖਵਾਉਣੀਆਂ ਨੇ, ਰੋਜ਼ੇ ਖਿਲਾਉਣੇ ਨੇ। ਹਾਂਜੀ। ਕੀ ਚੱਲ ਰਿਹਾ ਮਨ ਦੇ ਵਿੱਚ, ਕੀ ਇੱਛਾ ਲੈ ਕੇ ਆਏ ਹੋ, ਕੀ ਚੱਲ ਰਿਹਾ ਮਨ 'ਚ? ਆਪਦੇ ਮਨ ਦਾ ਚਾਅ ਪੂਰਾ ਕਰਦੇ ਵਿਆਹ ਨੇ ਰੱਜ ਕੇ ਜਾਣ। ਕੀ ਬਾਤ ਹੈ। ਗੁਰੂ ਘਰ ਤਾਂ ਹਮੇਸ਼ਾ ਹੀ ਰੱਜ ਕੇ ਰਜਾਉਂਦਾ ਮਾਤਾ ਜੀ ਸਭ ਨੂੰ। ਅੱਛਾ, ਇਹ ਦੱਸੋ ਕਿ ਕਿੰਨੀ ਉਮਰ ਹੈ ਤੁਹਾਡੀ? ਮੈਂ ਗਲਤ ਸਵਾਲ ਤਾਂ ਨਹੀਂ ਪੁੱਛ ਲਿਆ? ਨਾ, 80 ਸਾਲ ਦੀ ਆ। ਅੱਛਾ, ਤੁਹਾਡੀ 80 ਸਾਲ ਦੀ ਉਮਰ ਹੈ। ਗੁਰੂ ਘਰ 'ਚ ਕਦੇ ਇਦਾਂ ਦਾ ਮਾਹੌਲ ਦੇਖਿਆ ਸੀ? ਨਾ, ਹਾਲ ਤਾਂ ਨਹੀਂ ਮੈਂ ਦੇਖਿਆ ਅੱਜ ਦੇ। ਕਦੇ 80 ਸਾਲਾਂ 'ਚ ਨਹੀਂ ਦੇਖਿਆ? ਨਾ, ਹੋਰ ਇਕੱਠ ਤਾਂ ਹੁੰਦੇ ਨੇ ਬਹੁਤ, ਜਿਵੇਂ ਤੁਸੀਂ ਅੱਜ ਆਏ ਹੋ। ਅੱਛਾ। ਸੋ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਗੁਰੂ ਘਰ ਦੇ ਵਿੱਚੋਂ। ਇਹ ਲਾਈਵ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ। ਇੱਥੇ ਜਿਹੜਾ ਸੰਗਤ ਹੈਗਾ, ਬੀਬੀਆਂ ਵੱਲੋਂ ਲੰਗਰ ਹੈਗਾ ਸੰਗਤ ਦੇ ਲਈ ਤਿਆਰ ਕੀਤਾ ਜਾ ਰਿਹਾ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਂ ਹੈ ਜੀ ਤੁਹਾਡਾ? ਰਾਜਵਿੰਦਰ ਕੌਰ ਜੀ। ਰਾਜਵਿੰਦਰ ਜੀ, ਕੀ ਚੱਲ ਰਿਹਾ ਮਨ ਦੇ ਵਿੱਚ ਇਸ ਵੇਲੇ? ਤੁਸੀਂ ਫੁਲਕਿਆਂ ਦੀਆਂ ਤਿਆਰੀਆਂ ਕਰ ਰਹੇ ਹੋ, ਗਰਮਾ ਚੱਲਦੀ ਹੈ ਜੀ, ਸੇਵਾ ਚੱਲਦੀ ਹੈ ਜੀ। ਕੀ ਹੋਣਾ ਕੀ ਹੈ ਇੱਥੇ? ਹੁਣ ਤਾਂ ਪਤਾ ਨਹੀਂ ਜੀ, ਮੁਸਲਮਾਨ ਭਾਈਚਾਰੇ ਦੀ ਸੇਵਾ ਕਰਨੀ ਹੈ ਜੀ। ਅੱਛਾ, ਮੁਸਲਮਾਨ ਭਾਈਚਾਰੇ ਦੀ। ਹਾਂਜੀ। ਇਸ ਤੋਂ ਪਹਿਲਾਂ ਕਦੇ ਮੁਸਲਮਾਨ ਭਾਈਚਾਰੇ ਲਈ ਫੁਲਕੇ ਲਾਏ ਨੇ ਗੁਰਦੁਆਰੇ 'ਚੋਂ? ਨਹੀਂ ਜੀ। ਜੀ। ਸੋ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਲਾਈਵ ਤਸਵੀਰਾਂ ਨੇ ਇਸ ਵੇਲੇ ਹਕੀਕਤ ਟੀਵੀ ਪੰਜਾਬੀ ਦੇ ਉੱਤੇ ਤੁਸੀਂ ਦੇਖ ਰਹੇ ਹੋ। ਗੁਰੂ ਘਰ ਦੇ ਵਿੱਚ ਜਿਹੜੀਆਂ ਲੰਗਰ ਦੀਆਂ ਤਿਆਰੀਆਂ ਨੇ ਕੀਤੀਆਂ ਜਾ ਰਹੀਆਂ ਨੇ। ਵੱਡੀ ਗਿਣਤੀ ਦੇ ਵਿੱਚ ਜਿਹੜਾ ਸੰਗਤ ਹੈਗੀ ਆ ਉਹ ਇਕੱਠੀ ਹੋਈ ਹੈ। ਤਿਆਰੀ ਹੈ ਜਿਹੜੀ ਰੋਜ਼ਾ ਇਫਤਾਰ ਕਰਵਾਉਣ ਦੀ ਉਹ ਇੱਥੇ ਕੀਤੀ ਜਾ ਰਹੀ ਹੈ। ਇਸੇ ਉਮੀਦ ਨਾਲ, ਇਸੇ ਆਸ ਨਾਲ ਕਿ ਜਿਹੋ ਜਿਹੀ ਪਿਰਤ ਹੈਗੀ ਹੈ ਜੈਨਪੁਰ, ਖਾਸ ਕਰਕੇ ਨੇਕ ਰੂਹ ਬਾਬਾ ਅਮਰਜੀਤ ਜੀ ਵੱਲੋਂ ਜਿਹੜੀ ਪਾਈ ਗਈ ਹੈ ਪੰਜਾਬ ਦੇ ਇਸ ਗੁਰਦੁਆਰੇ ਤੋਂ, ਜਿਹਦੀ ਸ਼ੁਰੂਆਤ ਕੀਤੀ ਗਈ ਹੈ, ਉਹ ਜਿਹੜੀ ਅਸੀਂ ਕਹਿ ਲਈਏ ਕਿ ਜਿਹੜੀ ਪਿਰਤ ਹੈਗੀ ਹੈ, ਜਿਹੜੀ ਨਵੇਕਲੀ ਪਿਰਤ ਹੈਗੀ ਹੈ, ਮੈਨੂੰ ਲੱਗਦਾ ਹੈ ਕਿ ਜੋ ਪਿਰਤ ਬਾਬਾ ਜੀ ਵੱਲੋਂ ਪਾਈ ਗਈ ਹੈ, ਆਉਣ ਵਾਲੇ ਸਮੇਂ ਦੇ ਵਿੱਚ, ਆਉਣ ਵਾਲੇ ਸਾਲਾਂ ਦੇ ਵਿੱਚ ਮੈਨੂੰ ਲੱਗਦਾ ਕਿ ਪੂਰੇ ਪੰਜਾਬ ਦੇ ਵਿੱਚ ਇਸ ਦੀ ਜਿਹੜੀ ਉਹ ਨਵੇਕਲੀ ਪਹਿਲ ਜਿਹੜੀ ਸ਼ੁਰੂਆਤ ਹੈ ਹੋ ਸਕਦੀ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰੀਕੇ ਨਾਲ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੂੰ ਇੱਥੇ ਸੱਦ ਕੇ ਅਸੀਂ ਕਹਿ ਲਈਏ ਕਿ ਰੋਜ਼ਾ ਇਫਤਾਰੀ ਦਾ ਪ੍ਰੋਗਰਾਮ ਕੀਤਾ ਗਿਆ, ਤਾਂ ਅਸੀਂ ਮੁਸਲਮਾਨ ਭਾਈਚਾਰੇ ਦੀਆਂ ਜਿਹੜੀਆਂ ਲੋਕ ਨੇ ਹੁਣੇ ਨਮਾਜ਼ ਅਦਾ ਕਰਕੇ ਹਟੇ ਨੇ, ਉਹਨਾਂ ਦੀਆਂ ਭਾਵਨਾਵਾਂ ਤੋਂ ਵੀ ਅਸੀਂ ਵਾਕਿਫ ਹੁੰਦੇ ਹਾਂ। ਸਿੱਖ ਸੰਗਤ ਦੀਆਂ ਭਾਵਨਾਵਾਂ ਤੋਂ ਅਸੀਂ ਵਾਕਿਫ ਹੋ ਗਏ ਹਾਂ ਕਿ ਕਿਸ ਤਰੀਕੇ ਨਾਲ ਉਹਨਾਂ ਨੇ ਉਹਨਾਂ ਦੇ ਮਨ ਦੇ ਵਿੱਚ ਚੱਲ ਰਿਹਾ। ਪਰ ਗੁਰੂ ਘਰ ਦੇ ਵਿੱਚ ਨਮਾਜ਼ ਅਦਾ ਕਰਕੇ ਮੁਸਲਮਾਨ ਭਾਈਚਾਰਾ ਇਸ ਵੇਲੇ ਉਹਨਾਂ ਦੇ ਦਿਲ ਦੇ ਜਜ਼ਬਾਤ ਕੀ ਨੇ, ਕੀ ਸੋਚਦੇ ਨੇ? ਨਮਾਜ਼, ਕਿਉਂਕਿ 5 ਟਾਈਮ ਨਮਾਜ਼ ਪੜ੍ਹਦੇ ਨੇ, ਮੈਨੂੰ ਲੱਗਦਾ ਕਿ ਇਹ ਪਹਿਲਾ ਮੌਕਾ ਹੈ ਜਦੋਂ 47 ਤੋਂ ਬਾਅਦ ਮੁਸਲਮਾਨ ਭਾਈਚਾਰਾ ਇਸ ਗੁਰੂ ਘਰ ਦੇ ਵਿੱਚ ਇਕੱਠਾ ਹੋਇਆ ਹੋਵੇ। ਮਾਹੌਲ ਹੈ ਜਿਹੜਾ ਅਸੀਂ ਕਹਿ ਲਈਏ ਕਿ ਜਿਹੜਾ ਇੱਕ ਤਰ੍ਹਾਂ ਬਹੁਤ ਜ਼ਿਆਦਾ ਭਾਵੁਕ ਇੱਥੇ ਹੋਇਆ। ਮੈਨੂੰ ਲੱਗਦਾ ਕਿ ਮੈਂ ਵੀ ਥੋੜ੍ਹਾ ਜਿਹਾ ਇਸ ਵੇਲੇ ਭਾਵੁਕ ਹਾਂ। ਗੁਰੂ ਘਰ ਦੇ ਵਿੱਚ ਉਹ ਅਰਦਾਸ ਵੀ ਹੁੰਦੀ ਹੈ ਅਤੇ ਅੱਜ ਦੁਆ ਵਾਲੇ ਹੱਥ ਵੀ ਤੁਸੀਂ ਜਿਹੜੇ ਉੱਠਦੇ ਹੋ ਦੇਖ ਸਕਦੇ ਹੋ। ਤਸਵੀਰਾਂ ਦੇਖੋ ਤੁਸੀਂ, ਇਸ ਵੇਲੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਹਕੀਕਤ ਟੀਵੀ ਪੰਜਾਬੀ ਦੇ ਉੱਤੇ ਲਾਈਵ ਤਸਵੀਰਾਂ ਨੇ। ਗੁਰੂ ਘਰ ਦੇ ਵਿੱਚ ਅਰਦਾਸ ਵਾਲੇ ਹੱਥ ਤੁਸੀਂ ਅਕਸਰ ਦੇਖੇ ਹੋਣੇ ਆ, ਅਤੇ ਅੱਜ ਤੁਸੀਂ ਇਹ ਇੱਕ ਸੁਪਨੇ ਦੀ ਤਰ੍ਹਾਂ ਲੱਗ ਰਿਹਾ ਹੈ। ਐਵੇਂ ਲੱਗਦਾ ਹੈ ਕਿ ਜਿਵੇਂ ਕੋਈ ਫਿਲਮ ਚੱਲ ਰਹੀ ਹੋਵੇ ਇਸ ਗੁਰੂ ਘਰ ਦੇ ਵਿੱਚ, ਕਿ ਅਰਦਾਸ ਲਈ ਤੁਸੀਂ ਹੱਥ ਬੰਨੇ ਦੇਖੇ ਹੁੰਦੇ ਆ, ਅਸੀਂ ਦੇਖਦੇ ਰਹਿੰਦੇ ਹਾਂ। ਪਰ ਤੁਸੀਂ ਦੇਖੋ ਗੁਰੂ ਘਰ ਦੇ ਵਿੱਚ ਦੁਆ ਲਈ ਵੀ ਅੱਜ ਜਿਹੜੀ ਅਰਦਾਸ ਹੈ, ਅਰਦਾਸ ਉਹ ਕੀਤੀ ਜਾ ਰਹੀ ਹੈ। ਬੜੇ ਗੌਰ ਨਾਲ, ਬੜੇ
ਫਿਕਰ ਨਾਲ ਜਿਹੜੀਆਂ ਇਹ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਜਿਸ ਦੇ ਉੱਤੇ ਗੌਰ ਔਰ ਫਿਕਰ ਕਰਨ ਦੀ ਜ਼ਰੂਰਤ ਹੈ, ਕਿਉਂਕਿ ਇਸ ਵੇਲੇ ਘੱਟ ਗਿਣਤੀਆਂ ਦੇ ਲਈ, ਘੱਟ ਗਿਣਤੀਆਂ ਦੇ ਖਿਲਾਫ ਅਜਿਹੀਆਂ ਸਾਜ਼ਿਸ਼ਾਂ ਨੇ ਜਿਹੜੀਆਂ ਚੱਲ ਰਹੀਆਂ ਨੇ, ਜਿਸ ਦਾ ਅਸੀਂ ਕਲਪਨਾ ਵੀ ਨਹੀਂ ਕਰ ਸਕਦੇ। ਤਸਵੀਰਾਂ ਤੁਹਾਨੂੰ, ਕਿਉਂਕਿ ਜਦੋਂ ਤੱਕ ਅਸੀਂ ਇਕਜੁੱਟਤਾ ਨਹੀਂ ਦਿਖਾਵਾਂਗੇ, ਇਕਜੁੱਟਤਾ ਨਜ਼ਰ ਨਹੀਂ ਸਾਡੇ ਆਵੇਗੀ, ਤਾਂ ਉਦੋਂ ਤੱਕ ਘੱਟ ਗਿਣਤੀਆਂ ਦੇ ਉੱਤੇ ਜਿਹੜੇ ਹਮਲੇ ਨੇ, ਚਾਹੇ ਉਹ ਆਰਥਿਕ ਹੋਣ, ਸਮਾਜਿਕ ਹੋਣ ਜਾਂ ਫਿਰ ਧਾਰਮਿਕ ਹੋਣ, ਉਹ ਹੁੰਦੇ ਰਹਿਣਗੇ। ਹੁਣੇ ਦੁਆ ਹੈ ਜਿਹੜੀ ਉਹ ਹੋ ਕੇ ਹਟੀ ਹੈ। ਮੁਸਲਮਾਨ ਭਾਈਚਾਰੇ ਦੇ ਨੌਜਵਾਨ ਨੇ, ਉਹਨਾਂ ਦੀਆਂ ਭਾਵਨਾਵਾਂ ਵੀ ਅਸੀਂ ਜਾਣਦੇ ਹਾਂ ਕਿ ਮਸਜਿਦਾਂ ਦੇ ਵਿੱਚ ਉਹਨਾਂ ਨੇ ਹੁਣ ਤੱਕ ਨਮਾਜ਼ ਪੜ੍ਹੀ ਸੀ, ਗੁਰੂ ਘਰ ਦੇ ਵਿੱਚ ਨਮਾਜ਼ ਪੜ੍ਹ ਕੇ ਕਿਹੋ ਜਿਹਾ ਜਿਹੜੀਆਂ ਭਾਵਨਾਵਾਂ ਨੇ। ਕੀ ਨਾਂ ਜੀ ਤੁਹਾਡਾ? एजाज अहमद। ਅਜਾ ਸਾਹਿਬ, ਤੁਸੀਂ ਹੁਣ ਤੱਕ ਮਸਜਿਦਾਂ ਦੇ ਵਿੱਚ ਨਮਾਜ਼ਾਂ ਪੜ੍ਹੀਆਂ ਹੋਣੀਆਂ, ਅੱਜ ਗੁਰੂ ਘਰ ਦੇ ਵਿੱਚ ਨਮਾਜ਼ ਅਦਾ ਕਰਕੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਅਸੀਂ ਕਹਿ ਲਈਏ ਕਿ ਨਮਾਜ਼ ਅਦਾ ਕਰਕੇ ਕਿਹੋ ਜਿਹੀ ਭਾਵਨਾ? देखो मैं तो अल्फाज नहीं बयान कर सकता, शायद मेरे दिल ਦੇ ਵਿੱਚ ਵੀ ਧੜਕਣ ਕਾਫੀ ਤੇਜ਼ ਹੋ ਰਹੀ ਹੈ, ਕਾਫੀ ਭਾਵੁਕ ਹੋ ਰਿਹਾ। ਜੋ ਮਾਹੌਲ ਅਸੀਂ ਦੇਖਣਾ ਚਾਹੁੰਦੇ ਸੀ, ਜਿਸ ਮਾਹੌਲ ਨੂੰ ਲੈ ਕੇ ਇੱਕ ਸਿੱਖ ਮੁਸਲਿਮ ਸਾਂਝ ਦੀ ਸਥਾਪਨਾ ਕੀਤੀ ਗਈ ਸੀ, ਤੇ ਵੀ ਕਿਸ ਤਰ੍ਹਾਂ ਅਸੀਂ ਸਿੱਖ ਔਰ ਮੁਸਲਮਾਨ ਜਿਸ ਤਰ੍ਹਾਂ ਕਿ 47 ਤੋਂ ਪਹਿਲਾਂ ਇਕੱਠੇ ਸੀ, ਇਹ ਨਹੀਂ ਪਤਾ ਸੀ ਵੀ ਕੌਣ ਕਿਸ ਦਾ ਭਰਾ ਹੈ, ਕੌਣ ਕਿਸ ਦਾ ਚਾਚਾ ਹੈ, ਵੀ ਉਹ ਚੀਜ਼ਾਂ ਅੱਜ ਸਾਨੂੰ ਉਮੀਦ ਨੇ ਵੀ ਉੱਦਾਂ ਹੀ ਇਨਸ਼ਾਅੱਲਾ ਅੱਲਾਹ ਜ਼ਾਤ ਤੋਂ ਉਮੀਦ ਹੈ ਵੀ ਪੂਰਾ ਹੋਣ ਜਾ ਰਿਹਾ ਹੈ। ਇਹ ਜਿਸ ਤਰ੍ਹਾਂ ਅੱਜ ਗੁਰੂ ਘਰ ਦੇ ਵਿੱਚ ਨਮਾਜ਼ ਹੋਈ ਹੈ, ਇਹ ਉਹ ਚੀਜ਼ਾਂ ਦੀਆਂ ਸਾਰੀਆਂ ਨਿਸ਼ਾਨੀਆਂ ਨੇ ਵੀ ਆਉਣ ਵਾਲਾ ਵਕਤ ਜਿਹੜਾ ਹੈਗਾ 1947 ਤੋਂ ਪਹਿਲਾਂ ਜਿਹੜਾ ਹਿੰਦੂ ਸਿੱਖ ਮੁਸਲਮਾਨਾਂ ਦੇ ਵਿੱਚ ਥਾ, ਆਪਸ 'ਚੋਂ ਦੁਬਾਰਾ ਕਾਇਮ ਹੋਣ ਜਾ ਰਿਹਾ ਹੈ। ਉਸ ਦੀ ਹੀ ਸ਼ੁਰੂਆਤ ਸਿੱਖ ਮੁਸਲਿਮ ਸਾਂਝਾਂ ਦੀ ਤਰਫ ਤੋਂ ਕਰ ਦਿੱਤੀ ਗਈ ਹੈ, ਤੇ ਆਉਣ ਵਾਲੇ ਟਾਈਮ ਦੇ ਵਿੱਚ ਬਾਕੀ ਪਿੰਡਾਂ ਦੇ ਵਿੱਚ ਵੀ ਅੱਜ ਵੀ ਔਰ ਬਹੁਤ ਖੁਸ਼ੀ ਦਾ ਮਾਹੌਲ ਹੈ, ਬਹੁਤ ਭਾਵੁਕ ਹਾਂ। ਔਰ ਸਾਰੀ ਸੰਗਤ ਦਾ ਮੈਂ ਇਸ ਜੈਨਪੁਰ ਪਿੰਡ ਦੀ ਸੰਗਤ ਦਾ ਸਿੱਖ ਮੁਸਲਿਮ ਸਾਂਝਾਂ ਦੀ ਤਰਫ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਸਾਨੂੰ ਆਪਣੇ ਤੇ ਦਾਵਤ ਦੇ ਕੇ ਰੋਜ਼ਾ ਅਫਤਾਰੀ ਕਰਨ ਲਈ ਬੁਲਾਇਆ। ਸ਼ੁਕਰੀਆ। ਡਾਕਟਰ ਸਾਹਿਬ, ਇੱਕ ਗੱਲ ਦੱਸੋ, ਮੈਨੂੰ ਤਾਂ ਐਵੇਂ ਲੱਗਦਾ ਜਿਵੇਂ ਕੋਈ ਨਾ ਸੁਪਨਾ ਨਹੀਂ ਦੇਖਦੇ ਹੁੰਦੇ ਅਸੀਂ, ਕਿਉਂਕਿ ਕਿਸੇ ਵੇਲੇ ਇੰਨੀਆਂ ਕੜਤਨਾਂ ਦੋਨੇ ਭਾਈਚਾਰਿਆਂ ਦੇ ਵਿੱਚ ਗੈਰ ਇਖਲਾਕੀ ਲੋਕਾਂ ਨੇ ਪਾਤੀਆਂ ਸੀ ਕਿ ਜਿਨ੍ਹਾਂ ਨੂੰ ਕੱਢਣਾ ਲੱਗਦਾ ਸੀ ਕਿ ਨਾਮੁਮਕਿਨ ਹੈਗਾ। ਅੱਜ ਗੁਰੂ ਘਰ ਦੇ ਵਿੱਚ, ਉਸੇ ਗੁਰੂ ਘਰ ਦੇ ਵਿੱਚ ਜਿਹੜੀ ਸਾਂਝ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਜੀ ਨਾਲ ਪਾਈ, ਨਬੀ ਖਾਨ, ਗਨੀ ਖਾਨ ਹੋਰਾਂ ਨੇ ਪਾਈ, ਸਾਈਂ ਮੀਆਂ ਮੀਰ ਹੋਰਾਂ ਨੇ ਪਾਈ, ਤੇ ਉਹੀ ਸਾਂਝ ਦਾ ਪ੍ਰਤੀਕ ਅੱਜ ਇਹ ਗੁਰਦੁਆਰਾ ਬਣਿਆ। ਮਨ ਦੇ ਵਿੱਚ ਕੀ ਜਜ਼ਬਾਤ ਨੇ? ਗੱਲ ਤਾਂ ਤੁਹਾਡੀ ਸਹੀ ਹੈ, ਲੇਕਿਨ ਇਹ ਹੈ ਵੀ ਸੱਚਾਈ ਜਿਹੜੀ ਹੈ, ਕੁਰਾਨ 'ਚ ਵੀ ਕਿਹਾ ਗਿਆ ਵੀ ਜਿਹੜੀ ਅਖੀਰ ਨੂੰ ਜਿੱਤ ਸੱਚਾਈ ਦੀ ਹੁੰਦੀ ਹੈ, ਝੂਠ ਇੱਕ ਦਿਨ ਹਾਰਦਾ ਹੈਗਾ। ਤੇ ਗੁਰੂ ਗ੍ਰੰਥ ਸਾਹਿਬ 'ਚ ਵੀ ਇਹੀ ਕਿਹਾ ਗਿਆ ਵੀ ਜਿਹੜਾ ਝੂਠ ਹੈ, ਜਿਹੜਾ ਬਾਤਿਲ ਹੈ, ਉਹ ਹਾਰਨ ਵਾਸਤੇ ਹੁੰਦਾ, ਇੱਕ ਦਿਨ ਉਹ ਹਾਰ ਜਾਂਦਾ ਤੇ ਸੱਚ ਦੀ ਜਿੱਤ ਹੁੰਦੀ ਹੈ। ਇੱਥੇ ਵੀ ਸੱਚ ਦੀ ਜਿੱਤ ਹੋਈ, ਕਿਉਂਕਿ ਜਿਵੇਂ ਪਹਿਲਾਂ ਦੱਸਿਆ ਨਾ ਵੀ ਤੁਸੀਂ ਝੂਠ ਨਾਲ ਸੱਚ ਨੂੰ ਕੁਝ ਦੇਰ ਵਾਸਤੇ ਦਬਾ ਸਕਦੇ ਹੋ, ਮਿਟਾ ਨਹੀਂ ਸਕਦੇ ਹੈਗੇ। ਜੇ ਦੇਖਿਆ ਜਾਵੇ ਅਸੀਂ ਇਤਿਹਾਸ 'ਤੇ ਝਾਤ ਮਾਰੀਏ ਤਾਂ ਸਿੱਖੀ ਦੇ ਬਾਨੀ, ਸਿੱਖੀ ਦੇ ਮੋਢੀ ਪਹਿਲੀ ਪਾਤਸ਼ਾਹੀ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਨੇ ਹੀ ਕਰਤਾਰਪੁਰ ਜਦੋਂ ਨਾਮ ਦਾ ਕਸਬਾ ਆਬਾਦ ਕੀਤਾ, ਤਾਂ ਉੱਥੇ ਜਦੋਂ ਆਪਣੇ ਰਹਿਣ ਲਈ ਘਰ ਬਣਾਇਆ ਸੀ, ਤਾਂ ਆਪਣੇ ਘਰ ਦੇ ਨਾਲ ਲੱਗਦੀ ਇੱਕ ਛੋਟੀ ਜਿਹੀ ਮਸਜਿਦ ਬਣਾਈ ਸੀ, ਤੇ ਉਸ ਮਸਜਿਦ ਵਿੱਚ ਨਮਾਜ਼ਾਂ ਪੜ੍ਹਾਉਣ ਲਈ ਇਮਾਮ ਵੀ ਨਿਯੁਕਤ ਕੀਤਾ ਸੀ। ਇਹ ਬਰਦਨਾਮਾ ਫਾਰਸੀ ਪੰਨਾ ਨੰਬਰ 121 ਦਾ ਦਰਜ ਹੈ। ਉਸ ਤੋਂ ਬਾਅਦ ਚੌਥੇ ਗੁਰੂ ਸਾਹਿਬ ਨੇ ਗੁਰੂ ਕੇ ਚੱਕ 'ਚ ਮਸਜਿਦ ਬਣਾਈ, ਫਿਰ ਪੰਜਵੇਂ ਗੁਰੂ ਸਾਹਿਬ ਨੇ ਮਸੀਤਾਂ ਬਣਾਈਆਂ ਕਈ ਜਗ੍ਹਾ, ਤੇ ਛੇਵੇਂ ਗੁਰੂ ਸਾਹਿਬ ਨੇ ਵੀ ਮਸੀਤਾਂ ਬਣਾਈਆਂ ਕਰਤਾਰਪੁਰ ਸਾਹਿਬ, ਹਰਗੋਬਿੰਦਪੁਰ, ਅੰਮ੍ਰਿਤਸਰ। ਤੇ ਛੇਵੇਂ ਗੁਰੂ ਸਾਹਿਬ ਦੀ ਬਣਾਈ ਹੋਈ ਮਸਜਿਦ ਅੱਜ ਵੀ ਹਰਗੋਬਿੰਦਪੁਰ ਮੌਜੂਦ ਹੈ, ਜਿਹਨੂੰ ਕਿ ਗੁਰੂ ਕੀ ਮਸਜਿਦ ਕਿਹਾ ਜਾਂਦਾ ਹੈ। ਤੇ ਗੁਰੂ ਸਾਹਿਬਾਨ ਤੋਂ ਬਾਅਦ ਵੀ ਜਿਹੜਾ ਸਿੱਖ ਭਰਾਵਾਂ ਵੱਲੋਂ ਮਸੀਤਾਂ ਬਣਾਉਣ ਦਾ ਸਿਲਸਿਲਾ ਚੱਲਦਾ ਰਿਹਾ। ਮਹਾਰਾਜਾ ਰਣਜੀਤ ਸਿੰਘ ਨੇ ਮਸੀਤਾਂ ਬਣਵਾਈਆਂ, ਤੇ ਹੋਰ ਦੂਸਰੇ ਜੈਜੀਤ ਸਿੰਘ ਨੇ, ਉਹਨਾਂ ਨੇ ਮਸਜਿਦ ਬਣਵਾਈ। ਲੇਕਿਨ 1947 ਵਿੱਚ ਕੁਛ ਇਤਿਹਾਸ ਨਾਲ ਛੇੜਛਾੜ ਕਰਕੇ ਅੰਗਰੇਜ਼ਾਂ ਵੱਲੋਂ ਸਾਡੇ ਦੋਵਾਂ ਭਰਾਵਾਂ ਵਿੱਚ ਕੁਝ ਦੇ ਲਈ ਭੁਲੇਖੇ ਪਾ ਦਿੱਤੇ ਗਏ, ਤੇ ਜਿਹਦਾ ਅਸੀਂ ਖਮਿਆਜ਼ਾ 1947 ਵਿੱਚ ਦੋਹਾਂ ਪਾਸੇ ਭੁਗਤਣਾ ਪਿਆ, ਜਦੋਂ ਪੰਜਾਬ ਨੂੰ, ਪੰਜਾਬੀਅਤ ਨੂੰ ਤੇ ਪੰਜਾਬੀਆਂ ਨੂੰ ਨੁਕਸਾਨ ਹੋਇਆ। ਹੋਰ ਕਿਸ ਦਾ ਨੁਕਸਾਨ ਨਹੀਂ ਹੋਇਆ, ਤੇ ਲੇਕਿਨ ਉਹ ਆਰਜ਼ੀ ਥੀ, ਵਕਤੀ ਥੀ, ਕਿਉਂਕਿ ਅਖੀਰ ਨੂੰ ਜਿੱਤ ਸੱਚ ਦੀ ਹੋਣੀ ਸੀ। ਤੇ ਉਹ ਸਮਾਂ ਸੀਗਾ ਇਤਿਹਾਸ ਦੇ ਨਾਲ ਲੋਕਾਂ ਦੇ ਜਿਹੜੇ ਭਰਮ ਭੁਲੇਖੇ ਪਾਏ ਗਏ ਸੀ, ਜਦ ਲੋਕਾਂ ਸਾਹਮਣੇ ਸੱਚਾਈ ਆਈ, ਉਹ ਅੱਜ ਫਿਰ ਅਸੀਂ ਸਿੱਖ ਮੁਸਲਮਾਨ ਸਾਰਿਆਂ ਦੀ ਅੱਜ ਬੱਕੜੀਆਂ ਪੈ ਰਹੀਆਂ ਨੇ, ਤੇ ਫਿਰ ਉਹੀ ਮਾਹੌਲ ਜਿਹੜਾ 47 ਤੋਂ ਪਹਿਲਾਂ ਸੀ ਉਹ ਦੁਬਾਰਾ ਲੌਟ ਆਇਆ ਹੈ। ਪਰ ਡਾਕਟਰ ਸਾਹਿਬ, ਬਹੁਤ ਸਾਰੇ ਲੋਕਾਂ ਨੇ ਇੱਕ ਜਿਹੜਾ ਮਜੀਠਾ ਦੇ ਪਿੰਡ ਦੇ ਵਿੱਚ ਇੱਕ ਮਾਮਲਾ ਹੋਇਆ, ਉਹਨੂੰ ਧਰਮ ਦੀ ਲੜਾਈ ਬਣਾ ਕੇ ਪੇਸ਼ ਕੀਤਾ। ਉਸ ਮਾਮਲੇ 'ਤੇ ਤੁਹਾਡੀ ਕੀ ਰਾਏ ਹੈ? ਦੇਖੋ, ਅਸਲ ਜੋ ਦੋ ਪਰਿਵਾਰਾਂ ਦੀ ਲੜਾਈ ਸੀ, ਇੱਕ ਮੁਸਲਮਾਨ ਗੁਜਰ ਪਰਿਵਾਰ ਸੀ ਤੇ ਦੂਸਰੇ ਇੱਕ ਸਿੱਖ ਪਰਿਵਾਰ ਸੀ, ਦੋਵਾਂ ਦੀ ਲੜਾਈ ਹੋਈ ਸੀ। ਜਦ ਕਿ ਪੰਜਾਬ ਦਾ ਇਤਿਹਾਸ ਗਵਾਹ ਹੈ ਕਿ ਪੰਜਾਬ 'ਚ ਦੋ ਸਕੇ ਸਿੱਖ ਭਰਾਵਾਂ ਦੀਆਂ ਜ਼ਮੀਨ ਪਿੱਛੇ ਲੜਾਈਆਂ ਹੋਈਆਂ, ਗੋਲੀਆਂ ਚੱਲੀਆਂ ਤੇ ਮੌਤਾਂ ਹੋਈਆਂ ਦੋਨਾਂ ਪਾਸੇ, ਤੇ ਮੁਸਲਮਾਨਾਂ ਦੇ ਵੀ ਇਸੇ ਪ੍ਰਕਾਰ ਜਾਇਦਾਦ ਪਿੱਛੇ ਲੜਾਈਆਂ ਹੋਈਆਂ, ਗੋਲੀਆਂ ਚੱਲੀਆਂ ਤੇ ਮੌਤਾਂ ਹੋਈਆਂ। ਪਰ
ਸ਼ਰਾਰਤੀ ਅਨਸਰ ਨੇ ਇਸ ਦੋ ਭਰਾਵਾਂ ਦੀ ਲੜਾਈ ਨੂੰ ਜਾਂ ਦੋ ਘਰਾਂ ਦੀ ਲੜਾਈ ਨੂੰ ਦੋ ਧਰਮਾਂ ਦੀ ਜਾਂ ਦੋ ਕੌਮਾਂ ਦੀ ਲੜਾਈ ਬਣਾ ਕੇ ਪੇਸ਼ ਕਰਨ ਦਾ ਯਤਨ ਕੀਤਾ ਹੈ। ਇਹ ਬਹੁਤ ਦੁਖਦਾਈ ਗੱਲ ਹੈ। ਜਦ ਕਿ ਅਨਾਇਤਪੁਰ ਪਿੰਡ ਵਿਖੇ ਇੱਕ ਪਰਿਵਾਰ ਨੇ ਅਗਰ ਕੋਈ ਕਸੂਰ ਕੀਤਾ ਹੈ ਤਾਂ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ, ਪਰ ਉਸ ਦੀ ਸਜ਼ਾ ਦੂਜੇ ਲੋਕਾਂ ਨੂੰ ਨਹੀਂ ਦਿੱਤੀ ਜਾ ਸਕਦੀ, ਪੂਰੀ ਬਰਾਦਰੀ ਨੂੰ ਦਿੱਤੀ ਜਾ ਸਕਦੀ, ਕਿਉਂਕਿ ਅਜਿਹਾ ਕਰਨਾ ਤਾਂ ਗੁਰਬਾਣੀ ਦੀਆਂ ਸਿੱਖਿਆਵਾਂ ਦੇ ਵਿਰੁੱਧ ਹੈ। ਜਿਹਾ ਕਿ ਗੁਰਬਾਣੀ ਦਾ ਫਰਮਾਨ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਆਸਾ ਮਹੱਲਾ 5ਵਾਂ ਅੰਗ 407, ਅਹਿਕਰ ਕਰੇ ਸੋ ਅਹਿਕਰ ਪਾਏ, ਕੋਈ ਨਾ ਪਕੜੀਏ ਕਿਸੇ ਥਾਏ। ਕਿਸੇ ਇੱਕ ਦੇ ਕੀਤੇ ਦੋਸ਼ ਵਿੱਚ ਦੂਜੇ ਨੂੰ ਫੜਨਾ ਕੋਈ ਉਹ ਗੱਲ ਨਹੀਂ ਹੈ ਜਿਸ ਦਾ ਦੋਸ਼ ਹੋਵੇ ਉਸ ਨੂੰ ਸਜ਼ਾ ਦਿੱਤੀ ਜਾਵੇ। ਇਸ ਤਰ੍ਹਾਂ ਪਹਿਲੀ ਪਾਤਸ਼ਾਹੀ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਦਾ ਫਰਮਾਨ ਹੈ, ਜਨਮ ਸਾਖੀ ਭਾਈ ਬਾਲਾ ਪੰਨਾ ਨੰਬਰ 201 ਤੇ, ਕਲਯੁਗ ਸੱਚ ਨਿਆਉ ਹੈ, ਜੋ ਵਿਗਾੜੇ ਪਾਵੇ ਸੋਏ, ਹੋਰਸ ਕਿਸੇ ਨਾ ਮਾਰੀਏ ਭਾਵੇਂ ਕੋਈ ਹੋਏ, ਜਿਹੜਾ ਅੰਗ ਗੁਨਾਹ ਕਰੇ ਤਿਸ ਅੱਗੇ ਮਿਲੇ ਸਜਾਏ, ਵਿੱਚ ਕਿਤਾਬਾਂ ਲਿਖਿਆ ਆਖਿਆ ਪਾਕ ਖੁਦਾਏ। ਜੋ ਕਰੇ ਸੋ ਪਰੇ, ਕਿਸੇ ਦੂਜੇ ਨੂੰ ਉਸ ਦਾ ਦੰਡ ਨਹੀਂ ਦਿੱਤਾ ਜਾ ਸਕਦਾ, ਭਾਵੇਂ ਉਹ ਕੋਈ ਵੀ ਹੋਵੇ, ਭਾਵੇਂ ਉਹ ਕੋਈ ਵੀ ਹੋਵੇ। ਇੱਥੋਂ ਤੱਕ ਕਿ ਜੇ ਇਨਸਾਨ ਦੇ ਸਰੀਰ ਦੇ ਕਿਸੇ ਅੰਗ ਨੇ ਕੋਈ ਪਾਪ ਕਮਾਇਆ ਹੈ ਤਾਂ ਉਸ ਦਾ ਦੰਡ ਉਸੇ ਸਰੀਰ ਦੇ ਅੰਗ ਨੂੰ ਦਿੱਤਾ ਜਾਏਗਾ। ਕਰੇ ਕੋਈ ਭਰੇ ਕੋਈ, ਇਹ ਗੱਲ ਨਿਆਂਪੂਰਵਕ ਨਹੀਂ ਕਹੀ ਜਾ ਸਕਦੀ। ਤਾਂ ਫਿਰ ਮੈਨੂੰ ਦੱਸੋ, ਗੁਰਬਾਣੀ ਦੇ ਅਸੂਲਾਂ ਦੇ ਮੁਤਾਬਕ ਇੱਕ ਬੰਦੇ ਨੇ ਕੀਤੇ ਪਾਪ ਦੀ ਸਜ਼ਾ ਪੂਰੀ ਬਰਾਦਰੀ ਨੂੰ ਕਿਵੇਂ ਦਿੱਤੀ ਜਾ ਸਕਦੀ ਹੈ? ਅਜਿਹਾ ਕਰਕੇ ਤਾਂ ਅਸੀਂ ਗੁਰਬਾਣੀ ਦੇ ਵਿਰੋਧ ਕਰ ਰਹੇ ਹਾਂ, ਠੀਕ ਹੈ ਨਹੀਂ। ਦੇਖੋ, ਜਿਵੇਂ ਮੈਂ ਪਹਿਲਾਂ ਕਿਹਾ, ਪੰਜਾਬ 'ਚ ਅਜਿਹੇ ਬਹੁਤ ਸਾਰੀਆਂ ਲੜਾਈਆਂ ਹੋਈਆਂ ਨੇ, ਦੋ ਸਗੇ ਭਰਾਵਾਂ 'ਚ ਹੋਈਆਂ ਨੇ, ਦੋਵਾਂ ਪਾਸੇ ਹੋਈਆਂ ਨੇ, ਪਰ ਕਦੇ ਵੀ ਉਹਨਾਂ ਲੜਾਈਆਂ ਨੂੰ ਇਸ ਤਰ੍ਹਾਂ ਨਹੀਂ ਉਛਾਲਿਆ ਗਿਆ ਜਿਸ ਤਰ੍ਹਾਂ ਕਿ ਇਸ ਲੜਾਈ ਨੂੰ ਸ਼ਰਾਰਤੀ ਅਨਸਰ ਵੱਲੋਂ ਉਛਾਲਿਆ ਜਾ ਰਿਹਾ ਹੈ। ਇਹਦਾ ਇੱਕੋ ਇੱਕ ਕਾਰਨ ਹੈ, ਉਹ ਕਾਰਨ ਇਹ ਹੈ ਕਿ ਉਹਨਾਂ ਲੋਕਾਂ ਤੋਂ, ਉਹਨਾਂ ਭੈੜੇ ਲੋਕਾਂ ਤੋਂ, ਉਹਨਾਂ ਸ਼ਰਾਰਤੀ ਅਨਸਰ ਤੋਂ ਸਿੱਖਾਂ ਅਤੇ ਮੁਸਲਮਾਨਾਂ ਦਾ ਵੱਧਦਾ ਹੋਇਆ ਪਿਆਰ ਅਤੇ ਨੇੜਤਾ ਸਹਿਣ ਨਹੀਂ ਹੋ ਰਹੀ। ਇਹੋ ਗੱਲ ਮੈਨੇ ਅਗਸਤ 2019 ਵਿੱਚ ਕਹੀ ਸੀ, ਜਦੋਂ ਸ਼ਰਾਰਤੀ ਅਨਸਰਾਂ ਵੱਲੋਂ ਸ਼੍ਰੀ ਨਨਕਾਣਾ ਸਾਹਿਬ ਤੇ ਗੁਰਦੁਆਰਾ ਸਾਹਿਬ 'ਤੇ ਪਥਰਾਓ ਕੀਤਾ ਗਿਆ ਸੀ, ਔਰ ਮੈਨੇ ਖਬਰਦਾਰ ਵੀ ਕੀਤਾ ਸੀ ਵੀ ਭਵਿੱਖ ਵਿੱਚ ਸ਼ਰਾਰਤੀ ਅਨਸਰਾਂ ਵੱਲੋਂ ਇਸ ਤੋਂ ਵੀ ਖਤਰਨਾਕ ਸਾਜ਼ਿਸ਼ਾਂ ਕੀਤੀਆਂ ਜਾ ਸਕਦੀਆਂ ਨੇ। ਸਾਨੂੰ ਸੁਚੇਤ ਰਹਿਣ ਦੀ ਲੋੜ ਹੈ, ਸਾਨੂੰ ਸੁਚੇਤ ਰਹਿਣ ਦੀ ਲੋੜ ਹੈ। ਉਹਦਾ ਹੀ ਇੱਕ ਪਾਰਟ ਹੈ, ਉਹਨਾਂ ਸਾਥ ਪਿਆਰ ਬਰਦਾਸ਼ਤ ਨਹੀਂ ਹੋ ਰਿਹਾ, ਇਸ ਲਈ ਉਹ ਇਹ ਮੌਕਿਆਂ ਨੂੰ ਭੜਕਾ ਕੇ ਲੋਕਾਂ 'ਚ ਨਫ਼ਰਤ ਪਾਉਣ ਦੀ ਕੋਸ਼ਿਸ਼ ਕਰਦੇ ਨੇ, ਜਦ ਕਿ ਅਜਿਹਾ ਕੰਮ ਕੋਈ ਅੱਛਾ ਸਿੱਖ, ਕੋਈ ਅੱਛਾ ਮੁਸਲਮਾਨ ਕਰ ਹੀ ਨਹੀਂ ਸਕਦਾ। ਮੈਂ ਬਾਰ-ਬਾਰ ਕਹਿਣਾ, ਜਿਹੜਾ ਕਸੂਰਾਂ ਨੂੰ ਸਜ਼ਾ ਦਿੱਤੀ ਜਾਵੇ। ਅਤੇ ਅਜਿਹਾ ਕਰਨਾ, ਜਿਹੜੇ ਲੋਕ ਇਹ ਕੰਮ ਕਰ ਰਹੇ ਨੇ ਉਹ ਧਰਮ ਦੇ ਪੇਸ਼ ਕਰ ਰਹੇ ਨੇ, ਉਹ ਅਧਰਮ ਫੈਲਾ ਰਹੇ ਨੇ ਧਰਮ ਦੇ ਪੇਸ਼ 'ਚ। ਉਹ ਲੋਕ ਨੇ, ਉਹਨਾਂ ਨੂੰ ਸੋਚਣਾ ਚਾਹੀਦਾ ਕਿ ਉਹ ਇਹ ਅਜਿਹਾ ਕਰਕੇ ਗੁਰੂ ਦੇ ਜਾਂ ਰੱਬ ਦੇ ਚਰਨਾਂ 'ਚ ਨਿਵਾਸ ਪ੍ਰਾਪਤ ਨਹੀਂ ਕਰ ਸਕਦੇ, ਕਿਉਂਕਿ ਪਹਿਲੀ ਪਾਤਸ਼ਾਹੀ ਦਾ ਸਪਸ਼ਟ ਫਰਮਾਨ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਰਾਮਕਲੀ ਸ਼ਲੋਕ ਮਹੱਲਾ ਪਹਿਲਾ ਅੰਗ 952, ਸਭਨਾ ਕਾ ਦਰ ਲੇਖਾ ਹੋਏ, ਕਰਨੀ ਬਾਝੋ ਤਰੇ ਨਾ ਕੋਏ। ਹੋ ਸੰਸਾਰ ਦੇ ਲੋਕੋ, ਉਹ ਚਾਹੇ ਹਿੰਦੂ ਹੋ, ਚਾਹੇ ਮੁਸਲਮਾਨ ਹੋ, ਚਾਹੇ ਸਿੱਖ ਹੋ, ਚਾਹੇ ਈਸਾਈ ਹੋ, ਇਹ ਗੱਲ ਗੌਰ ਨਾਲ ਸੁਣ ਲਓ। ਤੁਸੀਂ ਸਾਰਿਆਂ ਨੇ ਇੱਕ ਦਿਨ ਆਪਣੇ ਸੰਸਾਰ 'ਚ ਕੀਤੇ ਚੰਗੇ ਮੰਦੇ ਕਰਮਾਂ ਦਾ ਲੇਖਾ ਜੋਖਾ ਦੇਣ ਲਈ ਰੱਬ ਦੇ ਬੂਹੇ 'ਤੇ, ਰੱਬ ਦੇ ਦਰਬਾਰ 'ਤੇ ਖੜ੍ਹਾ ਹੋਣਾ ਹੈ, ਅਤੇ ਉੱਥੇ ਕਰਨੀ ਬਾਝੋਂ ਤਰੇ ਨਾ ਕੋਏ, ਉੱਥੇ ਸ਼ੁਭ ਕਰਨੀ ਤੋਂ ਬਗੈਰ ਕੋਈ ਤਰ ਨਹੀਂ ਸਕੇਗਾ, ਕੋਈ ਸਫਲ ਨਹੀਂ ਹੋ ਸਕੇਗਾ, ਕਿਸ ਦਾ ਪਾਰ ਉਤਾਰਾ ਨਹੀਂ ਹੋ ਸਕਦਾ। ਔਰ ਇਸ ਦੇ ਨਾਲ ਹੀ ਗੁਰੂ ਸਾਹਿਬ ਦਾ, ਗੁਰੂ ਨਾਨਕ ਸਾਹਿਬ ਦਾ ਫਰਮਾਨ ਹੈ, ਰਾਮਕਲੀ ਸ਼ਲੋਕ ਮਹੱਲਾ ਪਹਿਲਾ ਅੰਗ 953 ਤੇ, ਨਾਨਕ ਆਖੇ ਰੇ ਮਨਾ ਸੁਣੀਏ ਸਿੱਖ ਸਹੀ, ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ। ਯਾਦ ਰੱਖ, ਰੱਬ ਨੇ ਤੇਰਾ ਵਹੀ ਕੱਢ ਕੇ, ਵਹੀ ਜਿਹੜੀ ਤੇਰੀ ਵਹੀ ਖਾਤਾ ਤਿਆਰ ਹੋਇਆ, ਤੇਰਾ ਲੇਖਾ ਜੋਖਾ ਰਹਿਣਾ ਹੈ। ਤੂੰ ਧਰਮ ਦੇ ਭੇਸ 'ਚ, ਰੱਬ ਦੀ ਖਲਕ 'ਚ ਜਿਹੜਾ ਨਫ਼ਰਤ ਫੈਲਾ ਰਹੇ ਹੈ, ਤੋੜ ਪੈਦਾ ਕਰ ਰਹੇ ਹੈ, ਤੈਨੂੰ ਇਹ ਲੇਖਾ ਜੋਖਾ ਦੇਣਾ ਪੈਣਾ ਹੈ। ਔਰ ਤੂੰ ਇਹ ਤੋੜ ਕਰਕੇ, ਰੱਬ ਦੇ ਬੰਦਿਆਂ ਨੂੰ ਤੋੜ ਪੈਦਾ ਕਰਕੇ, ਰੱਬ ਦੇ ਬੰਦਿਆਂ 'ਚ ਨਫ਼ਰਤ ਫੈਲਾ ਕੇ ਤੂੰ ਕਹਿੰਦਾ ਮੇਰਾ ਰੱਬ ਦੇ ਚਰਨਾਂ 'ਚ ਨਿਵਾਸ ਹੋਊਗਾ। ਉਹਦੀ ਮਿਸਾਲ ਤਾਂ ਉਸ ਵਿਅਕਤੀ ਜਿਹੀ ਹੈ ਜਿਹੜਾ ਜ਼ਹਿਰ ਬੀਜ ਕੇ ਅੰਮ੍ਰਿਤ ਪ੍ਰਾਪਤ ਕਰਨ ਦਾ ਚਾਹਵਾਨ ਹੈ। ਜਿਵੇਂ ਕਿ ਗੁਰਬਾਣੀ ਦਾ ਫਰਮਾਨ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਆਸਾ ਮਹੱਲਾ ਦੂਜਾ ਅੰਗ 474, ਬੀਜੇ ਬਿਖ ਮੰਗੇ ਅੰਮ੍ਰਿਤ ਵੇਖੋ ਇਹ ਨਿਆਓ। ਬੀਜੇ ਬਿਖ ਮੰਗੇ ਅੰਮ੍ਰਿਤ ਵੇਖੋ ਇਹ ਨਿਆਓ। ਜ਼ਹਿਰ ਬੀਜ ਕੇ ਅੰਮ੍ਰਿਤ ਲੋੜੀਦਾ ਹੈ। ਵੇਖੋ ਇਹ ਕਿਹੋ ਜਿਹਾ ਇਨਸਾਫ ਹੈ, ਇਹ ਕਿਸ ਕਿਸਮ ਦਾ ਇਨਸਾਫ ਹੈ? ਗੁਰਬਾਣੀ ਕਹਿੰਦੀ ਇਹ ਕੈਸਾ ਇਨਸਾਫ ਹੈ? ਤੁਸੀਂ ਜ਼ਹਿਰ ਬੀਜ ਕੇ ਅੰਮ੍ਰਿਤ ਦੀ ਤਵੱਕਾ ਨਾ ਰੱਖੋ। ਇਸ ਲਈ ਅਗਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਰੱਬ ਦੇ ਚਰਨਾਂ 'ਚ ਨਿਵਾਸ ਪ੍ਰਾਪਤ ਕਰੀਏ, ਤਾਂ ਸਾਨੂੰ ਰੱਬ ਦੇ ਬਣਾਏ ਹੋਏ ਬੰਦਿਆਂ 'ਚ ਪ੍ਰੇਮ ਪੈਦਾ ਕਰਨਾ ਚਾਹੀਦਾ ਹੈ, ਮੁਹੱਬਤ ਪੈਦਾ ਕਰਨੀ ਚਾਹੀਦੀ ਹੈ, ਨਫ਼ਰਤ ਨਹੀਂ। ਨਫ਼ਰਤ ਫੈਲਾ ਕੇ ਉਹਨਾਂ 'ਚ ਨਫ਼ਰਤ ਨਹੀਂ ਪਾਉਣੀ ਚਾਹੀਦੀ। ਦੇਖੋ, ਇੱਕ ਵਿਅਕਤੀ ਦੇ, ਇੱਕ ਪਿਤਾ ਦੇ ਦੋ ਪੁੱਤਰ ਨੇ, ਉਹਨਾਂ ਵਿੱਚ ਕੋਈ ਜੋੜ ਪੈਦਾ ਕਰਦਾ ਹੈ
ਤਾਂ ਪਿਤਾ ਉਹ ਤੋਂ ਬਹੁਤ ਖੁਸ਼ ਹੁੰਦਾ ਹੈ। ਜੇ ਉਹਦੇ ਪੁੱਤਰਾਂ 'ਚ ਕੋਈ ਨਫ਼ਰਤ ਪਾਉਂਦਾ, ਤੋੜ ਪੈਦਾ ਕਰਦਾ ਤਾਂ ਉਹਦਾ ਪਿਤਾ ਉਹਨਾਂ ਤੋਂ ਬਹੁਤ ਦੁੱਖ ਹੁੰਦਾ ਹੈ। ਤਾਂ ਦੱਸੋ, ਇੱਕ ਰੱਬ ਦੇ ਬਣਾ ਹੋਏ ਬੰਦੇ ਆ, ਏਕ ਪਿਤਾ ਏਕ ਸਕੇ ਹਮ ਬਾਰਿਕ, ਸੋਰਠ ਮਹੱਲਾ 5ਵਾਂ ਅੰਗ 616 ਤੇ, ਕਿ ਅਸੀਂ ਸਾਰੇ ਇੱਕ ਰੱਬ ਦੇ ਬੱਚੇ ਆ, ਇੱਕ ਰੱਬ ਦੇ ਬੰਦੇ ਆ। ਫਿਰ ਉਹ ਰੱਬ ਕਿਵੇਂ ਸਹਿਣ ਕਰੂਗਾ ਕਿ ਉਸ ਦੇ ਬਣਾਏ ਹੋਏ ਬੰਦਿਆਂ 'ਚ ਕੋਈ ਬੰਦਾ ਤੋੜ ਪੈਦਾ ਕਰੇ, ਧਰਮ ਦੇ ਨਾਮ 'ਤੇ ਨਫ਼ਰਤ ਫੈਲਾਵੇ, ਤੇ ਉਹ ਫਿਰ ਉਹ ਚਾਹੇ ਮੈਨੂੰ ਰੱਬ ਦੇ ਚਰਨਾਂ 'ਚ ਨਿਵਾਸ ਮਿਲ ਜੂਗਾ? ਇੰਪੋਸੀਬਲ, ਨਾਮੁਮਕਿਨ ਹੈ। ਅਗਰ ਉਹ ਚਾਹੁੰਦੇ ਨੇ ਕਿ ਲੋਕ ਚਾਹੁੰਦੇ ਨੇ ਕਿ ਸਾਨੂੰ ਰੱਬ ਦੇ ਚਰਨਾਂ 'ਚ ਨਿਵਾਸ ਮਿਲੇ, ਤਾਂ ਉਹਨਾਂ ਨੂੰ 10ਵੇਂ ਗੁਰੂ ਸਾਹਿਬ ਦੇ ਬਿਆਨ ਕੀਤੇ ਫਰਮਾਨ 'ਤੇ ਅਮਲ ਕਰਨਾ ਪਊਗਾ। ਸ਼੍ਰੀ ਗੁਰੂ 10ਵਾਂ ਗ੍ਰੰਥ ਅਕਾਲ ਉਸਤਤ ਅੰਗ 42, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜੇ ਰੱਬ ਨੂੰ ਰਾਜ਼ੀ ਕਰਨਾ ਚਾਹੁੰਦੇ ਹੋ, ਰੱਬ ਦੇ ਚਰਨਾਂ 'ਚ ਨਿਵਾਸ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਉਸ ਦੇ ਬਣਾਏ ਹੋਏ ਬੰਦਿਆਂ ਨਾਲ ਪ੍ਰੇਮ ਪੈਦਾ ਕਰੋ, ਉਹਨਾਂ ਨਾਲ ਮੁਹੱਬਤ ਪੈਦਾ ਕਰੋ, ਉਹਨਾਂ 'ਚ ਜੋੜ ਬਣਾਓ, ਉਹਨਾਂ 'ਚ ਨਫ਼ਰਤ ਨਾ ਫੈਲਾਓ। ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਦੇ ਲਈ। ਸਾਡੇ ਨਾਲ ਨੌਜਵਾਨ ਵਰਗ ਵੀ ਹੈਗਾ ਇੱਥੇ, ਉਹਨਾਂ ਨਾਲ ਵੀ ਅਸੀਂ ਗੱਲ ਕਰਦੇ ਹਾਂ। ਪ੍ਰਵੇਸ਼ ਸਾਹਿਬ, ਕਿਹੋ ਜਿਹਾ ਮਨ ਦੇ ਵਿੱਚ ਕੀ ਚੱਲ ਰਿਹਾ ਹੈ ਇਸ ਵੇਲੇ ਜਦੋਂ ਨਮਾਜ਼ ਗੁਰੂ ਘਰ ਦੇ ਵਿੱਚ ਅਦਾ ਕੀਤੀ ਹੈ? ਬਿਸਮਿਲ੍ਲਾਹ ਰਹਿਮਾਨ ਰਹੀਮ। ਜਿਵੇਂ ਕਿ ਬਹੁਤ ਸਾਰੀਆਂ ਗੱਲਾਂ ਤੁਹਾਡੇ ਸਾਹਮਣੇ ਪਹਿਲਾਂ ਆ ਹੀ ਚੁੱਕੀਆਂ ਨੇ। ਇੱਕ ਸੁਪਨੇ ਨੂੰ ਲੈ ਕੇ ਚੱਲੇ ਸੀਗੇ, ਸਿੱਖ ਮੁਸਲਮਾਨ ਸਾਂਝਾ ਆਰਗੇਨਾਈਜੇਸ਼ਨ ਜਦੋਂ ਬਣਾਈ ਗਈ ਸੀ, ਇੱਕੋ ਇੱਕ ਇਹਦਾ ਮੇਨ ਜਿਹੜਾ ਮੁੱਦਾ ਸੀਗਾ ਕਿ ਸਿੱਖਾਂ ਦੇ ਮੁਸਲਮਾਨਾਂ ਦੇ ਆਪਸੀ ਸੰਬੰਧਾਂ ਨੂੰ ਕਾਇਮ ਕੀਤਾ ਜਾਵੇ ਔਰ ਆਪਸੀ ਸੰਬੰਧਾਂ ਨੂੰ ਅੱਗੇ ਵਧਾਇਆ ਜਾਵੇ। ਉਹ ਜਿਹੜੇ ਅਸੀਂ ਲੈ ਕੇ ਚੱਲੇ ਸੀ, ਅੱਜ ਅੱਖਾਂ ਦੇ ਮੂਹਰੇ ਉਹ ਚੀਜ਼ ਪੂਰੀ ਹੁੰਦੀ ਨਜ਼ਰ ਆ ਰਹੀ ਹੈ। ਉਹੀ ਚੀਜ਼, ਜੋ ਚੀਜ਼ ਉਹ ਲਿਖੀ ਗਈ ਸੀ, ਅੱਜ ਜਦੋਂ ਦੇਖਦੇ ਤਾਂ ਮਨ ਵਿੱਚ ਬੜੀ ਖੁਸ਼ੀ ਪੈਦਾ ਹੁੰਦੀ ਹੈ ਔਰ ਦਿਲ ਨੂੰ ਸਕੂਨ ਪੈਦਾ ਹੋ ਰਿਹਾ ਹੈ। ਉਸ ਰੱਬ ਨੇ ਸਾਨੂੰ ਉਹ ਚੀਜ਼ ਨੂੰ ਪੂਰਾ ਕਰਨ ਦਾ ਸਾਨੂੰ ਇੱਕ ਮੌਕਾ ਬਖਸ਼ਿਆ। ਜੀ ਸਾਡੇ ਨਾਲ ਨਾ ਬਾਬਾ ਅਮਰਜੀਤ ਜੀ ਨੇ। ਬਾਬਾ ਜੀ, ਅਸੀਂ ਗੱਲ ਕਰ ਰਹੇ ਸੀ ਕਿ ਬਹੁਤ ਸਾਰੇ ਮੌਕੇ ਅਜਿਹੇ ਆਉਂਦੇ ਨੇ ਜਦੋਂ ਦੋਵਾਂ ਕੌਮਾਂ ਨੂੰ ਲੜਾਉਣ ਦੀ, ਉਹਨਾਂ ਦੇ ਆਪਸ 'ਚ ਨਫ਼ਰਤ ਪੈਦਾ ਕਰਨ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ। ਹੁਣੇ ਇਨਾਇਤਪੁਰ ਦਾ ਮਾਮਲਾ ਵੀ ਆਇਆ, ਬੜੇ ਵਿਸਥਾਰ ਨਾਲ ਗੁਰਬਾਣੀ ਦੀਆਂ ਉਦਾਹਰਨਾਂ ਦੇ ਕੇ ਇਹਨਾਂ ਨੇ ਸਮਝਾਇਆ ਕਿ ਕਿਸ ਤਰੀਕੇ ਨਾਲ ਉਹ ਸਾਰੀ ਘਟਨਾ ਨੂੰ ਲੈਣਾ ਚਾਹੀਦਾ। ਪਰ ਫਿਰ ਵੀ ਕੁਝ ਲੋਕ ਨੇ ਜਿਹੜੇ ਇਨਾਇਤਪੁਰ ਵਾਲੇ ਮਾਮਲੇ 'ਚ ਪੂਰੀ ਕੌਮ ਨੂੰ ਫਿਰ ਦੁਬਾਰਾ ਤੋਂ ਕਟਹਿਰੇ 'ਚ ਖੜਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਉਹਨਾਂ ਨੂੰ ਕੀ ਸੁਨੇਹਾ ਦਿਓਗੇ ਤੁਸੀਂ? ਨਹੀਂ, ਅਸੀਂ ਤਾਂ ਇੱਕ ਦਿਨ ਇੱਥੇ ਵੈਸੇ ਵੀ ਬੇਨਤੀ ਕੀਤੀ ਸੀ ਵੀ ਇਹ ਦੋ ਘਰਾਂ ਦੀ ਲੜਾਈ ਹੈ, ਕੌਮਾਂ ਦੀ ਲੜਾਈ ਨਹੀਂ ਹੈਗੀ। ਇਹ ਜਿਹੜੇ ਸ਼ਰਾਰਤੀ ਲੋਕ ਨੇ ਉਹਨੂੰ ਇੱਕ ਧਾਰਮਿਕ ਰੰਗਤ ਦੇਣੀ ਚਾਹੁੰਦੇ ਨੇ। ਉਹ ਕਦੇ ਉਹਨਾਂ ਦਾ ਜਿਹੜਾ ਹੈ ਉਹ ਪੂਰਾ ਨਹੀਂ ਹੋਣਾ। ਹਾਂ, ਥੋੜ੍ਹੇ ਦਿਨ ਆਪੇ ਫੈਸਲਾ ਹੋ ਜਾਣਾ, ਸਭ ਕੁਝ ਠੀਕ ਹੋ ਜਾਣਾ। ਹਾਂਜੀ, ਪਰ ਕਿਹੋ ਜੀ ਸੋਚ ਹੈ ਇਸ ਤਰ੍ਹਾਂ ਦੇ ਮੌਕੇ ਦੇ ਉੱਤੇ? ਕਿਉਂਕਿ ਉਸ ਵਿਵਾਦ ਤੋਂ ਬਾਅਦ, ਉਸ ਘਟਨਾ ਤੋਂ ਬਾਅਦ ਉਹਨਾਂ ਲੋਕਾਂ ਨੂੰ ਮੌਕਾ ਮਿਲ ਗਿਆ ਪਾਣੀ ਫੇਰਨ ਦਾ। ਤੁਹਾਡੇ ਵਰਗੇ ਨੇਕ ਸ਼ਖਸੀਅਤਾਂ ਜਿਹੜੇ ਪ੍ਰਵਚਨ ਕਰਦੀਆਂ ਨੇ, ਡਾਕਟਰ ਨਜ਼ੀਰ ਅਖਤਰ ਵਰਗੇ ਜਿਹੜੇ ਉੱਦਮ ਕਰਦੇ ਨੇ, ਉਹਨਾਂ ਲੋਕਾਂ ਦੇ ਕੰਮ ਦੇ ਉੱਤੇ ਬੜਾ ਵੱਡਾ ਜਿਹੜਾ ਫਿਰ ਅਸੀਂ ਕਹਿ ਲਈਏ ਕਿ ਸਵਾਲ ਖੜੇ ਕਰ ਦਿੱਤੇ ਜਾਂਦੇ ਨੇ। ਕਰਨੇ ਨਹੀਂ ਚਾਹੀਦੇ, ਮਾੜੀ ਗੱਲ ਹੈ। ਠੀਕ ਹੈ ਨਾ? ਅਤੇ ਇਹ ਲੋਕਾਂ ਦੀ ਸੋਚ ਇਹੀ ਰਹਿਣੀ ਆ। ਇਹਨਾਂ ਨੂੰ ਧੁਰ ਤੋਂ ਹੀ ਇਹ ਦਾਅ 'ਤੇ ਮਿਲੀ ਹੋਈ ਹੈ, ਬਸ ਇਹਨਾਂ ਨੇ ਮਾੜਾ ਹੀ ਕਰਨਾ। ਠੀਕ ਹੈ ਨਾ? ਹਾਂ ਜੀ ਜੀ। ਉਹ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੈਣ, ਉਹ ਕਦੇ ਵੀ ਆਪਣੇ ਇਹ ਮਾੜੀ ਸੋਚ ਕਾਮਯਾਬ ਨਹੀਂ ਹੋਣਗੇ। ਕਿਉਂਕਿ ਇਹ ਜਿਹੜੀ ਸਾਡੀ ਸਾਂਝ ਹੈ, ਜਿਹੜਾ ਪਿਆਰ ਹੈ, ਇਹ ਸਿੱਖੀ ਦੇ ਬਾਨੀ, ਸਿੱਖੀ ਦੇ ਮੋਢੀ ਪਹਿਲੀ ਪਾਤਸ਼ਾਹੀ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਵੱਲੋਂ ਕਾਇਮ ਕੀਤੀ ਗਈ ਸਾਂਝ ਹੈ, ਕਿਸੇ ਐਰੇ ਗੈਰੇ ਵੱਲੋਂ ਨਹੀਂ ਹੈ। ਠੀਕ ਹੈ ਨਹੀਂ? ਉਹ ਜਿੰਨੇ ਮਰਜ਼ੀ ਕੋਸ਼ਿਸ਼ਾਂ ਕਰ ਲੈਣ, ਅਖੀਰ ਨੂੰ ਜਿੱਤ ਸਾਡੇ ਪਿਆਰ ਦੀ ਹੋਣੀ ਹੈ, ਸੱਚ ਦੀ ਹੋਣੀ ਹੈ। ਕੂੜ ਨਹੀਂ ਖੱਟੇ ਨਾਨਕਾ, ਉੜਕ ਸੱਚ ਰਹੀ। ਲੇਕਿਨ ਮੈਨੂੰ ਦੁੱਖ ਬੜਾ ਹੁੰਦਾ, ਜਿਵੇਂ ਤੁਸੀਂ ਕਿਹਾ, ਕਿਉਂਕਿ ਤੁਸੀਂ ਅੰਦਾਜ਼ਾ ਲਾਓ। ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ। ਇੱਕ ਵਿਅਕਤੀ ਨੇ 20 ਸਾਲ ਲਾ ਕੇ ਥੋੜ੍ਹਾ ਇਕੱਠਾ ਕਰਕੇ ਇੱਕ ਛੋਟੀ ਜਿਹੀ ਗਰੀਬ ਆਦਮੀ ਨੇ ਝੌਂਪੜੀ ਖੜੀ ਕੀਤੀ ਹੈ, ਕੁੱਲੀ ਖੜੀ ਕੀਤੀ ਹੈ, ਅਤੇ ਉਹਨੂੰ ਇੱਕ ਸ਼ਰਾਰਤੀ ਅਨਸਰ, ਇੱਕ ਮਾੜਾ ਬੰਦਾ ਆਉਂਦਾ, ਅੱਗ ਲਾ ਕੇ ਸਾੜ ਦਿੰਦਾ, ਤਾਂ ਉਹਦੇ ਦਿਲ 'ਤੇ ਕੀ ਗੁਜ਼ਰੂਗੀ? ਇਹੋ ਹਾਲ ਮੇਰਾ ਹੈ ਕਿ ਜਿਸ ਸਿੱਖ ਮੁਸਲਮਾਨ ਸਾਂਝਾਂ ਦੇ ਸਾਂਝੇ ਆਲਣੇ ਨੂੰ ਲਗਭਗ 20 ਸਾਲ ਹੋ ਗਏ ਸਾਨੂੰ ਬਣਾਉਣ ਲੱਗਿਆਂ ਨੂੰ, ਅਤੇ ਇਹ ਜਿਹੜੇ ਮਾੜੇ ਲੋਕ ਨੇ, ਮਾੜੀ ਸੋਚ ਰੱਖਦੇ ਨੇ, ਉਹਨੂੰ ਬਾਰ-ਬਾਰ ਅੱਗ ਲਾਉਣ ਦੀ ਕੋਸ਼ਿਸ਼ ਕਰਦੇ ਨੇ। ਉਹ ਬਾਰ-ਬਾਰ ਅੱਗ ਲਾਉਣ ਦੀ ਕੋਸ਼ਿਸ਼ ਕਰਦੇ ਨੇ। ਮੈਂ ਤਾਂ ਤਿਨਕਾ ਜੋੜ ਰਿਹਾ ਸੀ ਆਲਣਾ ਬਣਾਉਣ ਲਈ। ਮੈਂ ਤਾਂ ਤਿਨਕਾ ਜੋੜ ਰਿਹਾ ਸੀ ਆਲਣਾ ਬਣਾਉਣ ਲਈ। ਦੱਸ ਤੈਨੂੰ ਕਿਹਨੇ ਕਿਹਾ ਸੀ ਬਿਜਲੀਆਂ ਗਿਰਾਉਣ ਲਈ? ਦੱਸ ਤੈਨੂੰ ਕਿਹਨੇ ਆਖਿਆ ਸੀ ਬਿਜਲੀਆਂ ਗਿਰਾਉਣ ਲਈ? ਵੀ ਅਸੀਂ ਤਾਂ ਜੋੜ ਰਹੇ ਹਾਂ, ਅਸੀਂ ਜੋੜਨ ਦੀ ਕੋਸ਼ਿਸ਼ ਕਰ ਰਹੇ ਹਾਂ। ਸਿੱਖ ਨੂੰ ਸਾਂਝਾਂ ਦਾ ਇੱਕ ਸਾਂਝਾ ਆਲਣਾ ਬਣਾ ਰਹੇ ਹਾਂ। ਸਾਨੂੰ ਲਗਭਗ 20 ਸਾਲ ਹੋ ਗਏ, ਅਤੇ ਐਸੇ ਮਾੜੇ ਲੋਕ ਨੇ ਜਿਹੜੇ ਆ ਕੇ ਇੱਕ ਮਿੰਟ ਵਿੱਚ ਇਹਨੂੰ ਅੱਗ ਲਾਉਣਾ ਚਾਹੁੰਦੇ ਨੇ। ਅਤੇ ਮੈਂ ਪੰਜਾਬ ਦੇ ਸਿੱਖਾਂ ਨੂੰ ਲੱਗਦਾ ਕਿ ਜਦੋਂ ਤੱਕ ਬਾਬਾ ਅਮਰਜੀਤ ਸਿੰਘ ਵਰਗੇ, ਦਰਸ਼ਨ ਸਿੰਘ ਹੋਣਾ ਵਰਗੇ ਇੱਦਾਂ ਦੇ ਲੋਕ ਜਿਹੜੇ ਬੈਠੇ ਨੇ, ਤੁਹਾਡੇ ਵਰਗੇ ਲੋਕ ਬੈਠੇ ਨੇ, ਉਹ ਅਖੌਤੀ ਅਸੀਂ ਕਹਿ ਲਈਏ ਕਿ ਚਾਹੇ ਉਹ ਮੁਸਲਮਾਨ ਹੋਣ ਚਾਹੇ ਸਿੱਖ ਹੋਣ, ਕੀ ਕਾਮਯਾਬ ਹੋ ਸਕਦੇ ਨੇ? ਨਹੀਂ, ਉਹ ਸਿੱਖ ਮੁਸਲਮਾਨ ਹੈ ਹੀ ਨਹੀਂ। ਉਹ ਸਿੱਖੀ ਦੇ ਭੇਸ 'ਚ ਨੇ ਜਾਂ ਮੁਸਲਮਾਨ ਦੇ ਭੇਸ 'ਚ ਨੇ। ਉਹ ਨਹੀਂ ਹੈਗੇ। ਦੇਖੋ, ਪਹਿਰਾਵਾ ਜਿਹੜਾ ਹੁੰਦਾ ਹੈ, ਜਿਹੜਾ ਧਰਮ ਹੈ,
ਇੱਕ ਗੱਲ ਕਲੀਅਰ ਕਰ ਦੇਵਾਂ, ਜਿਹੜਾ ਧਰਮ ਹੈ ਇਹ ਤਨ ਦਾ ਵਿਸ਼ਾ ਨਹੀਂ ਹੈਗਾ, ਪਹਿਰਾਵੇ ਦਾ ਨਾਮ ਨਹੀਂ ਹੈ, ਬਲਕਿ ਧਰਮ ਤਾਂ ਤਨ ਦਾ ਵਿਸ਼ਾ ਹੈ, ਤਨ ਦਾ, ਠੀਕ ਹੈ ਨਹੀਂ, ਤਨ ਦਾ ਵਿਸ਼ਾ ਨਹੀਂ ਹੈ, ਮਨ ਦਾ ਵਿਸ਼ਾ ਹੈ। ਇਸ ਲਈ ਉਹ ਧਰਮ ਦੇ ਭੇਸ 'ਚ ਕਰ ਰਹੇ ਨੇ, ਪਰ ਹੈ ਆ ਧਰਮ, ਉਹ ਧਰਮ ਨੂੰ ਧਰਮ ਦੇ ਭੇਸ ਕੋ ਵਰਣਨ ਕਰਨ ਦੀ ਕੋਸ਼ਿਸ਼ ਕਰਦੇ ਨੇ, ਲੇਕਿਨ ਉਹ ਕਦੇ ਵੀ ਕਾਮਯਾਬੀ ਹੋਣਗੇ। ਜਿਵੇਂ ਮੈਂ ਦੱਸਿਆ, ਇਹ ਜਿਹੜੀ ਸਾਂਝ ਹੈ, ਸਾਡਾ ਪਿਆਰ ਹੈ, ਪਹਿਲੀ ਪਾਤਸ਼ਾਹੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਵੱਲੋਂ ਇਹ ਕਾਇਮ ਕੀਤਾ ਗਿਆ ਔਰ ਹਮੇਸ਼ਾ ਰਹੂਗਾ। ਕਿਉਂਕਿ ਪੰਜਵੀਂ ਪਾਤਸ਼ਾਹੀ ਨੇ ਜਦੋਂ 7 ਮੁਸਲਮਾਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦਰਜ ਕੀਤੀ ਸੀ ਤਾਂ ਇਹਨੂੰ ਸੀਲਬੰਦ ਕਰਤਾ ਸੀ। ਹੁਣ ਇਹ ਸਾਂਝ ਰਹਿੰਦੀ ਦੁਨੀਆ ਤੱਕ ਕਾਇਮ ਰਹੂਗੀ, ਕਿਉਂਕਿ ਦੁਨੀਆ ਦੀ ਕੋਈ ਵੀ ਤਾਕਤ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚੋਂ ਮੁਸਲਮਾਨਾਂ ਦੀ ਬਾਣੀ ਨੂੰ ਨਹੀਂ ਕੱਢ ਸਕਦੀ। ਕੋਈ ਵੀ ਦੁਨੀਆ ਦੀ ਤਾਕਤ ਸ਼੍ਰੀ ਹਰਿਮੰਦਰ ਸਾਹਿਬ ਦੇ ਨੀਂਹ ਪੱਥਰ ਨੂੰ ਜਿਹੜਾ ਮੀਆਂ ਬੀਵੀ ਨੇ ਰੱਖਿਆ ਹੈ ਉਹ ਨਹੀਂ ਹਟਾ ਸਕਦੀ। ਦੁਨੀਆ ਦੀ ਕੋਈ ਵੀ ਤਾਕਤ 10ਵੇਂ ਗੁਰੂ ਸਾਹਿਬ ਵੱਲੋਂ ਬਖਸ਼ਿਆ ਹੋਇਆ ਹੁਕਮਨਾਮਾ ਨਬੀ ਖਾਨ ਗਨੀ ਖਾਨ ਨੂੰ ਵਾਪਸ ਨਹੀਂ ਲੈ ਸਕਦਾ, ਉਹਨੂੰ ਮਿਟਾ ਨਹੀਂ ਸਕਦਾ। ਤੇ ਫਿਰ ਸਾਂਝ ਕਿਵੇਂ ਮਿਟ ਸਕਦੀ ਹੈ? ਉਹ ਲੋਕ ਅਖੀਰ ਨੂੰ ਆਪਣੇ ਮੂੰਹ ਦੀ ਖਾਣਗੇ, ਉਹਨਾਂ ਨੂੰ ਕੋਈ ਸਫਲਤਾ ਨਹੀਂ ਹੋਣੀ, ਉਹ ਦੁਨੀਆ 'ਚ ਵੀ ਨਾਕਾਮ ਰਹਿਣਗੇ ਔਰ ਆਖਿਰ 'ਚ ਵੀ ਰੱਬ ਦੇ ਚਰਨਾਂ ਦੇ ਨਿਵਾਸ ਤੋਂ ਵਾਂਝੇ ਰਹਿ ਜਾਣਗੇ। ਉਹ ਜਿਹੜੇ ਉਹਦੀ ਖਲਕ 'ਚ, ਉਹਦੇ ਲੋਕਾਂ 'ਚ ਨਫ਼ਰਤ ਫੈਲਾਉਣ ਦੀ ਗੱਲ ਕਰਦੇ ਨੇ। ਅਖੀਰ 'ਚ ਮੈਂ ਦੋਵਾਂ ਭਰਾਵਾਂ ਨੂੰ ਅਰਥਾਤ ਸਿੱਖ ਤੇ ਮੁਸਲਮਾਨਾਂ ਨੂੰ ਇਹੋ ਬੇਨਤੀ ਕਰਦਾ ਹਾਂ ਕਿ ਉਹ ਮਿਲ ਜੁਲ ਕੇ ਪਿਆਰ ਨਾਲ ਇੱਕ ਹੋ ਕੇ ਰਹਿਣ, ਜਿਵੇਂ ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਦੇ ਟਾਈਮ ਭਾਈ ਮਰਦਾਨਾ ਤੇ ਗੁਰੂ ਨਾਨਕ ਸਾਹਿਬ ਦਾ ਪਿਆਰ ਸੀ। ਇਹੀ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨੇ ਦੇ ਪਿਆਰ ਨੂੰ ਸੱਚੀ ਸ਼ਰਧਾਂਜਲੀ ਹੋ ਗਈ। ਜਿਵੇਂ ਸ਼੍ਰੀ ਗੁਰੂ ਅਰਜਨ ਦੇਵ ਜੀ ਤੇ ਸੂਫੀ ਮੀਆਂ ਮੀਰ ਜੀ ਵਿਚਕਾਰ ਪਿਆਰ ਸੀ, ਤੇ ਜਿਵੇਂ 10ਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਪੀਰ ਬੁੱਧੂ ਸ਼ਾਹ, ਨਬੀ ਖਾਂ, ਗਨੀ ਖਾਂ, ਕੋਟਲਾ ਨਿਹੰਗ ਖਾਂ ਦੇ ਵਿਚਕਾਰ ਪਿਆਰ ਸੀ। ਇਸੇ ਤਰ੍ਹਾਂ ਹੀ ਗੁਰੂ ਸਾਹਿਬਾਨ ਤੇ ਭਾਈ ਮਰਦਾਨਾ ਦੇ ਵਾਰਸਾਂ ਨੂੰ ਮਿਲ ਜੁਲ ਕੇ ਪਿਆਰ ਨਾਲ ਰਹਿਣਾ ਚਾਹੀਦਾ। ਇਹੀ ਗੁਰੂ ਸਾਹਿਬਾਨ ਨੂੰ ਸੱਚੀ ਸ਼ਰਧਾਂਜਲੀ ਹੋਊਗੀ। ਜੀ, ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਦੇ ਲਈ। ਮੈਨੂੰ ਲੱਗਦਾ ਕਿ ਹੁਣ ਤਿਆਰੀ ਹੈ, ਹੁਣ ਤੋਂ ਬਾਅਦ ਜਿਹੜੀ ਰੋਜ਼ੇ ਦੀ ਉਹ ਕਰਨੀ ਸ਼ੁਰੂ ਕਰ ਦਿੱਤੀ ਜਾਏਗੀ। ਤਸਵੀਰਾਂ ਤੁਹਾਨੂੰ ਅਸੀਂ ਇੱਕ ਵਾਰ ਫੇਰ ਦਿਖਾ ਦਿੰਦੇ ਹਾਂ। ਇਹ ਲਾਈਵ ਤਸਵੀਰਾਂ ਨੇ ਹਕੀਕਤ ਟੀਵੀ ਪੰਜਾਬੀ ਦੇ ਉੱਤੇ, ਜਿਹੜਾ ਇੱਥੇ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦਿੰਦੇ ਹਾਂ ਹਕੀਕਤ ਟੀਵੀ ਪੰਜਾਬੀ ਦੇ ਉੱਤੇ। ਜਿਹੜਾ ਇੱਥੇ ਇਤਿਹਾਸ ਹੈਗਾ, ਜਿਹੜਾ ਅਸਲ ਇਤਿਹਾਸ ਹੈਗਾ, ਉਹ ਫੋਲਡਰ ਵੀ ਨੇ ਸਿੱਖ ਮੁਸਲਿਮ ਸਾਂਝਾਂ ਦਾ। ਜਿਹੜਾ ਇਤਿਹਾਸ ਹੈ ਉਹ ਇੱਥੇ ਨਾਲੋਂ ਨਾਲ ਡਾਕਟਰ ਨਸੀਰ ਅਖਤਰ ਵੱਲੋਂ ਸਿੱਖ ਸੰਗਤ ਨੂੰ ਖਾਸ ਕਰਕੇ ਵੰਡਿਆ ਜਾ ਰਿਹਾ, ਜਿੱਥੇ ਜਿਹੜੇ ਇਤਿਹਾਸ ਦੀ ਗੱਲ ਅਸੀਂ ਹੌਲੇ ਮਹੱਲੇ 'ਤੇ ਕੀਤੀ ਸੀ, ਜਿਸ ਇਤਿਹਾਸ ਦੀ ਗੱਲ ਅਸੀਂ ਜਿਹੜੀ ਉਹ ਫਤਿਹਗੜ੍ਹ ਸਾਹਿਬ ਦੇ ਜੋੜ ਮੇਲ ਦੇ ਉੱਤੇ ਕੀਤੀ ਸੀ। ਅੱਜ ਜਿਹੜਾ ਇਤਿਹਾਸ ਹੈਗਾ ਉਸ ਇਤਿਹਾਸ ਨੂੰ ਇੱਕ ਵਾਰ ਫਿਰ ਡਾਕਟਰ ਸਾਹਿਬ ਕੀ ਹੈਗੀ, ਇਹ ਕੀ ਹੈ ਜੀ, ਕੀ ਕਿਹੜਾ ਸਾਹਿਤ ਤੁਸੀਂ ਇਸ ਵੇਲੇ ਜਿਹੜਾ ਸਿੱਖ ਸੰਗਤ ਨੂੰ ਦੇ ਰਹੇ ਹੋ, ਮੁਹੱਈਆ ਕਰਵਾ ਰਹੇ ਹੋ? ਇਹ ਸਿੱਖ ਮੁਸਲਮਾਨ ਸਾਂਝਾਂ ਦਾ ਉਹ ਸੱਚਾ ਇਤਿਹਾਸ ਹੈ ਜਿਹੜਾ ਗੁਰੂ ਸਾਹਿਬਾਨ ਨੇ ਕਾਇਮ ਕੀਤਾ ਸੀਗਾ। ਕਿਉਂਕਿ ਅੱਜ ਤੱਕ ਸਾਨੂੰ ਇਤਿਹਾਸ ਪੜ੍ਹਾਇਆ ਜਾ ਰਿਹਾ ਹੈ, ਉਹੀ ਦਿਖਾਇਆ ਜਾ ਰਿਹਾ, ਉਹੀ ਸੁਣਾਇਆ ਜਾ ਰਿਹਾ ਹੈ। ਅਸੀਂ ਉਹ ਇਤਿਹਾਸ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹੜਾ ਗੁਰੂ ਸਾਹਿਬਾਨ ਵੱਲੋਂ ਰਚਿਆ ਗਿਆ, ਬਣਾਇਆ ਗਿਆ ਸਿੱਖਾਂ ਤੇ ਮੁਸਲਮਾਨਾਂ ਦੀ ਆਪਸੀ ਸਾਂਝਾਂ ਦਾ। ਤੇ ਸਾਨੂੰ ਹੁਣ ਤੱਕ ਤਸਵੀਰ ਦਾ ਇੱਕ ਰੁਖ ਦਿਖਾਇਆ ਜਾਂਦਾ ਰਿਹਾ ਹੈ, ਮਿਥਿਹਾਸਿਕ ਰੁਖ। ਅਸੀਂ ਉਸ ਤਸਵੀਰ ਦਾ ਇਤਿਹਾਸਿਕ ਰੁਖ ਸੰਗਤ ਨੂੰ, ਭਾਈਚਾਰੇ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ, ਤਾਂ ਕਿ ਸਾਡਾ ਉਹੀ ਪਿਆਰ ਫਿਰ ਤੋਂ ਲੌਟ ਆਵੇ ਜਿਹੜਾ ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨੇ ਵਿਚਕਾਰ ਸੀਗਾ। ਤੇ ਡਾਕਟਰ ਸਾਹਿਬ, ਜੇ ਇਹ ਇਤਿਹਾਸ ਤੁਹਾਡੇ ਕੋਲੋਂ ਮੁਹੱਈਆ ਲੈਣਾ ਹੋਵੇ, ਤੁਹਾਡੇ ਕੋਲੋਂ ਸਮੱਗਰੀ ਲੈਣੀ ਹੋਵੇ, ਕਿਸ ਤਰੀਕੇ ਨਾਲ ਰਾਬਤਾ ਤੁਹਾਡੇ ਨਾਲ ਕੀਤਾ ਜਾ ਸਕਦਾ? ਸਾਡਾ ਇਹਦੇ ਪਰ ਫੋਨ ਨੰਬਰ ਦਿੱਤਾ ਹੋਇਆ ਹੈ, ਤੇ ਅਸੀਂ ਜਿੱਥੇ ਪ੍ਰੋਗਰਾਮ ਹੁੰਦਾ, ਜਿਵੇਂ ਸ਼ਹੀਦੀ ਜੋੜ ਮੇਲਾ ਹੈਗਾ, ਜਾਂ ਜਿਹੜਾ ਅਨੰਦਪੁਰ ਸਾਹਿਬ ਦਾ ਹੋਲਾ ਮਹੱਲਾ ਸੀ, ਜਾਂ ਹੋਰ ਵੀ ਵੱਖ-ਵੱਖ ਪ੍ਰੋਗਰਾਮਾਂ 'ਤੇ ਜਾ ਕੇ ਅਸੀਂ ਜਦੋਂ ਲੰਗਰ ਲਾਉਣੇ ਆ, ਅਸੀਂ ਜਦੋਂ ਕਿਸਾਨ ਅੰਦੋਲਨ ਚੱਲਿਆ ਇੱਕ ਸਾਲ ਸਾਡਾ 26 ਦਿਨ ਉੱਥੇ ਲੰਗਰ ਚੱਲਿਆ, ਉੱਥੇ ਵੀ ਅਸੀਂ ਵੰਡਦੇ ਰਹੇ ਹਾਂ। ਕਿਉਂਕਿ ਸਭ ਤੋਂ ਬੜੀ ਜਿਹੜੀ ਉਸ ਰੱਬ ਦੇ, ਉਸ ਅਕਾਲ ਪੁਰਖ ਦੇ ਨੇੜੇ ਨੇਕੀ ਹੈ ਨਾ, ਉਹ ਦੋ ਭਰਾਵਾਂ ਜੋੜ ਪੈਦਾ ਕਰਨਾ ਹੈ। ਔਰ ਉਸ ਅਕਾਲ ਪੁਰਖ ਦੇ ਨੇੜੇ ਸਭ ਤੋਂ ਬੜੀ ਜਿਹੜਾ ਮਾੜਾ ਕੰਮ ਹੈ ਉਹ ਦੋ ਭਰਾਵਾਂ 'ਚ ਨਫ਼ਰਤ ਪੈਦਾ ਕਰਨਾ, ਤੋੜ ਪੈਦਾ ਕਰਨਾ। ਹੁਣ ਤੁਸੀਂ ਦੇਖੋ, ਅਸੀਂ ਦੋਵੇਂ ਭਰਾ ਜਿਹੜੇ ਹਾਂ, ਸਿੱਖ ਤੇ ਮੁਸਲਮਾਨ, ਇੱਕ ਰੱਬ ਦੀ ਵਿਸ਼ਵਾਸ ਰੱਖਦੇ ਹਾਂ, ਇੱਕ ਰੱਬ 'ਚ ਅਕਾਲ ਪੁਰਖ ਦੀ ਏਕਤਾ 'ਚ ਵਿਸ਼ਵਾਸ ਰੱਖਦੇ ਹਾਂ, ਦੋਵੇਂ ਤੌਹੀਦ ਦੇ ਮੰਨਣ ਵਾਲੇ ਹਾਂ। ਤੇ ਹੁਣ ਜਦ ਦੋ ਭਰਾਵਾਂ 'ਚ ਜੋੜ ਪੈਦਾ ਕਰਨੀ ਬਹੁਤ ਬੜੀ ਨੇਕੀ ਹੈ, ਤਾਂ ਜੇ ਕੋਈ ਦੋ ਕੌਮਾਂ 'ਚ ਜੋੜ ਪੈਦਾ ਕਰੇ ਤਾਂ ਅਕਾਲ ਪੁਰਖ ਤੋਂ ਕਿੰਨਾ ਖੁਸ਼ ਹੋਊਗਾ। ਇਸੇ ਮਕਸਦ ਨੂੰ ਲੈ ਕੇ ਅਸੀਂ ਚੱਲੇ ਹੋਏ ਹਾਂ, ਤੇ ਬਾਬਾ ਜੀ ਦਾ ਉਪਰਾਲਾ ਇਹੀ ਇੱਕ ਆਧਾਰ ਸੀਗਾ, ਤੇ ਉਹਨਾਂ ਨੇ ਸਾਨੂੰ ਅੱਜ ਬੁਲਾਇਆ ਇੱਥੇ ਗੁਰਦੁਆਰਾ ਸਾਹਿਬ 'ਚ ਰੋਜ਼ਾ ਅਫਤਾਰੀ ਵਾਸਤੇ। ਇਹ ਇੱਕ ਕੜੀ ਆ ਉਸ ਚੀਜ਼ ਦੀ, ਤੇ ਗੁਰੂ ਸਾਹਿਬ ਵੱਲੋਂ ਜਿਹੜੀ ਕਿਤਾਬ ਸੀ ਸਿੱਖ ਮੁਸਲਮਾਨ ਪਿਆਰ ਹੈ, ਉਹਨੂੰ ਅੱਗੇ ਵਧਾਇਆ ਜਾ ਸਕੇ। ਬਹੁਤ ਬਹੁਤ ਸ਼ੁਕਰੀਆ। ਸੋ ਇਹ ਇਤਿਹਾਸ ਹੈਗਾ ਜਿਹੜਾ ਇਸ ਵੇਲੇ ਇੱਥੇ ਵੰਡਿਆ ਵੀ ਜਾ ਰਿਹਾ, ਔਰ ਜੇਕਰ ਇਸ ਨੇ ਕਿਸੇ ਨੇ ਵੀ ਕੋਈ ਵਹਿਮ, ਕੋਈ ਆਪਣਾ ਭੁਲੇਖਾ ਸਿੱਖ ਮੁਸਲਿਮ ਸਾਂਝਾਂ ਨੂੰ ਲੈ ਕੇ ਦੂਰ ਕਰਨਾ ਹੋਵੇ, ਤਾਂ ਇਸ ਦੇ ਉੱਤੇ ਨੰਬਰ ਦਿੱਤਾ ਗਿਆ ਹੈ 94 171 32606, 99 157 36 929। ਨੰਬਰ ਇੱਕ ਵਾਰ ਫੇਰ ਨੋਟ ਕਰ ਲਓ ਤੁਸੀਂ, 94 171 32 606 ਅਤੇ 99 157 36 929। ਇਹਨਾਂ ਨੰਬਰਾਂ ਦੇ ਉੱਤੇ ਜੀ ਅਸੀਂ ਇਹ ਚਾਹੁੰਦੇ ਹਾਂ ਵੀ ਬਾਬਾ ਜੀ ਔਰ ਇਹ ਸਰਪੰਚ ਸਾਹਿਬ ਬੜਾ ਉਪਰਾਲਾ ਕਰਦੇ ਨੇ, ਤੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਵੀ ਸਾਡਾ ਸਿੱਖ ਮੁਸਲਿਮ ਸਾਂਝਾਂ ਦਾ ਲਗਾਤਾਰ 1.5 ਸਾਲ ਹੋ ਗਿਆ
ਮਲੇਰਕੋਟਲੇ ਦੇ ਸਰਕਾਰੀ ਹਸਪਤਾਲ ਵਿੱਚ ਰੋਜ਼ਾਨਾ ਦੁਪਹਿਰ ਦਾ ਲੰਗਰ ਜਾਂਦਾ ਹੈ, ਜਿੰਨੇ ਮਰੀਜ਼ ਹੁੰਦੇ ਨੇ। ਤੇ ਉਸ ਤੋਂ ਇਲਾਵਾ ਅਸੀਂ ਇੱਕ ਚੈਰੀਟੇਬਲ ਡਿਸਪੈਂਸਰੀ ਵੀ ਸ਼ੁਰੂ ਕੀਤੀ ਹੈ, ਜਿਹੜੀ ਬਹੁਤ ਹੀ ਗਰੀਬਾਂ ਵਾਸਤੇ ਆਮ ਹੀ ਹੈ। ਤੇ ਅਸੀਂ ਚਾਹੁੰਦੇ ਹਾਂ ਵੀ ਹੁਣ ਇਹ ਜਿਹੜਾ ਕਣਕ ਦਾ ਸੀਜ਼ਨ ਆ ਰਿਹਾ ਹੈ, ਤੇ ਅਸੀਂ ਚਾਹੁੰਦੇ ਹਾਂ ਵੀ ਜਦੋਂ ਹਜ਼ੂਰ ਸਾਹਿਬ ਭੇਜਿਆ ਜਾਂਦਾ ਤਾਂ ਉਸ ਲੰਗਰ 'ਚ ਸਾਡਾ ਵੀ ਹਿੱਸਾ ਰੱਖਿਆ ਜਾਵੇ। ਬਾਬਾ ਜੀ ਦੇ ਅਸੀਂ ਸੇਵਾ 'ਚ ਬੇਨਤੀ ਕਰਨੀ ਚਾਹੁੰਦੇ ਹਾਂ। ਬੇਨਤੀ ਮਨਜ਼ੂਰ, ਮੈਨੂੰ ਲੱਗਦਾ ਹੈ ਕਿ ਇਹਦੇ ਵਿੱਚ ਤਾਂ ਕੋਈ ਅਤਿਕਥ ਨਹੀਂ ਹੈ ਹੀ ਨਹੀਂ ਬਾਬਾ ਜੀ। ਨਹੀਂ ਨਾ ਕੋਈ ਨਹੀਂ, ਬਹੁਤ ਵਧੀਆ, ਸਾਨੂੰ ਖੁਸ਼ੀ ਹੁੰਦੀ ਹੈ। ਹਾਂਜੀ ਬਹੁਤ ਖੁਸ਼ੀ ਹੈ। ਜੀ। ਸੋ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਗੁਰਦੁਆਰਾ ਜੈਨਪੁਰ ਦੇ ਵਿੱਚੋਂ। ਗੁਰਦੁਆਰਾ ਸਾਹਿਬ ਜੈਨਪੁਰ ਦੇ ਵਿੱਚ ਅਸੀਂ ਮੌਜੂਦ ਹਾਂ ਇਸ ਵੇਲੇ, ਜਿੱਥੇ ਅਸੀਂ ਇਹ ਗੁਰਦੁਆਰੇ ਦੀਆਂ ਉਹ ਤਸਵੀਰਾਂ ਨੇ, ਉਹ ਸਾਂਝੀਵਾਲਤੇ ਦੀਆਂ ਤਸਵੀਰਾਂ ਨੇ ਜਿਹੜੀਆਂ ਹੁਣ ਤੱਕ ਇਤਿਹਾਸ ਸਿਰਜ ਚੁੱਕੀਆਂ ਨੇ। ਸੋ ਇਸੇ ਉਮੀਦ ਨਾਲ, ਇਸੇ ਆਸ ਨਾਲ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਿੱਖ ਮੁਸਲਿਮ ਸਾਂਝਾਂ ਦਾ ਇਹ ਉੱਦਮ ਹੈਗਾ, ਸਿੱਖ ਮੁਸਲਿਮ ਸਾਂਝਾਂ ਦੀ ਜਿਹੜੀ ਸਾਂਝੀਵਾਲਤਾ ਹੈ, ਸ਼ਾਲਾ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰੇ। ਸੋ ਇਹ ਤਸਵੀਰਾਂ ਤੁਹਾਨੂੰ ਅਸੀਂ ਅੱਜ ਦਿਖਾਈਆਂ ਨੇ ਪਿੰਡ ਜੈਨਪੁਰ ਦੀਆਂ। ਗੁਰੂ ਘਰ ਦੇ ਵਿੱਚ ਪਿਆਰ ਮੁਹੱਬਤ ਦਾ ਜਿਹੜਾ ਸੁਨੇਹਾ ਹੈ, ਦੋਵੇਂ ਹੀ ਭਾਈਚਾਰਿਆਂ ਵੱਲੋਂ ਦਿੱਤਾ ਜਾ ਰਿਹਾ ਹੈ। ਬੜੇ ਪਿਆਰ ਮੁਹੱਬਤ ਦੇ ਨਾਲ ਸਿੱਖ ਸੰਗਤ ਵੱਲੋਂ ਸਮਾਂ ਪਹਿਲਾਂ ਜਿਹੜਾ ਰੋਜ਼ਾ ਇੱਥੇ ਇਫਤਿਆਰ ਹੋ ਕੇ ਹਟਿਆ। ਦੋਵੇਂ ਹੀ ਭਾਈਚਾਰੇ ਦੇ ਲੋਕਾਂ ਨੇ ਬਹੁਤ ਸੱਚੀ ਸੁੱਚੀ ਸਾਂਝ ਅਤੇ ਬਹੁਤ ਵੱਡੇ ਵੱਡੇ ਅਹਿਦ ਲਏ ਨੇ। ਨਾਲ ਹੀ ਨੇਕ ਰੂਹ, ਨੇਕ ਸ਼ਖਸੀਅਤ ਬਾਬਾ ਅਮਰਜੀਤ ਸਿੰਘ ਹੋਰਾਂ ਨੇ ਕਿਹਾ ਹੈ ਕਿ ਜਿਹੜਾ ਇਹ ਪ੍ਰੋਗਰਾਮ ਹੈਗਾ ਰੋਜ਼ਾ ਇਫਤਾਰੀ ਦਾ, ਉਹ ਹਰੇਕ ਸਾਲ ਇਸ ਵਾਰ ਛੋਟੇ ਪੱਧਰ ਤੇ ਹੈ ਤੇ ਅਗਲੀ ਵਾਰ ਵੱਡੇ ਪੱਧਰ ਤੇ ਇਸੇ ਗੁਰੂ ਘਰ ਦੇ ਵਿੱਚੋਂ ਅੰਜਾਮ ਦਿੱਤਾ ਜਾਂਦਾ ਰਹੇਗਾ। ਕਾਸਿਫ ਫਾਰੂਕੀ, ਹਕੀਕਤ ਟੀਵੀ ਪੰਜਾਬੀ।